चीमा साहब कह रहे हैं मेरे तो वही आंदी है और आपके साथ नबियों को खत्म कर दिया है। मिर्जा साहब ने नबी खत्म की थे, चीमा साहब कहते मैं नबी हाँ। ਹੁਣ ਦੱਸੋ ਚੀਮਾ ਸਾਹਿਬ ਤੁਸੀਂ ਨਵੀਂ ਸ਼ਰੀਅਤ ਵਾਲੀ ਜਿਹੜੀ ਕਿਤਾਬ ਹੁਣ ਨਵੀਂ ਨਹੀਂ ਲਿਖਿਆ ਤੇ ਮੈਂ ਹੁਣ ਕਿੱਥੋਂ ਪਾਵਾਂ ਫਿਰ? ਅੱਜ ਚਾਰੋ ਇੱਕ ਮਿੰਟ ਮੈਂ ਪਾ ਲੈਣਾ ਇਹ ਮੈਂ ਕਿਤਾਬ ਹੀ ਚੇਂਜ ਕਰਨਾ ਭਾਈ। ਤੁਸੀਂ ਗਾਣਾ ਕੱਢੋ ਜਿਹੜਾ ਤੁਹਾਡਾ ਕੰਮ ਹੈ, ਤਾਨੇ ਮਾਰੋ ਤੇ ਆਪਣੇ ਆਸਾ ਆਪਣੇ ਮਜ਼ੇ ਲਵੋ, ਹੱਸੋ ਖੇਡੋ, ਭੰਡਾਂ ਵਾਲੇ ਕੰਮ ਕਰੋ ਜਿਹੜਾ ਤੁਹਾਡਾ ਕੰਮ ਹੈ। ਤੁਹਾਨੂੰ ਤਾਂ ਦੀਨ ਦਾ ਪਤਾ ਹੀ ਕੋਈ ਨਹੀਂ ਨਾ। ਤੁਸੀਂ ਅੱਲਾਹ ਕੋਲ ਮਦਦ ਮੰਗੀ, ਅੱਲਾਹ ਤਾਲਾ ਦਾ ਮੇਰੇ ਕੋਲ ਮਦਦ ਮੰਗੋ। ਕੀ ਤੁਹਾਡੇ ਵੱਡਿਆਂ ਨੇ ਤੁਸੀਂ ਮੰਗੀ ਮਦਦ ਮੰਗੀ ਕਿ ਅੱਲਾਹ ਨੇ ਤੁਹਾਨੂੰ ਦੱਸਿਆ ਹੀ ਨਹੀਂ ਆਈ ਕੁਛ ਵੀ? ਤੁਸੀਂ ਤੇ ਅੱਲਾਹ ਦੇ ਨਾ ਫਰਮਾਨ। Morgen. Gute Nacht. Oder gute Nacht. Hi. ਇਨਸਾਨ ਅੱਲਾਹ ਦਾ ਨਾਫਰਮਾਨ ਬਣ ਜਾਂਦਾ ਤੇ ਉਦੋਂ ਅਜ਼ਾਬ ਆਉਂਦੇ ਨੇ। ਤੇ ਮੈਨੂੰ ਜਿਹੜੇ ਜਿਹੜੇ ਅਜ਼ਾਬ ਆਉਂਦੇ ਨੇ ਸਾਰਿਆਂ ਦਾ ਦੱਸਿਆ ਗਿਆ ਤੇ ਦੁਨੀਆ ਭੁਗਤਣ ਡਈ ਹੈ ਤੇ ਫਿਰ ਵੀ ਨਹੀਂ ਸਮਝ ਆਉਣ ਡਈ ਤੇ ਪਰਦੇ ਪਏ ਨੇ। ਹੋਰ ਕੀ ਮੋਹਰਾਂ ਲੱਗੀਆਂ ਨੇ, ਜੰਗ ਲੱਗ ਗਿਆ। ਇਹ ਹੁਣ ਕਿਵੇਂ ਰੱਬ ਨੇ ਜੰਗ ਖਤਮ ਕਰਨਾ? ਮੈਂ ਦੁਆ ਹੀ ਕਰ ਸਕਦਾ ਅੱਲਾਹ ਤਾਲਾ ਫਜ਼ਲ ਕਰੇ। ਬਸ ਤੁਸੀਂ ਦੁਆ ਕੀਤਾ ਕਰੋ ਚੀਮਾ ਸਾਹਿਬ, ਵੇਲੇ ਹੁੰਦੇ ਹੋ ਦੁਆ ਕੀਤਾ ਕਰੋ, ਗੱਡੀ ਚਲਾਉਣੀ ਛੱਡ ਦਿਓ। ਕੈਸੀਆਂ ਕੈਸੀਆਂ ਸੌਗਾਤਾਂ ਨੇ ਵੈਸੇ ਜਮਾਤ ਅਹਿਮਦੀਆ ਵਿੱਚ ਯਾਰ, ਖੁਦਾ ਦੀ ਕਸਮ ਕੀ ਬਣ ਗਿਆ ਇਹ ਸਜ਼ਾ ਹੈ ਤੁਸਾਂ ਲੋਕਾਂ ਨੂੰ ਜਿਹੜਾ ਤੁਸੀਂ ਨਾ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਹਦੀਸਾਂ ਨੂੰ ਨਹੀਂ ਮੰਨਿਆ, ਉਹਨਾਂ ਦੀ ਗੱਲ ਨੂੰ ਨਹੀਂ ਮੰਨਿਆ। ਤੁਸੀਂ ਸਜ਼ਾ ਮਿਲੀ ਹੈ ਕਿ ਤੁਹਾਡੇ ਅੰਦਰੋਂ ਐਸੇ ਐਸੇ ਅਜੀਬੋ ਗਰੀਬ ਇਨਾਮ ਨਿਕਲ ਰਹੇ ਨੇ ਨਾ। ਸਮਝਾ ਦਿਓ ਤੁਸੀਂ ਕਿਸ ਤਰ੍ਹਾਂ ਅਮਲ ਕੀਤੇ ਨੇ, ਅੱਲਾਹ ਤਾਲਾ ਦਾ ਪਤਾ ਚੱਲਦਾ ਹੈ, ਯਕੀਨ ਕਰੇ। आपको क्या वाला साहब कह रहे हैं साहब दूर गए ने, आपको क्या पता? ਸਾਡੇ ਕੋਲ ਈਮਾਨ ਕੋ ਨਹੀਂ, ਸਾਡੇ ਕੋਲ ਸਿਰਫ ਅਕੀਦਾ ਜਿਹੜਾ ਵੱਡਿਆਂ ਕੋਲ ਮਿਲ ਗਿਆ ਹੈ। ਈਮਾਨ ਵਾਲੇ ਲੋਕਾਂ ਦੀ ਇਹ ਹਾਲਤਾਂ ਨਹੀਂ ਹੁੰਦੀਆਂ। ਸਾਡੇ ਤੇ ਕਈ ਵਾਰੀ ਮੈਂ ਗਾਲਾਂ ਸੁਣੀਆਂ ਨੇ, ਤੁਸੀਂ ਗਾਲਾਂ ਕੱਢਦੇ ਹੋ ਇੱਕ ਦੂਜੇ ਨੂੰ, ਤੇ ਉਹ ਕੀ ਹੈ? ਇਹ ਇਸਲਾਮ ਹੈ? ਇਸਲਾਮ ਤਾਂ ਇਹਨਾਂ ਚੀਜ਼ਾਂ ਨੂੰ ਰੋਕਣ ਵਾਸਤੇ ਇਸਲਾਮ ਹੈ, ਝੂਠ ਬੇਈਮਾਨੀ ਤੋਂ ਰੋਕਣ ਵਾਸਤੇ। ਤੁਸੀਂ ਆਂਦੇ ਹੋ ਅਸੀਂ ਉਹ ਸਾਰੇ ਕੰਮ ਕਰਨੇ ਜਿਹਦੇ ਤੋਂ ਅੱਲਾਹ ਨੇ ਮਨਾ ਕੀਤਾ ਤੇ ਅਸੀਂ ਫਿਰ ਵੀ ਕਹਿੰਦਾ ਮੁਸਲਮਾਨ ਉਹ ਈਮਾਨ ਵਾਲੇ ਆ। ਉਹ ਭਾਈ ਈਮਾਨ ਵਾਲੇ ਲੋਕ ਤੇ ਅੱਲਾਹ ਤੋਂ ਡਰਦੇ ਹੋਏ ਜ਼ਿੰਦਗੀ ਗੁਜ਼ਾਰਦੇ ਨੇ। ਤੁਸੀਂ ਤੇ ਬਦਮਾਸ਼ ਲੋਕ ਅਸੀਂ ਧਮਕੀਆਂ ਲਾਣੀਆਂ, ਮਾਰਨ ਮਾਰ ਕੁਟਾਈ ਦੇ ਕੰਮ ਕਰਨ ਨੂੰ ਤਿਆਰ ਹੋ ਜਾਣਾ। ਚੀਮਾ ਸਾਹਿਬ ਮੇਰੀ ਗੱਲ ਸੁਣੋ, ਅਸੀਂ ਬਦਮਾਸ਼ਾਂ ਦੇ ਉਹ ਜਿਹੜੇ ਕਿਸੇ ਨੇ ਆਖਿਆ ਸੀ ਆਪਣੇ ਬੱਚਿਆਂ ਨੂੰ ਕਿਉਂ ਨਹੀਂ ਭੇਜਦਾ ਸਕੂਲੇ, ਆਂਦਾ ਅਸੀਂ ਇਸ ਤਰ੍ਹਾਂ ਕਹਿੰਦਾ ਉਸ ਤਰ੍ਹਾਂ ਦੇ ਬੰਦੇ ਲੜਾਈਆਂ ਚੜਾਈਆਂ ਕਰਨ ਵਾਲੇ। ਤਾਂ ਅਗਰ ਇਹਨਾਂ ਨੇ ਸਕੂਲੇ ਭੇਜਿਆ, ਇਹਨਾਂ ਨੂੰ ਕਾਨੂੰਨਾਂ ਦਾ ਪਤਾ ਚੱਲ ਜਾਣਾ ਤੇ ਇਹਨਾਂ ਨੂੰ ਆ ਕੇ ਇਹਦੇ ਕਿਤੇ ਲੜਨਾ ਪਿਆ ਤਾਂ ਲੜਨਾ ਕੋ ਨਹੀਂ। ਤੇ ਤੁਸੀਂ ਵੀ ਕਹਿੰਦਾ ਪੜ੍ਹੇ ਲਿਖੇ ਵੀ ਕਹਿੰਦਾ ਉਸ ਤਰ੍ਹਾਂ ਦੇ ਹੋ ਕਿ ਤੁਸੀਂ ਬਸ ਪੜ੍ਹ ਕੇ ਵੀ ਕਹਿੰਦਾ ਕਾਨੂੰਨਾਂ ਦਾ ਨਹੀਂ ਪਤਾ ਚੱਲਿਆ, ਅੱਲਾਹ ਦੇ ਕਾਨੂੰਨ ਕੀ ਨੇ ਤੇ ਦੁਨੀਆ ਦੇ ਕਾਨੂੰਨ ਕੀ ਨੇ। ਤੁਸੀਂ ਲੜਨ ਨੂੰ ਤਿਆਰ ਹੋ ਜਾਂਦੇ ਹੋ। ਕੋਈ ਆਂਦਾ ਤਸਵੀਰ ਭੇਜ, ਕੋਈ ਆਂਦਾ ਕਹਿੰਦਾ ਇੱਕ ਵਾਰੀ ਫੇਟੋ ਖਾ, ਕੋਈ ਆਂਦਾ ਅੱਗ 'ਚ ਛਾਲ ਮਾਰ, ਕੋਈ ਆਖੇਗਾ ਮੈਂ ਤੈਨੂੰ ਦੱਸ ਪਤਾ ਦੱਸ। ਉਹ ਯਾਰ ਪਤਾ ਤੇ ਨਾ ਰੱਬ ਅੱਲਾਹ ਦਾ ਪਤਾ ਨਹੀਂ ਚੱਲਿਆ? ਅੱਲਾਹ ਦੇ ਦਰ ਤੇ ਜਾਓ, ਜਾ ਕੇ ਅੱਲਾਹ ਨੂੰ ਪੁੱਛੋ। ਤੁਹਾਨੂੰ ਤੁਸੀਂ ਕਹਿੰਦਾ ਇਹਦਾ ਮਤਲਬ ਖੁਦ ਖੁਦਾ ਦਾ ਕੰਮ ਆਪਣੇ ਹੱਥ ਲੈਣਾ ਚਾਹੁੰਦੇ ਹੋ। ਵੈਸੇ ਚੀਮਾ ਸਾਹਿਬ ਕਿਤੇ ਡਾਕਟਰ ਕੋਲ ਜਾਂਦੇ ਰਹਿੰਦੇ ਹੋ, ਮਤਲਬ ਜਨਰਲ ਮੈਡੀਕਲ ਦੀ ਕਤਲ ਕਰਕੇ ਆਂਦੇ ਹੋ। ਅੱਲਾਹ ਨੇ ਆਖਿਆ ਆਪਣੇ ਮੈਂ ਮੌਤ ਦੇ ਜ਼ਿੰਦਗੀ ਮੌਤ ਮੇਰੇ ਅਖਤਿਆਰ ਕੇ। ਅੱਲਾਹ ਕੌਣ ਹੁੰਦਾ ਮੌਤ ਅਖਤਿਆਰ ਰੱਖਣ ਵਾਲਾ? ਅਸੀਂ ਅਖਤਿਆਰ ਰੱਖਣੀ, ਅਸੀਂ ਮਾਰਾਂਗੇ। ਤੁਸੀਂ ਅੱਲਾਹ ਦਾ ਅਖਤਿਆਰ ਤੁਹਾਨੂੰ ਜ਼ਿਆਦਾ ਧਮਕੀਆਂ ਦੇਣ ਵਾਲੇ ਜਿਹੜੇ ਨੇ ਨਾ, ਤੁਹਾਨੂੰ ਸਭ ਤੋਂ ਜ਼ਿਆਦਾ ਧਮਕੀਆਂ ਦੇਣ ਵਾਲੇ ਅਹਿਮਦੀ ਨੇ। ਤੁਸੀਂ ਸਾਡੇ ਲਈ ਤੇ ਤੁਸੀਂ ਸ਼ੁਗਰ ਹੋ। ਸਾਡੇ ਵਾਸਤੇ ਤੁਸੀਂ ਕੁਝ ਵੀ ਨਹੀਂ, ਸਾਡੇ ਵਾਸਤੇ ਤਾਂ ਸ਼ੁਗਰ ਮਿਲਾਓ। ਤੁਸੀਂ ਅਹਿਮਦੀਆਂ ਵਾਸਤੇ ਥ੍ਰੈਟ ਸਾਡੇ ਅਸੀਂ ਤੇ ਤੁਹਾਡੀ ਰਿਕਾਰਡਿੰਗਾਂ ਕਰ ਕਰਕੇ ਆਪਣੇ ਕੋਲ ਸੇਵ ਲਿਆ ਨੇ ਕਿਹਾ ਤੱਕ ਤਮਾਸ਼ੇ ਸਾਡੇ ਲਈ ਤੇ ਤੁਸੀਂ ਨਾਮ ਹੋ। ਉਹਨਾਂ ਵਾਸਤੇ ਤੁਸੀਂ ਮੁਸੀਬਤ ਬਣੇ ਹੋ, ਕਿਉਂਕਿ ਉਹਨਾਂ ਦਾ ਅਕੀਦਾ ਹੈ ਕਿ ਹੁਣ ਜੇ ਨਬੀ ਆਵੇਗਾ ਤੇ ਅਹਿਮਦੀਅਤ ਵਿੱਚ ਹੀ ਆਵੇਗਾ ਤੇ ਤੁਸੀਂ ਆ ਗਏ ਉਹ ਮੰਨਦੇ ਕੋਈ ਨਹੀਂ। ਇਹ ਤੁਸੀਂ ਉਹਨਾਂ ਵਾਸਤੇ ਥ੍ਰੈਟ ਹੋ, ਸਾਡੇ ਵਾਸਤੇ ਕੋਈ ਵੀ ਨਹੀਂ। ਸਾਡੇ ਵਾਸਤੇ ਤੁਸੀਂ ਸ਼ੁਗਰ ਮਿਲਾਓ। ਉਹ ਸ਼ਰੀਫ ਅਬਦੁੱਲਾ ਉਹ ਖਲੀਫਾ ਸਾਹਿਬ ਦੀ ਵੀਡੀਓ ਪਈ ਹੈ। ਇਨਸਾਨ ਹੈ ਜਿੰਨਾ ਕੋ ਸਮਝਦਾ ਹੈ ਉਹਨਾਂ ਕੋ ਬਿਆਨ ਕਰ ਸਕਦਾ ਹੈ। ਜਿਹੜਾ ਵੀ ਬੰਦਾ ਮੈਂ ਤਾਂ ਕੋਈ ਨਹੀਂ ਨਾ ਕੋਈ ਨਾ ਦੀਨ ਦਾ ਇਲਮ ਕੋਈ ਨਹੀਂ ਮੈਂ ਪੜਿਆ, ਪਰ ਅੱਲਾਹ ਨੂੰ ਸਮਝਾਉਂਦਾ ਗੱਲਾਂ ਤੇ ਮੈਂ ਅੱਲਾਹ ਦੀ ਗੱਲ ਨੂੰ ਮੰਨਣਾ ਕਿ ਲੋਕਾਂ ਦੀ ਨੂੰ ਮੰਨਣਾ। ਉਹ ਭਾਜੀ ਸਾਡੇ ਲਈ ਤੁਸੀਂ ਸ਼ੁਗਲ ਦਾ ਤਮਾਸ਼ਾ ਹੋ। ਮੈਂ ਚਾਹੁੰਦਾ ਵਾਂ ਅਬਦੁੱਲਾ ਸਾਹਿਬ ਬਿਲਕੁਲ ਡਰਨਾ ਨਹੀਂ ਚਾਹੀਦਾ। ਕੋਈ ਅਹਿਮਦੀ ਜਿਹੜਾ ਡਰਦਾ ਵੀ ਹੈ ਜਾਂ ਲੜਦਾ ਵੀ ਇਹਨਾਂ ਨਾਲ ਤੇ ਉਹ ਗਦਿਆਤੀ ਕਰਦਾ ਹੈ। ਮੈਂ ਤਾਂ ਸਮਝਣਾ ਕਿ ਆਪ ਸੱਲੱਲਾਹੁ अलैहि वसल्लम ने भी फरमाया है कि सच्चे ख्वाब कुशूफ
ਇਹ ਜਿਹੜੇ ਤੇ ਨੇ ਘੇਰੇ ਮੌਲਵੀ ਸਾਹਿਬ ਇਮਾਨ ਲਿਆ ਹੋਇਆ ਇਹਨਾਂ ਤੇ ਘੇਰੇ ਉਹ ਮੈਂ ਮੌਲਵੀ ਤੇ ਸਾਹਿਬ, ਕਦੀ ਤੁਸੀਂ ਵੀ ਇਮਾਨ ਲੈ ਮੈਂ ਕੇ ਤੇ ਆਓ। ਕਿਸੇ ਵੀ ਬੰਦੇ ਦਾ ਇਨਕਾਰ ਨਹੀਂ ਕਰਦਾ। ਮੈਂ ਤੇ ਆਈ ਮੰਨਣੇ ਵਾਲਿਆਂ ਵਿੱਚ ਸ਼ਾਮਲ ਹਾਂ। ਮੈਂ ਤੇ ਜੋ ਵੀ ਆਖੇਗਾ ਗੱਲ ਜਿਹੜਾ ਐਸੀ ਗੱਲ ਇਹਨੂੰ ਕਿਸ ਤਰ੍ਹਾਂ ਕਰੇਗਾ ਡਿਫਾਈਨ ਕਰੋਗੇ ਕਿ ਇਸ ਇੱਕ ਤਰਫ ਖਲੀਫਾ ਦੀ ਬੈਤ ਵਿੱਚ ਤੇ ਇੱਕ ਤਰਫ ਨਬੀ ਦੀ ਬੈਤ ਵਿੱਚ? ਨਹੀਂ ਬੈਤ ਤੇ ਇੱਥੇ ਬੈਤ ਵਾਲਾ ਚੱਕਰ ਹੀ ਕੋਈ ਨਾ। ਉਹ ਇੱਕ ਆਪਣੀ ਗੱਲ ਕਰ ਰਹੇ ਨੇ ਕਿ ਅੱਲਾਹ ਤਾਲਾ ਤਾਂ ਨੇ ਤੁਸੀਂ ਮੈਨੂੰ ਇਮਾਨ ਗੱਲ ਦੱਸੀ ਲਿਆਉਣਾ ਹੈ। ਬੈਤ ਨਹੀਂ ਕਰਨੀ। ਉਹ ਬੈਤ ਵਾਲੇ ਤੋਂ ਨਾ ਆਖੀ ਨਹੀਂ ਕਿ ਮੇਰੀ ਬੈਤ ਕਰੋ। ਕਦੋਂ ਨਾ ਚੀਮਾ ਸਾਹਿਬ ਨੇ ਆਖਿਆ ਮੇਰੀ ਬੈਤ ਕਰੋ। ਮੁਖਤਸਰ ਅੰਦਾਜ਼ ਵਿੱਚ ਇੱਕ ਮਿੰਟ ਮੈਂ ਰਿਕਾਰਡਿੰਗ ਆਨ ਕਰ ਲਵਾਂ। ਤੁਸੀਂ ਚੀਮਾ ਸਾਹਿਬ ਤੇ ਇਮਾਨ ਲੈ ਕੇ ਆਂਦੇ ਹੋ? ਇਹਦੇ ਚ ਇਮਾਨ ਵਾਲਾ ਤੇ ਚੱਕਰ ਹੀ ਨਹੀਂ। ਅਸੀਂ ਤੇ ਆਉਂਦੇ ਹਾਂ ਕਿ ਜੋ ਉਹਨਾਂ ਚ ਆਪਣੇ ਆਪ ਨੂੰ ਮਨਸੂਬ ਕੀਤਾ ਹੈ, ਸਾਡੇ ਕੋਲ ਕੋਈ ਵਜ੍ਹਾ ਨਹੀਂ ਕਿ ਅਸੀਂ ਉਹਨਾਂ ਨਾਲ ਬਹਿਸ ਕਰੀਏ। ਉਹ ਉਹਨਾਂ ਨਬੀ ਦਾ ਨੇ ਤੇ ਖੁਦਾ ਦਾ ਔਰ ਮਾਮਲਾ ਹੈ। ਨਬੀ ਦਾ ਇਨਕਾਰ ਕੁਫਰ ਹੈ। ਕਿਆ ਤੁਸੀਂ ਉਹਨਾਂ ਤੇ ਇਮਾਨ ਲੈ ਕੇ ਆਂਦੇ ਹੋ? ਉਹ ਭਾਈ ਉਹ ਨਹੀਂ ਆਂਦੇ ਪਏ ਮੈਂ ਨਬੀ ਹਾਂ। ਉਹਨਾਂ ਆਖਿਆ ਉਹ ਮੈਂ ਕਹਿੰਦੇ ਅੱਲਾਹ ਤਾਲਾ ਨੇ ਕਲਾਮ ਕੀਤਾ, ਨਬੂਵਤ ਦਾ ਇਨਾਮ ਦਿੱਤਾ ਵੇ। ਉਹ ਭਾਈਜਾਨ ਉਹ ਕਹਿ ਰਹੇ ਨੇ ਮੈਂ ਨਬੀ ਹਾਂ, ਮੈਨੂੰ ਚਾਰੋਂ ਇਨਾਮ ਮਿਲ ਗਏ ਨੇ। ਉਹ ਤਾਂ ਕਹਿੰਦੇ ਨੇ ਮੈਂ ਸ਼ਹੀਦ ਵੀ ਹਾਂ, ਸਾਲੇ ਵੀ ਹਾਂ ਤੇ ਸਦੀਕ ਵੀ ਹਾਂ। ਹਾਂ ਲੇਕਿਨ ਅੱਲਾਹ ਤਾਲਾ ਕਿਸੇ ਨਾਲ ਅਗਰ ਸੱਚੇ ਖਾਬ ਖਾਂਦਾ ਉਹਦੇ ਨਾਲ ਕਲਾਮ ਕਰਦਾ ਹੈ ਤੇ ਉਹ ਨਬੂਵਤ ਹੀ ਉਹਨੂੰ ਆਖੋਗੇ। ਉਹਨੂੰ ਹੋਰ ਕੀ ਆਖੋਗੇ? ਹੋਰ ਕੋਈ ਲਫ਼ਜ਼ ਹੈ ਤੂੰ ਦੱਸੋ ਗੈਬ ਦੀ ਖਬਰ ਦੇਣੇ ਹਾਂ ਵਾਲਾ। ਤੇ ਤੁਸੀਂ ਇਹਨਾਂ ਤੇ ਇਮਾਨ ਲੈ ਕੇ ਆਂਦੇ ਹੋ? ਉਹ ਭਾਈ ਮੇਰੇ ਈਮਾਨ ਲਿਆਉਣੇ ਜਾਂ ਨਾ ਲਿਆਉਣੇ ਦਾ ਚੱਕਰ ਫਿਰ ਨਹੀਂ। ਫਸ ਮੈਂ ਜਿਹੜੀ ਜਾਂਦੇ ਗੱਲ ਨੇ ਯਾਰ, ਕਰਦਾ ਹਰ ਦੋ ਉਧਰ ਮਿੰਟ ਨਹੀਂ ਬਾਅਦ ਤੁਸੀਂ ਫਸੇ ਹੁੰਦੇ ਪਤਾ ਨਹੀਂ ਦਿਮਾਗ ਵਿੱਚ ਕਿਉਂ ਨਹੀਂ ਗੱਲ ਪੈਂਦੀ ਪਈ। ਮੈਂ ਨਾ ਕਿ ਜਿਹੜੀ ਚੀਜ਼ ਕਿ ਕੋਈ ਬੰਦਾ ਆ ਕੇ ਬਿਆਨ ਕਰਦਾ ਹੈ ਔਰ ਆਪਣੇ ਮਨਸੂਬ ਅੱਲਾਹ ਤਾਲਾ ਨਾਲ ਕਰਦਾ ਹੈ। ਮੌਲਵੀ ਤੇ ਉਹਦਾ ਸਾਹਿਬ ਤਾਂ ਜਿਹੜੀ ਖੁਦਾ ਦਾ ਗੱਲ ਮਾਮਲਾ ਹੈ। ਮਲਕ ਸਾਹਿਬ ਪੁੱਛ ਰਹੇ ਨੇ, ਜੀ ਜੀ ਤੁਸੀਂ ਹੁਣੇ ਪੁੱਛਿਆ ਕਿ ਨਬੂਵਤ ਇਨਾਮ ਹੈ। ਜੀ ਜੀ ਇਹ ਇਨਾਮ ਚੀਮਾ ਸਾਹਿਬ ਨੂੰ ਮਿਲ ਗਿਆ ਜਾਂ ਨਹੀਂ ਮਿਲਿਆ? ਕੀ ਕਹਿੰਦੇ ਨੂੰ? ਇਹ ਬਿਲਕੁਲ ਉਹਨਾਂ ਨੂੰ ਉਹ ਆਂਦੇ ਨੇ ਮਿਲਿਆ ਮੈਨੂੰ ਨਾ ਜੋ ਅੱਲਾਹ ਤਾਲਾ ਨੇ ਮੇਰੇ ਨਾਲ ਕਲਾਮ ਕੀਤਾ ਵੇ। ਉਹਨਾਂ ਨੂੰ ਇਹ ਇਨਾਮ ਮਿਲਿਆ ਜਾਂ ਨਹੀਂ ਮਿਲਿਆ? ਮਿਲਿਆ। ਮੈਂ ਕਹਿ ਰਿਹਾ ਬਾਰ ਬਾਰ ਉਹ ਮਿਲ ਕਹਿ ਗਿਆ। ਰਹੇ ਨੇ ਕਿ ਮੈਨੂੰ ਮਿਲ ਗਿਆ। ਹਾਂਜੀ। ਠੀਕ ਹੋ ਗਿਆ ਹਸਾਨੀ ਸਾਹਿਬ, ਜੀ ਜੀ। चीमा साहब ये जो ਫਲੋਰੀਡਾ ਤੋਂ ਕਿੰਨੀ ਦੂਰ ਹੋ? इल्हाम वगैरह है, ਫਲੋਰੀਡਾ ਤੋਂ ਤੁਸੀਂ ਕਿੰਨੀ ਦੂਰ ਹੋ? ਬਹੁਤ ਖੂਬ ਹੁਸੈਨੀ ਸਾਹਿਬ, ਤੁਸੀਂ ਮਨਾ ਲਿਆ ਨਰਮ ਅਲਫਾਜ਼ਾਂ ਵਿੱਚ ਮੌਲਵੀ ਸਾਹਿਬ। ਜੀ ਜੀ। ਮੈਂ ਕੀ ਮੰਨਿਆ ਵਾ? अच्छा चीमा साहब ये जो इल्हाम है ये तो मुल्हिम कहते हैं ना, जो इल्हाम पाता है। हाँ जी। तो नबी और मुल्हिम में क्या फ़र्क है चीमा साहब? मतलब मुझे नहीं अभी पता, बस मुझे भी देखे 2020 से अल्लाह ताला ने ये बात मुझे बताई हुई है। मुझे भी नहीं समझ आई थी, और ना ही मैं पहले ये हसैनी साहब से को पता है, काफ़ी अरसे से इनसे बात हो रही है। तो पहले हसैनी साहब कहते थे कि कोई नबी बनाए तो दिखाएं, तो उस वक्त मुझे भी नहीं पता था कि यह नाम मुझे मिला है। मगर बाद में फिर अल्लाह ताला ने जब दूसरे भी बातें बताई और ये चीज़ और भी बातें बताई, तो फिर समझ आई तो साथ कि वाकई ये जो अनाम हैं मुझे मिल चुके हैं। मुझे शऊर नहीं था। तो उसके इस हिसाब से जब हम देखें मुल्हिम का क्या है, उसकी तारीफ और मतलब क्या है, उसको देखना पड़ेगा। नबी का मतलब होता है गैब से खबर पाने वाला। अरबी में जो भी कहना इंसान के बात करेगा और किसी के जिसको अल्लाह ताला ख्वाबें सच्ची दिखाता है, गैब की खबरें देता है, अरबी में उसको वो जब बात करेंगे उसको नबी का लफ्ज़ी वहाँ इस्तेमाल करेंगे। तो इस हिसाब से नबी एक नबी होता है जिसको अल्लाह ताला मबूस करता है, वो नबी का मकाम जो बुलंद है और है। तो ये मेरी तरह के नबी आप बन सकते हो। हाँ ये है कि अगर अल्लाह ताला पता है इंसान आहिस्ता आहिस्ता मज़ीद तरक्की करता है। अगर मेरे ज़रिए अल्लाह ताला ने कोई और काम लेना है और मेरे पे जिम्मेदारी डालनी है, तो मैं कौन होता है इनकार करने वाला? वो भी अल्लाह ताला बता देगा तो फिर मैं भी ऐलान कर दूंगा। ਦੇਖਿਆ ਜੇ ਸੈਣੀ ਸਾਹਿਬ ਸੁਣ ਲਈ ਜੀ ਗੱਲ ਹੁਣ ਚੀਮਾ ਸਾਹਿਬ ਦੀ ਕਿ ਉਹ ਆਂਦੇ ਨੇ ਮੈਨੂੰ ਮਬੂਸ ਨਹੀਂ ਕੀਤਾ ਗਿਆ, ਮੇਰੇ ਨਾਲ ਸਿਰਫ ਅੱਲਾਹ ਤਾਲਾ ਨੇ ਮਤਲਬ ਕਲਾਮ ਕੀਤਾ। ਨਬੀਨਾ व सिद्दीकीना व शुहदा ਦੇ ਜਿਹੜੇ ਇਨਾਮ ਨੇ, ਹਾਂ ਜੀ ਲੁਗਤ ਦੇ ਮੈਨੇ ਉਹਦੇ ਤੇ ਨਬੂਵਤ ਦਾ ਇਨਾਮ ਇਹਨਾਂ ਨੂੰ ਨਹੀਂ ਮਿਲਿਆ। ਉਹਨੇ ਨਹੀਂ ਉਹ ਮਿਲਿਆ ਵੇ ਜਾਂ ਮਿਲਿਆ? ਹੈ ਉਹ ਵੇ ਲੁਗਤ ਦੇ ਮੈਨੇ ਵਿੱਚ ਉਹੀ ਗੱਲ ਆ ਗਈ ਹੁਸੈਨੀ ਸਾਹਿਬ, ਪਤਾ ਨਹੀਂ ਮਿਲਾ, ਪਤਾ ਨਹੀਂ ਉਹਨਾਂ ਮਿਲਾ। ਤੇ ਕੋਈ ਜ਼ਿੰਮੇਵਾਰੀ ਨਹੀਂ ਪਾਈ। ਕਿਸੇ ਜਗ੍ਹਾ ਖਲੋਵੋ ਤੇ ਸਹੀ ਨਹੀਂ ਤੇ ਨਾ ਸੈਣੀ ਸਾਹਿਬ ਹੁਣ ਤੁਸੀਂ ਅਸੀਂ ਤੇ ਖਲੋਤੇ ਆ ਜੋ ਉਹਨਾਂ ਜੋ ਸੈਣੀ ਸਾਹਿਬ, ਦੱਸਿਆ ਤੁਸੀਂ ਇਹ ਕਰਦੇ ਆ ਵੀ ਜਾਂ ਉਹਨਾਂ ਨੂੰ ਇਨਾਮ ਮਿਲਿਆ ਜਾਂ ਨਹੀਂ ਮਿਲਿਆ। ਹਸੈਨੀ ਸਾਹਿਬ ਮਿਲ ਗਿਆ ਦੋ ਚੀਜ਼ਾਂ ਨੇ ਸੈਣੀ ਸਾਹਿਬ, ਤੁਸੀਂ ਨਾ ਮਿਕਸ ਨਾ ਕਰੋ ਚੀਜ਼ਾਂ ਨੂੰ। ਉਹ ਪੀਸ ਵਿਲੇਜ ਦੇ ਵਿੱਚ ਗੱਲ ਹੁੰਦੀ ਸੀ ਤਾਂ ਆਂਦੇ ਸਭ ਕੋਈ ਨਬੀ ਹੈ ਤੇ ਦੱਸੋ, ਤੇ ਕਹਿੰਦਾ ਨਬੀ ਇਸ ਤਰ੍ਹਾਂ ਦਾ ਮਿਰਜ਼ਾ ਸਾਹਿਬ ਵੀ ਕੋਈ ਨਹੀਂ, ਤੇ ਮੈਂ ਦੱਸਾਂ ਹੈ ਨੇ, ਤੇ ਤੁਸੀਂ ਆਂਦੇ ਦੱਸੋ ਹੋਏ ਤੇ ਲਿਖਿਆ ਹੋਵੇ ਤੇ ਵਿਖਾ ਦੇ, ਮੈਂ ਤੁਹਾਨੂੰ ਤਹਰੀਰ ਵੀ ਭੇਜੀ। ਤੇ ਹੁਣ ਮੈਂ ਖੁਦ ਦੱਸਣ ਡਿਆ ਅਲਹਮਦੁਲਿਲਾ ਮੈਨੂੰ ਇਹ ਨਾਮ ਮਿਲ ਚੁੱਕਿਆ ਹੈ, ਤੇ ਤੁਸੀਂ ਫਿਰ ਵੀ ਨਹੀਂ ਮੰਨੇ, ਤੇ ਤੁਸੀਂ ਤੇ ਆਪਣੀ ਗੱਲ ਤੋਂ ਫਿਰ ਗਏ। ਲੋ ਮੌਲਵੀ ਸਾਹਿਬ, ਸੈਣੀ ਸਾਹਿਬ ਤੁਸੀਂ ਮੈਨੂੰ ਕਹਿੰਦੇ ਹੋ ਕਿ ਦਾਵਾ ਕਰਦਾ ਹੈ, ਨਿਕਲਦਾ ਹੈ, ਇਹਨੇ ਵੀ ਇਹ ਗਲਤੀ ਦਾ ਜ਼ਾਲਾ ਹੀ ਬਣਾਇਆ ਹੈ।
ਰੱਬੀ ਦਾ ਜ਼ਾਲਾ ਬਣਿਆ ਪਿਆ ਹੈ। ਸੈਣੀ ਸਾਹਿਬ ਸੁਣੋ। ਚੀਮਾ ਸਾਹਿਬ ਕਹਿ ਰਹੇ ਨੇ ਅੱਲਾਹ ताला ने ਉਹਨਾਂ ਨੂੰ ਮਬੂਸ ਨਹੀਂ ਕੀਤਾ, ਉਹਨਾਂ ਨੂੰ ਇਨਾਮ ਦਿੱਤਾ नबी आ सकता है क्या कोई भी नया नबी आ सकता है बशर्ते कि वो हज़रत मोहम्मद सल्लल्लाहु अलैहि वसल्लम की उम्मत में से हो, कोई नई शरीयत लेके ना आए। तो क्या हज़रत मसीह मौऊद अलैहिस्सलाम ने किसी नए नबी के आने की पेशगोई फरमाई थी? हज़रत शाम ने किसी और नबी की पेशगोई नहीं फरमाई। तो क्या वो नबी जो है जमात अहमदियत में से होंगे या किसी भी? नहीं, पेशगोई नहीं है तो कहाँ से होगा वो? जी जज़ाकल्लाह। सिर्फ एक नबी की पेशगोई है, रसूल सल्लल्लाहु अलैहि वसल्लम ने फरमाई है, उसके अलावा किसी नबी की पेशगोई हमें नहीं मिलती। हेलो जी खलीफा साहब ठीक- भुगतान ठीक है। खलीफा साहब ਠੀਕ ਹੈ ਮਸੀਹ ਇਸਲਾਮ ਨੂੰ ਅੱਲਾਹ ਤਾਲਾ ਨੇ ਨਹੀਂ ਇਹ ਚੀਜ਼ ਉਹ ਸਮਝਾਈ ਕਿ ਅਗਾਮੀ ਨਬੀ ਹੋਣਗੇ, ਉਹਨਾਂ ਦੇ ਮੁਤਲਕ ਜੋ ਜ਼ਿੰਮੇਵਾਰੀ ਪਾਈ ਉਹਨਾਂ ਨੇ ਅਦਾ ਕਰ ਦਿੱਤੀ। ਅੱਗੋਂ ਅੱਲਾਹ ਤਾਲਾ ਮਜ਼ੀਦ ਲੋਕਾਂ ਨੂੰ ਸਮਝਾਉਣ ਵਾਸਤੇ ਮੇਰੇ ਤੇ ਕਿਤਾਬ ਦੇ ਵਿੱਚੋਂ ਹਿਕਮਤ ਦੀਆਂ ਗੱਲਾਂ ਮੈਨੂੰ ਦੱਸਣ ਡਿਆ ਹੋਵੇ ਤੇ ਮੈਂ ਬਿਆਨ ਕਰ ਰਿਹਾ, ਮੈਂ ਵੀ ਅਹਿਮਦੀ ਹਾਂ, ਉਹਨਾਂ ਦੇ ਮਸੀਹ ਇਸਲਾਮ ਦੀ ਤਾਲੀਮ ਨੂੰ ਮੰਨਣਾ ਵਾਂ ਤੇ ਮੈਂ ਵੀ ਉਹਨਾਂ ਦੀ ਗੱਲ ਦੀ ਤਈਦ ਕਰਨ ਡਿਆ ਵਾਂ। ਮੈਨੂੰ ਅੱਲਾਹ ਨੇ ਗੱਲ ਸਮਝਾਈ ਹੈ, ਜਿਹੜੀ ਚੀਜ਼ ਅੱਲਾਹ ਤਾਲਾ ਵਕਤ ਦੇ ਹਿਸਾਬ ਨਾਲ ਖੋਲਦਾ ਹੋਵੇ। ਅਸੀਂ ਕੌਣ ਹੁੰਨੇ ਅੱਲਾਹ ਦੀਆਂ ਗੱਲਾਂ ਦੇ ਉੱਤੇ ਇਤਰਾਜ਼ ਕਰਨ ਵਾਲੇ ਭਾਈ? ਹੁਸੈਨੀ ਸਾਹਿਬ, ਇਤਰਾਜ਼ ਹੁਸੈਨੀ ਕਾਫਰ ਬਣ ਸਾਹਿਬ, ਜਾਏਗਾ। ਇਹ ਦੁਨੀਆ ਦੀ ਵਾਹਿਦ ਉਮਤ ਜੇ ਜਿਨ੍ਹਾਂ ਨੂੰ ਆਪਣੇ ਨਬੀ ਤੋਂ ਜ਼ਿਆਦਾ ਪਤਾ ਹੈ। ਆਪ ਸੱਲੱਲਾਹੁ ਅਲੈਹਿ ਵਸੱਲਮ ਦੇ ਦੌਰ ਦੇ ਵਿੱਚ ਤਰੱਕੀਆਂ ਹੋਈਆਂ ਸਨ। ਅਲੀ ਅਕਬਰ ਇੱਕ ਵਾਰੀ ਫੇਰ ਮੇਰੇ ਸਵਾਲ ਦਾ ਜਵਾਬ ਦਿਓ। ਪਹਿਲਾਂ ਨਬੀ ਜਿਹੜੇ ਆਏ ਨੇ ਜਿਹੜੀ ਉਮਤ ਨੇ ਤਰੱਕੀਆਂ ਹੋਈਆਂ ਨੇ। ਅਲੀ ਅਕ ਸਾਹਿਬ, ਇਹ ਤੁਸੀਂ ਹੈਗੇ ਹੋ ਜਿਨ੍ਹਾਂ ਨੇ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੂੰ ਨੂਰ ਕਿਹਾ ਹੈ। ਤੁਸੀਂ ਨੂਰ ਕਹਿੰਦੇ ਹੋ ਤੁਸੀਂ। ਇੱਕ ਮਿੰਟ ਅਬਦੁੱਲਾ ਭਾਈ, ਅਲੀ ਅਕਬਰ ਇੱਕ ਵਾਰੀ ਫੇਰ ਯਾਰ, ਇੱਕ ਵਾਰੀ ਫੇਰ ਇਹ ਤੁਸੀਂ ਹੈਗੇ ਹੋ ਜਿਨ੍ਹਾਂ ਨੇ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੂੰ ਉਹਨਾਂ ਦੇ ਦਾਅਵੇ ਤੋਂ ਵੱਧ ਤੁਸੀਂ ਬਣਾ ਦਿੱਤਾ ਹੈ। ਉਹ ਤੁਹਾਡੀ ਗੱਲ ਕਰਨਾ ਪਿਆ ਵਾ ਟਰੂਸੀਕਰ ਸਾਹਿਬ, ਸੁਣੋ। ਤੁਹਾਡੀ ਗੱਲ ਵੀ ਹੋ ਰਹੀ ਏ, ਤੁਹਾਡੇ ਤੇ ਵੀ ਜਾ ਰਹੀ ਹੈ ਅਸੀਂ ਗੱਲ। ਤੋਬਾ ਅਸਤਗਫਿਰullah ਅਸੀਂ ਤੇ ਕਹਿੰਦੇ ਹੀ ਨਹੀਂ। ਤੁਸੀਂ ਅਸੀਂ ਤੇ ਆਪਣੇ ਨਬੀ ਦੇ ਇਤਨੇ ਜੇ ਗੁਲਾਮਾਂ ਜੋ ਗੁਲਾਮ ਅਸੀਂ ਤੇ ਉਹਨਾਂ ਦੇ ਕੋਈ ਨਹੀਂ ਪੈਰਾਂ ਦੀ ਗੁਲਾਮ। ਖਾਕ ਵਰਗੇ ਵੀ ਨਹੀਂ। ਤੁਸੀਂ ਕੋਈ ਗੁਲਾਮ ਨਹੀਂ, ਨਾਫਰਮਾਨੋ ਰੱਜ ਕੇ। ਉਹਨਾਂ ਨੇ ਆਖਿਆ ਝੂਠ ਮਤ ਬੋਲੋ, ਤੁਸੀਂ ਉਹਨਾਂ ਝੂਠ ਬੋਲਦੇ ਹੋ ਰੱਜ ਕੇ। ਸਿਰਫ ਗੁਲਾਮ ਜਿਹੜੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਹੈਗੇ ਨੇ ਨਾ, ਉਹ ਅਸੀਂ ਹੈਗੇ ਆ, ਕਿਉਂਕਿ ਸਿਰਫ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਮੁਸਲਿਮ ਰਹਿਣ ਵਾਸਤੇ ਅਸੀਂ ਕੁਰਬਾਨੀ ਦੇ ਰਹੇ ਹਾਂ। ਅਲੀ ਅਕਬਰ ਇੱਕ ਵਾਰੀ ਫੇਰ ਯਾਰ, ਇੱਕ ਵਾਰੀ ਫੇਰ ਮੈਂ ਕਹਿ ਰਿਹਾ ਵਾਂ, ਅਲੀ ਹੱਕ ਦੀ ਸੱਚਾਈ ਨਜ਼ਰ ਆਏਗੀ ਨਾ ਸਾਹਮਣੇ, ਦੁਨੀਆ ਦੀ ਵਾਹਿਦ ਉਮਤ ਉਨੀ ਗੱਲਾਂ ਤੇ ਆ ਜਾਏਗਾ। ਜਿਨ੍ਹਾਂ ਨੂੰ ਆਪਣੇ ਨਬੀ ਤੋਂ ਵੱਧ ਕੇ ਪਤਾ ਹੈ। ਤੂੰ ਬਣਾਇਆ ਵੱਧ ਕੇ ਕੀ ਬਿਆਨ ਕੀਤਾ ਤੁਸੀਂ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਉਹਨਾਂ ਦੇ ਦਾਅਵਿਆਂ ਤੋਂ ਵੱਧ ਕੇ ਬਣਾ ਕੇ ਨੂਰ ਬਣਾ ਦਿੱਤਾ ਜਾਏ ਕਿ ਉਹ ਹਾਜ਼ਰ ਨਾਜ਼ਰ ਨੇ। ਇਹ ਤੁਸੀਂ ਬਣਾਇਆ ਹੈ। ਵੈਸੇ ਸਾਨੂੰ ਨਹੀਂ ਪਤਾ। ਅਲਹਮਦੁਲਿਲਾ ਅਸੀਂ ਮੰਨਦੇ ਅੱਲਾਹ ਹਾਂ, ਨੇ ਗੱਲ ਅਸੀਂ ਮੰਨਦੇ ਹਾਂ, ਅਸੀਂ ਨਬੀ ਨੂੰ ਨੂਰ ਵੀ ਮੰਨਦੇ ਹਾਂ, ਬਸ਼ਰ ਵੀ ਮੰਨਦੇ ਹਾਂ, ਅਸੀਂ ਨਬੀ ਨੂੰ ਹਾਜ਼ਰ ਨਾਜ਼ਰ ਮੰਨਦੇ ਹਾਂ। ਜਿਸ ਚੀਜ਼ ਤੋਂ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਮਨਾ ਕੀਤਾ ਸੀ, ਉਹੀ ਸ਼ਿਰਕ ਚ ਤੁਸੀਂ ਪੈ ਗਏ ਹੋ। ਕਿਸ ਗੱਲ ਤੋਂ ਮਨਾ ਕੀਤਾ ਸੀ? ਉਹ ਸਿਕਰ ਸਾਹਿਬ, ਉਹ ਬੈਸ ਹੀ ਨਹੀਂ ਜਿੱਧਰ ਤੁਸੀਂ ਮੋੜ ਦਿਓ ਪਏ। ਇਹ ਹੋਰ ਇਮਾਮ ਮਹਦੀ ਅਲੈਹਿਸਲਾਮ ਪਰ ਸਭ ਕੋਈ ਜਵਾਬ ਕੋਈ ਨਹੀਂ ਨਾ, ਤੇ ਉਹ ਹੈ ਨਹੀਂ ਦਾਅਵੇ ਕਰਦਾ ਫਿਰਦਾ ਮੂੰਹ ਚੁੱਕ ਕੇ, ਆਪ ਹੀ ਉਹੀ ਹਰਕਤਾਂ ਕਰ ਰਿਹਾ। ਨਹੀਂ ਉਹ ਖੇਲ ਤਮਾਸ਼ਾ ਸਮਝਦੇ ਨੇ, ਹਾਲਾਂਕਿ ਇੱਕ ਬੰਦੇ ਨੇ ਆਪ ਹੀ ਜਿਹੜਾ ਹਾਲਤ ਉਹਨਾਂ ਦੀ ਉਹੋ ਜਿਹੀ ਹੈਗੀ ਏ। ਇਹੋ ਜਿਹੇ ਇਹਨਾਂ ਨੇ ਦਾਅਵੇ ਕਰ ਦਿੱਤੇ ਨੇ ਜੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਜਿਹੜਾ ਦਾਅਵਾ ਹੀ ਨਹੀਂ ਸੀ ਕੀਤਾ, ਇਹ ਗੱਲਾਂ ਸਾਨੂੰ ਕਰ ਰਿਹਾ। ਨਹੀਂ ਬਾਤ ਚੀਜ਼ਾਂ ਨੂੰ ਹੁਣ ਅਲੀ ਆ ਕੇ ਇੱਕ ਵਾਰੀ ਆਖਰੀ ਦਫਾ ਬਸ ਹੱਸੀ ਨਹੀਂ ਰੁਕਣੀ, ਯਕੀਨ ਕਰੋ। ਦੀ ਮਾਇਦ ਉਮਤ ਜਿਹਨੂੰ ਨਬੀ ਨੇ ਥੋੜੇ ਦਿਨ ਠਹਿਰ ਜਾਓ, ਟਰੂਸੀਕਰ ਨੇ ਵੀ ਕਰਨਾ ਜੇ ਨਬੀ ਦਾ ਦਾਵਾ। ਇਹ ਅਲੀ ਅਕਬਾਈ ਆਪ ਸੱਲੱਲਾਹੁ ਅਲੈਹਿ ਵਸੱਲਮ ਫਰਮਾ ਗਏ ਨੇ ਕਿ ਮੇਰੀ ਉਮਤ ਜਦੋਂ ਉਹਦੀ ਹਾਲਤ ਹੋਵੇਗੀ ਨਾ, ਉਹ ਫਿਰ ਆਪਣੇ ਨਬੀ ਦੀ ਗੱਲ ਨਹੀਂ ਮੰਨਣਗੇ। ਉਹ ਫਿਰ ਬਨੀ ਇਸਰਾਈਲ ਦੇ ਨਾਲ ਉਹਨਾਂ ਨੂੰ ਤਸ਼ਬੀਹ ਦਿੱਤੀ ਗਈ ਹੈ ਕਿ ਉਹ ਆਪਣੇ ਅਸਲ ਇਸਲਾਮ ਤੋਂ ਹਟ ਜਾਣਗੇ। मौलवी साहब मिर्जा साहब खुद फरमा रहे हैं, ट्रुथ तुम्हारे सामने बैठ के तुम्हारे अंदर से इतना ईमान सलब कर लिया गया, तुम्हारे सामने बैठकर चीमा साहब ने मिर्जा साहब की गुस्ताखी की है। यार क्यों आप इंस्टिगेट कर रहे हैं ट्रुथ को? एक मिनट अब्दुल्ला भाई, मौलवी साहब अस्सलाम नहीं, वो हमारे पीछे पड़ गए हैं ना, जब के
नहीं अब्दुल्ला ईमान भाई सलब मौलवी कर लिया साहब गया से ना, उनको बात पता ही करने दें यार जरा नहीं, या एक मिनट। पता भी है तो वो अपने नहीं। बेटी भाई को बचाने के लिए हमारे पीछे पड़ गए। नहीं, उन्होंने ऐसी बात ही नहीं की। वो चीमा साहब ने, आप उनके ऊपर इल्जाम ना लगाए। चीमा साहब ने साफ कहा है कि नहीं, मुझे उन्होंने मिर्जा ऐसी साहब बात से नहीं ज्यादा पता है। नहीं, उन्होंने ये अल्लाह बात को नहीं की, अगर उनको जो ज़्यादा इंसान पता है। अल्लाह को मानता देखें ना, है अपनी तरफ से ऐड तो ना वो करें अल्लाह यार। की बात को मानेगा कि इंसान की बात को मानेगा? आज बड़ा इंसान तो इंसान है ना। मुकाफाते अमल मिर्जा साहब कहते थे ना कि कुरान के मुआरिफ रसूलुल्लाह सल्लल्लाहु अलैहि वसल्लम पर भी नहीं खोले गए जो मुझ पर खोले गए। आज MSR चीमा साहब कह रहे हैं कि कुरान के मुआरिफ जो मिर्जा साहब पर नहीं खोले गए थे वो मुझ पर खोले गए हैं। इसको कहते हैं मुकाफाते अमल। नहीं, मैं ये नहीं कह रहा मिर्जा साहब के घर नहीं खोले गए, अल्लाह ताला ने उनके ऊपर भी खोले हैं। बेटा ये चीमा साहब बहुत सारी बातें नीचे समझने वाले समझ आते हैं। अल्लाह गलत ताला बयानी कर रहे हैं, खोलेगा, उसको कोई जैसी नहीं रोक बात नहीं सकता। लिखी हुई, आप- बात जो आप लिखी है लोगों वो के बयान। और पास राशिद ईमान साहब नहीं है। ये आपको बातें नहीं समझ आती। आप लोगों के पास हमें बहुत आपके आदमी सामने है, मैं वो मिर्जा सब कुछ साहब पड़ा हुआ है, ये मिर्जा साहब की तहरीर नबी करीम रखूंगा, ने आप आपको नहीं बताया। उस तहरीर को अपने लफ्जों में बयान कर दें, मैं बोलूंगा आपको उर्दू आती है। उर्दू का उर्दू में तर्जुमा कर दे। बहुत आला। ਅੱਜ ਮੀਆਂ ਸਾਹਿਬ ਦੀ ਬਰਾੜ ਤੇ ਨਾ ਅੱਜ ਮੀਆਂ ਹਾਂਜੀ। ਸਾਹਿਬ ਦੀ ਬਰਾੜ ਤੇ ਨਾ ਆਪਣੇ ਜਿਹੜੇ ਫੇਵਰਿਟ 49 ਨਹੀਂ ਮੀਆਂ ਸਾਹਿਬ ਜਾ ਅੱਜ ਉਹਨਾਂ ਦੀ ਬਰਾੜ ਤੇ ਇਹਨਾਂ ਦਾ ਅਫੀਸ਼ੀਅਲ ਕੋਈ ਹਾਈ ਲੈਵਲ ਦਾ ਬੰਦਾ ਆ ਗਿਆ ਨਾ। ਅੱਛਾ ਉਹਨੇ ਕਿਹਾ ਜੀ ਇਹ ਟਿਕਟਾਕ ਉੱਤੇ ਕੀ ਹੋ ਰਿਹਾ, ਗਾਲਾਂ ਲੋਚਾਂ ਹੋ ਰਹੀਆਂ ਨੇ, ਇਹ ਉਹ ਕੀ ਤਮਾਸ਼ਾ ਲੱਗਾ ਹੋਇਆ ਹੈ। ਵਾਕਈ ਤੇ ਇੱਕ ਛੋਟੀ ਜੀ ਕਿਸੇ ਨੇ ਗੱਲ ਕੀਤੀ ਨਾ ਤੇ ਕਹਿੰਦਾ ਯਾਰ ਇਹ ਗੱਲ ਤੇ ਕੋਈ ਅਹਿਮਦੀ ਬੰਦਾ ਕਰ ਹੀ ਨਹੀਂ ਸਕਦਾ। ਮੈਂ ਉਹਨਾਂ ਦਾ ਹੁਣ ਨੰਬਰ ਹਾਸਲ ਕੀਤਾ ਹੈ, ਮੇਰੇ ਕੋਲ ਨਾ ਕੋਈ 200 ਤੋਂ ਉੱਤੇ ਵੀਡੀਓਜ਼ ਪਈਆਂ ਨੇ ਜਿਨ੍ਹਾਂ ਵਿੱਚ ਡਾਇਰੈਕਟ ਨਬੀਆਂ ਨੂੰ ਗਾਲਾਂ ਕੱਢੀਆਂ ਗਈਆਂ, ਅੱਲਾਹ ਤਾਲਾ ਦੀ ਜ਼ਾਤ ਦਾ ਤਮਸਖਰ ਉਡਾਇਆ ਗਿਆ, ਨਬੀਆਂ ਦਾ, ਹਮਾਤੁਲ ਮੋਮਿਨੀਨ ਦਾ, ਹਜ਼ਰਤ ਆਇਸ਼ਾ ਰਜ਼ੀ ਅੱਲਾਹ ਤਾਲਾ ਅਨਹੂ ਦਾ ਮਜ਼ਾਕ ਉਡਾਇਆ ਗਿਆ, ਠੀਕ ਹੈ, ਔਰ ਉਹਨਾਂ ਦੀ ਤੋਹੀਨ ਕੀਤੀ ਗਈ। ਵੀਡੀਓ ਇਹ ਕਿਹਦੀਆਂ ਜੇ ਵੀਡੀਓ ਇਹ ਜਿਹੜੀਆਂ ਉਹ ਅਲੀ ਬਿਨ ਮੁਹੰਮਦ ਜਾਂ ਜਿਹੜੇ ਸ਼ੀਆਂ ਦੀਆਂ ਬਰਾਡਾਂ ਨੇ ਉਹਨਾਂ ਦੀਆਂ ਇਕੱਠੀਆਂ ਕੀਤੀਆਂ ਜੇ ਜਾਂ ਨਹੀਂ ਇਹ ਤੁਹਾਡੇ ਕਾਦੀਆਨੀ ਮਰਜ਼ਈ ਭਰਾਵਾਂ ਦੀਆਂ ਜੇ ਖੈਰ ਨਾਲ ਤੁਹਾਡੀਆਂ ਨੇ। ਯਾਰ ਅਲੀ ਗੱਲ ਤੇ ਕਰਨ ਦਿਆ ਕਰੋ ਨਾ ਭਾਈ, ਕਾਲੂ ਤੇ ਤੁਸੀਂ ਉਹ ਮੈਂ ਤੁਹਾਡੀ ਜਿਹੜਾ ਹੈ ਗੱਲ ਰੋਕਣਾ ਆਪਣਾ ਪਿਆ। ਅੱਛਾ, ਜਾਂ ਤੁਹਾਡੇ ਕੋਲ ਹੋਣੀਆਂ ਨੇ ਆਮਰ ਨਜ਼ੀਰ ਸਾਹਿਬ ਦੀ ਜਾਂ ਉਹ ਕੀ ਆਮਿਰ ਨਾਮ ਨਜ਼ੀਰ ਹੈ, ਸਾਹਿਬ ਕਦੇ ਗੁਸਤਾਖੀ ਕਰ ਸਕਦੇ ਸੈਯਦ ਬਸ਼ਰ ਰਜ਼ਾ ਕਾਦਰੀ ਸਾਹਿਬ ਦੇ ਜਿਹੜੇ ਕੇਲਿਆਂ ਦੀ ਮਿਸਾਲਾਂ ਦਿੰਦੇ ਨੇ, ਤੇ ਮੇਰਾ ਹਾਲੇ ਸਾਰੀਆਂ ਇਹ ਵੀਡੀਓ ਇਕੱਠੀਆਂ ਕੀਤੀਆਂ ਹੋਣੀਆਂ ਨੇ। ਹੋਰ ਕੋਈ ਮੌਲਵੀ ਸਾਹਿਬ ਟਾਈਮ ਆ ਗਿਆ, ਉਧਰ ਨਾਦਰ ਮਿਰਜ਼ਾ ਨਾਦਰ ਮੁਰੱਬੀ ਨਹੀਂ ਹੈ ਜਿਹੜਾ ਪਰਾਂ ਬਰਾੜ ਲਾਂਦਾ, ਉਹਨੂੰ ਵੀ ਬੁਲਾਇਆ ਹੈ ਇੰਗਲੈਂਡ। ਅੱਛਾ, ਮੈਨੂੰ ਦੱਸੋ ਇਹ ਕੌਣ ਸੀ ਬੰਦਾ ਅਫੀਸ਼ੀਅਲ, ਪਹਿਲਾਂ ਮੈਨੂੰ ਉਹਦੇ ਅਫੀਸ਼ੀਅਲ ਦੇ ਬਾਰੇ ਦੱਸੋ। ਹਾਂ ਕੋਈ ਮੰਸੂਰ ਮੁਰੱਬੀ ਸਾਹਿਬ ਨੇ 41 ਸਾਲ उन्होंने ਕੀ ਨਾਮ ਹੈ? ਅਲ ਮਨਸੂਰ। अल नासर के नाम की आईडी है उनकी, अल नासर के नाम से। अच्छा, और उन्होंने आवाज तारीफ सुनावा करवाया तो कि वो ऑफिशियल है? पहचान जाओगे। नहीं, उन्होंने कोई तारीफ करवाया वो ऑफिशियल? हाँ, उन्होंने कहा जी कि मैनू मियाँ साहब ने बुलाया ਤੇ ਮੈਂ ਜਿਹੜਾ ਨਾ ਅਫੀਸ਼ੀਅਲੀ ਤੌਰ ਤੇ ਇੱਥੇ ਆਇਆ ਵਾਂ ਤੇ ਬਸ ਫਿਰ ਉਹ ਬੰਦ ਕਰਾਏਗਾ ਟਿਕਟੌਕ ਐਮਡੀਆਂ ਦੀ ਜੇ ਅਗਰ ਅਫੀਸ਼ੀਅਲ ਕੋ ਹੋਇਆ ਤੇ। ਹਾਂ, ਉਹ ਟਿਕਟੌਕ ਉਹ ਬੰਦ ਕੇ ਕਰਾਏਗਾ। ਉਹ ਮੀਆਂ 49 ਸਾਹਿਬ ਉਹ ਗੱਲ ਕਰ ਰਹੇ ਸਨ ਤੇ ਥੱਲੂ ਉਹ ਚੜ ਗਿਆ ਸੈਫੀ, ਉਹ ਜਨਾਬ ਅਲੀ ਸਿੱਧਾ ਮੀਆਂ ਸਾਹਿਬ ਤੇ ਚੜ ਗਿਆ ਤੇ ਤਾਹਿਰ ਅਮਜਦ ਸਾਹਿਬ ਤੇ। क्यों? ये ताहिर अमजद साहब गलत बयानियाँ करते हैं, इन्होंने बहुत गलत बातें की हैं, ये तो मिर्ज़ा साहब को नबी नहीं मानते, एक नया कॉन्सेप्ट यहाँ पे ला के ये लोगों को तालीम दे रहे हैं। मेरे पास इनकी 3 घंटे की रिकॉर्डिंगें मौजूद हैं। उन्हें कहा तू इस तरह कर ना, जरा अपना ना पता लिखा कि तू कित्थे दा है ते सवेरे मैं तेनू राबता करदा तेरे नाल। फिर उन्हें ना पता लिखाया, कनेडा का कोई एड्रैस सी ना, ਉਹਨੇ ਕਿਹਾ ਜੀ ਇਹ ਮੇਰਾ ਨਾਂ ਪਤਾ ਜੋ ਕਰਨਾ ਤੇ ਕਰ ਲਓ, ਫਿਰ ਸਵੇਰੇ ਮੈਂ ਵੀ ਆ ਜਾਣਾ, ਤੁਸੀਂ ਵੀ ਆ ਜਾਓ। ਨਹੀਂ, ਅਫੀਸ਼ੀਅਲ ਜਿਹੜਾ ਸਾਡੀ ਐਸ ਬਰਾਡ ਤੇ ਕੋਈ ਨਹੀਂ ਆਉਣ ਲੱਗਾ ਕਿਉਂਕਿ ਅਸੀਂ ਅਨਅਫੀਸ਼ੀਅਲ ਆ ਸਾਰੇ ਹੀ। ਬਹਰਹਾਲ ਉਹ ਤੇ ਇਸ ਤਰ੍ਹਾਂ ਹੀ ਕਹਿ ਰਿਹਾ ਸੀ, ਹੁਣ ਪਤਾ ਨਹੀਂ ਝੂਠ ਬੋਲ ਰਿਹਾ ਸੱਚ ਬੋਲ ਰਿਹਾ, ਲੇਕਿਨ ਉਹ ਬੰਦਾ ਕੋਈ ਪਹਿਲੀ ਵਾਰੀ ਦੇਖਿਆ, ਪਹਿਲੇ ਕਦੀ ਨਹੀਂ ਆਇਆ। ਤੇ ਉਹ ਮੀਆਂ ਸਾਹਿਬ ਵੀ ਉਸ ਨੂੰ ਲੈ ਕੇ ਟਰੂਥ ਸੀਕਰ ਵੀ ਤੁਸੀਂ ਬੈਠਾ ਸੀ, ਉਹਦੇ ਕੋਲ ਪੁੱਛ ਲਓ। ਟਰੂਥ ਸੀਕਰ ਸਾਹਿਬ ਤੁਸੀਂ ਉਹ ਜਾਣਦੇ ਹੋ? नबी साहब थे, हाँ, तो तकरीबन 41 साल हो गए उनको एज ए मुरब्बी के तौर पे। अच्छा करते जी, फिर तो काफ़ी सीनियर मुरब्बी हैं। नासिर साहब नाम था उनका। बस फिर ये ना एहतियात ही करो, पाबंदी लग जानी जे तुहाडे ते।
ਇਹ ਟਿਕਟੌਕ ਤੇ ਜਿਹੜਾ ਨਾ وہ خود بھی ملک صاحب ایک ویڈیو تو سینڈ کی تھی وہ تے سنایو مولوی صاحب نو. آپ کے جو مربیان ہیں نا مولوی صاحب، انہوں نے ادھر بتایا ہے کہ وہ خود وزٹ کر کے گئے ہیں، کون سی آئی ڈی سے آئے ہیں، کس نام سے آئے ہیں، کوئی پتہ نہیں، انہوں نے دیکھا ہے، خود دیکھا ہے. جو الفاظ انہوں نے بولے ہیں ادھر، بے شک یہ ٹروتھ سیکر کو پوچھ لیں، ایسی ہی بات ہوئی ہے. انہوں نے کہا کہ میں نے خود دیکھا ہے ہمارے احمدی بھائیوں کو قرآن پڑھنا نہیں آتا اور یہ گالیاں دے رہے ہیں لوگوں کو. ایسی مرزا صاحب کی تعلیم، جماعت کی تعلیم انہوں نے پھیلانی ہے. تو وہ کہہ رہے تھے کہ خود انہوں نے دیکھا ہے، پھر میں نے ایکشن لیا ہے. 2 بندوں کے نام باقاعدہ طور پہ دیے گئے ہیں، لیکن انہوں نے وہ آن نہیں کیے. وہ کہتے ہیں میں ان کو چھپا لوں گا، ان کو سمجھاؤں گا، ان کے جو وہ جدھر رہتے ہیں ان کے امیر کو یہ ان لوگوں کے نام بھیجوں گا اور ان کو پیار سے سمجھانا چاہیے کہ یہ ایسے نہ کریں. اگر آپ کو قرآن پڑھنا نہیں آتا پہلے سیکھیں اس کو، پھر بات کریں آ کے. یہ دیکھو نا، یہ ان کی آواز ہے، میں آپ کو سناتا ہوں. پھر وہی بات آپ سن نہیں رہے، سمجھ نہیں رہے. ناصر صاحب کئی دفعہ موقع کے اوپر اتنا جواب دینا چاہیے جتنا اسلام میں جائز ہے کہ نہیں. میری بات سنیں، بالکل نہیں. کیوں نہیں؟ اسلام میں یہ ہے کہ اگر آپ پہ جتنا ظلم ہوتا ہے اتنا ظلم آپ کر سکتے ہیں اور معاف کر دیں تو بہت اچھی بات ہے. کیا اسلام میں نہیں؟ میں خود ایک مربی کا بیٹا ہوں. مجھے بتائیں کہ مسیح موعود علیہ ایک واقعہ آپ نے اپنی طائف کا سنا دیا، کیا ہزاروں واقعہ دوسرے نہیں کہ جہاں پہ صحابہ اکرام نے غصہ کیا ہے؟ مجھے یہ بتائیں کہ حضرت اس زمانے کا دیکھ لیں، حضرت مسیح موعود علیہ السلام کو بھرے ہوئے باکس آپ کے گالیوں کے خطوط آتے ہاں، تو ان کے مقابلے میں حضرت مسیح موعود نے نہیں ان کو گالیاں دی کئی موقع کے اوپر. کہاں گالیاں دی؟ وہ تھوڑا بھلا ہی ہوئے، وہ تھوڑا بھلا ہی ہوئے. دوسرا کہڑا بندہ سوال کر رہا اچھا اے رحیل ہے، مولوی صاحب رحیل ہے، وہ کہندا ہے کہ میرا والد بھی مربی ہے، میں پتہ نہیں صدر لجنہ تے صدر پتہ نہیں کی رہا. وہ کہہ رہے ہیں کہ یار مرزا انہوں صاحب نے نصر صاحب نے ایس براڑ تے لیاؤ، یار نصر صاحب نے کل ایس براڑ تے لیاؤ. ਇਹ ਤੇ ਫੇਵਰਿਟ 49 ਸਾਹਿਬ ਹੀ ਲੈ ਕੇ ਆ ਸਕਦੇ ਨੇ, ਲੇਕਿਨ ਬੜੀ ਅੱਛੀ ਗੱਲਬਾਤ ਉਹ ਕਰ ਰਹੇ ਸਨ. خود ਇਹ ਅਸਲ ਪਤਾ ਕੀ ਹੋਇਆ ਮੌਲਵੀ بڑے ਸਾਹਿਬ, عرصے دا کہہ رہا ہے کہ میں ٹک ٹاک بند کرا دینی ہے. خود آخر کرا کرا کے کہ ਸਾਡੇ ਕੋਲ ਟੈਲੀਫੋਨ ਨੰਬਰ ਹੈ ਤੇ ਜੇ ਟੈਲੀਫੋਨ ਨੰਬਰ ਹੈ ਮੌਲਵੀ ਤਾਂ ਸਾਹਿਬ ਸਾਨੂੰ ਦੱਸੋ, ਨਹੀਂ ਤੇ ਇੱਥੇ ਲੈ ਕੇ ਆਓ ਇਹਨਾਂ ਨੂੰ ਐਸ ਬਰਾੜ ਤੇ. ਮੌਲਵੀ ਸਾਹਿਬ ਮੈਂ ਤੁਹਾਨੂੰ ਦੱਸਣਾ ਗੱਲ ਕੀ ਹੋਈ ਹੈ, ਤੁਹਾਨੂੰ ਮੈਂ ਸੱਚੀ ਸਾਰੀ ਗੱਲ ਦੱਸਾਂ ਨਾ. ਅਸਲ ਰੋਲਾ ਪੈਦਾ ਹੋਇਆ ਹੈ ਸਭ ਤੋਂ ਜ਼ਿਆਦਾ ਜਿਹੜਾ ਇੱਥੇ ਮੀਰ ਲਤੀਫ ਸਾਹਿਬ ਨੇ ਗਾਲਾਂ ਕੱਢੀਆਂ. ਤੁਸੀਂ ਇੱਥੇ ਮੌਜੂਦ ਹੋ, ਠੀਕ ਹੈ. ਉਸ ਤੋਂ ਬਾਅਦ ਹੋਇਆ ਇਸ ਤਰੀਕੇ ਦੇ ਨਾਲ ਕਿ ਮੈਨੂੰ ਤੁਹਾਡੀ ਜਮਾਤ ਦੇ ਇੱਕ ਤੁਹਾਡੇ ਕਰੀਬੀ ਸਾਥੀ ਦਾ ਪਹਿਲੇ ਇੱਕ ਫੋਨ ਆਇਆ. ਉਸਨੇ ਮੈਨੂੰ ਕਿਹਾ ਇਹ ਮੈਂ ਕਨਫਰਮ ਕਰਨਾ ਕਿ ਇਹ ਤੇਰਾ ਨੰਬਰ ਹੈ. ਮੈਂ ਕਿਹਾ ਹਾਂ ਜੀ. ਮਤਲਬ ਇਸ ਤਰ੍ਹਾਂ ਮਤਲਬ ਤੁਹਾਡੇ ਕਰੀਬੀ ਕੁਝ ਲੋਕਾਂ ਨੇ ਮੈਨੂੰ ਕਾਲਾਂ ਆਈਆਂ, ਮੈਂ ਨਾਂ ਨਹੀਂ ਲਵਾਂਗਾ, ਠੀਕ ਹੈ. ਮੈਂ ਕਿਹਾ ਹਾਂ ਜੀ ਇਹ ਮੇਰਾ ਹੀ ਨੰਬਰ ਹੈ, ਕਿਉਂ ਖੈਰ ਹੈ? ਮੈਂ ਤਾਂ ਹੈਰਾਨ ਹੋ ਗਿਆ ਸੁਣ ਕੇ. ਕਹਿੰਦੇ ਕੋਈ ਨਹੀਂ. ਫਿਰ ਉਸ ਤੋਂ ਬਾਅਦ ਮੈਨੂੰ ਕਾਲ ਆਈ ਨੋ ਕਾਲਰ ਆਈ ਡੀ, ਰਾਈਟ. उसने मैंने कहा कि जी आपका नाम कैसर मलिक है. मैं क्या हाँ, उर्दू गल कर रहे थे. कहना मुझे ना एक बात कंफर्म करनी है कि उस दिन आपको बराड़ के ऊपर गालियाँ निकाली गई हैं जमात अहमदिया के बंदे की तरफ से. मैं कह जी पहले तो आप मुझे अपने सही नंबर से कॉल करें, अपना अता पता बताएं, मैं आपको सब कुछ बता दूंगा. कहते नहीं, आप बताएं मुझे, मुझे आपने जो गालियाँ दी मुझे उससे कोई लेना देना नहीं. क्या आपको गालियाँ निकाली गई? मैं कह जी बिल्कुल. कहना बस मैंने यही कंफर्म करना था. हाँ, उसने ये भी किया कि आपके बेटे की तस्वीरें लगाकर आपको गालियाँ निकाली गई. मैं कहा 2 वाक़यात हैं. कहते एक तो वाक़े का मुझे पता है, वो मैंने वीडियो देख ली, आपने भी गालियाँ दी, देखें अच्छी बात नहीं ये वो, लेकिन आपको भी गालियाँ निकाली गई. मैं क्या आप देख लें, अगर पहले मैंने गाली निकाली है मैं अभी जिस प्लेटफॉर्म पे कहेंगे माफ़ी मांगने के लिए तैयार हूँ, लेकिन अगर मुझे कोई पहले गाली निकालेगा या बदतमीज़ी से बात करेगा तो मैं तो पूरा आग्रह तो बदलेगा. कहना बस मैंने यही कहा. ठीक है जी, बंद करता फोन. ये है असल बात. उस तो बाद रोले शुरू होए ने सारे. ਇਹ ਕੰਮ ਸਾਰਾ ਜਿਹੜਾ ਨਾ ਉੱਥੋਂ ਹੀ ਸ਼ੁਰੂ ਹੋਇਆ, ਜਿਹੜਾ ਇਹ 4 ਸਾਲ ਦੇ ਬੱਚੇ ਦੀ ਫੋਟੋਆਂ ਲਾ ਕੇ ਨਾ, ਜਦੋਂ ਮੈਂ ਬਰਾੜ 'ਤੇ ਜਾਣਾ ਨਾ, ਮੇਰਾ ਛੋਟਾ ਜਿਹਾ ਬੱਚਾ 4 ਸਾਲ ਦਾ, ਉਹਦੀ ਫੋਟੋ ਲਾ ਕੇ ਗਾਲਾਂ ਕੱਢਣੇ ਸ਼ੁਰੂ ਕਰ ਦਿੰਦੇ ਨੇ. ਉਸਦੇ ਮੂੰਹ 'ਤੇ ਲਿਖਦੇ ਨੇ ਕਾਫਰ. ਇਹ ਤਾਲੀਮ ਹੈ ਜਮਾਤ ਅਹਿਮਦੀਆ ਦੀ. ਔਰ ਇਹੀ ਗੱਲ ਅੱਜ ਮੀਆਂ ਸਾਹਿਬ ਦੀ ਬਰਾੜ 'ਤੇ ਵੀ ਡਿਸਕਸ ਹੋਈ. ਮੀਆਂ ਸਾਹਿਬ ਨੇ ਮੈਨੂੰ ਬੁਲਾਇਆ ਸੀ, मैं गया. मैं आख्या जी बिल्कुल ऐसे ही है, मेरा 4 साल का बेटा है,
उसकी तस्वीर लगाकर ये लोग गालियाँ निकालते हैं, और मेरे पास सारी वीडियोस मौजूद हैं, भेज देती हमें वीडियो भी सारी है, देख लो भाई। और पता नहीं किसी औरत की फोटो ला के कहते ने कैसर की अम्मी है मेरी अम्मा कि तू आ गया। बहरहाल ये बात जो है नहीं मलक साहब बेटा देखो वो मेरा ये दोस्त। साबित करन मलक साहब इन्होंने आपको साबित करन कि किसी मुसलमान ने किन्नी मुखालफत है फिर भी मरज़इयां दे किसी बच्चे की तस्वीर लाई होवे। ਬੱਚੇ ਦੀ ਤਸਵੀਰ ਨਹੀਂ ਲਾਈ, ਵੱਡਿਆਂ ਦੀ ਲਾਈ ਹੈ, ਔਰਤਾਂ ਦੀ ਲਾਈ ਹੈ, ਜਾਂ ਮਾਫੀ बड़े दी और औरतों की तो सही साहब लगाई है, वो पसंद लगाई। ਬੱਚੇ ਦੀ ਨਹੀਂ ਲਾਣੀ ਇਹਨਾਂ ਦੇ ਚਾਹੀਦੀ, ਔਰਤਾਂ ਦੀ ਕਾਬਰੀਨ- ਲਾਣੇ 'ਚ ਕੋਈ ਹਰਜ ਨਹੀਂ। ਨਹੀਂ ਔਰਤਾਂ ਦੀ ਵੀ ਇਹਨਾਂ ਦੇ ਕਾਬਰੀਨ ਦੀ ਤੇ ਫੋਟੋਆਂ ਲਗਾਈਆਂ ਜਿਸ ਟਾਈਮ ਤੇ ਇਹਨਾਂ ਨੇ ਸ਼ਖਸੀਅਤ ਕੀਤੀ। ਮਲਕ ਕੈਸਰ ਸਾਹਿਬ ਨੂੰ ਮੈਂ ਉਹ ਮਤਲਬ ਇੱਕ ਦੂਸਰੇ ਦੇ ਕਾਬਰੀਨ ਦੀ ਤਸਵੀਰਾਂ ਲਾ ਕੇ ਸ਼ਾਤਮੀਅਤ ਕਰਨਾ ਤੇ ਬਰਾਬਰ ਹੀ ਗੱਲ ਹੈ ਨਾ, ਠੀਕ ਹੀ ਹੈ। ਵਾਦੋ ਜਵਾਬ ਵਿੱਚ ਬੰਦੇ ਦੀ ਬਹਿਸ ਹੋ ਜਾਂਦੀ ਹੈ ਤੇ ਮੈਂ ਨਹੀਂ ਇਸ ਕਿਸਮ ਦੀ ਬਹਿਸ ਵਿੱਚ ਜਾਣਾ ਚਾਹੁੰਦਾ। ਜੀ ਜੀ ਲੇਕਿਨ ਉਸ ਦਿਨ ਜੋ ਵੀ ਐਪੀਸੋਡ ਇੱਥੇ ਚੱਲਿਆ ਵੇ ਹੁਸੈਨੀ ਸਾਹਿਬ ਨਹੀਂ ਸਨ ਮੌਜੂਦ, ਜੀ ਮੈਂ ਤੇ ਥੱਲੇ ਛਾਲ ਮਾਰ ਗਿਆ ਸਾਂ। ਠੀਕ ਹੈ। ਲੇਕਿਨ ਇੱਥੇ ਉਹ ਇਹ ਬਲੇਮ ਕਰਦੇ ਨੇ ਪਏ ਉਹਨਾਂ ਪਹਿਲਾਂ ਗਾਲ ਦਿੱਤੀ, ਉਹਨਾਂ ਪਹਿਲਾਂ ਗਾਲ ਨਹੀਂ ਦਿੱਤੀ। ਉਹ ਰਿਕਾਰਡਿੰਗ ਇਹਨਾਂ ਕੋਲ ਵੀ ਹੋਣੀ ਹੈ। ਉਹ ਇਹਨਾਂ ਯਕਦਮ ਇਹਨਾਂ ਉਹਨੂੰ एक मिनट मलक साहब, एक मिनट मौलवी साहब को बात करने ਤੇ दो। ਮੁਕੰਮਲ ਹੋਣ ਦਿਓ। ਤੇ ਉਸ ਤੋਂ ਦੂਸਰੇ ਦਿਨ ਉੱਥੇ ਕੁਣੀ ਸਨ ਇੱਕ ਬਰਾੜ ਤੇ ਮਲਕ ਤਲਤ ਸਾਹਿਬ ਦੀ ਉੱਥੇ नहीं मौलवी साहब पहले इस ब्राड की बात खत्म कर लेना। मुकम्मल कर दिया करो। अली आक साहब मेरी अगर आपको सबूत दिया जाए कि पहले मीर लतीफ ने गाली दी है, नहीं करनी मेरी गल नहीं आपने देखे ना, अपने भाई को सिर्फ बचा रहे हैं ना, अपनी जमात के भाई को बचा रहे हैं और झूठ बोल रहे हैं, खुदा का खौफ खाएं। ਇਹਦੇ ਬਚਣੇ ਵਾਲੀ ਕਿਹੜੀ ਗੱਲ ਹੈ? ਮੈਨੂੰ ਬਚਾਣੇ फिर भी हक की बात किया करे ना मौलवी साहब, मैं यही बात कहता हूं, हक बोला करें। फिर ਕਰਨ ਦਿਓ ਥੋੜਾ ਜਿਹਾ ਇਤਨਾ ਤਰੀਕਾ ਕਰ ਸਿੱਖ ਲਓ ਕਿ ਬੰਦੇ ਦੀ ਗੱਲ ਮੁਕੰਮਲ ਕਰਨ ਦਿਓ। ਜ਼ਿੰਦਗੀ ਵਿੱਚ ਮਰ ਕੇ ਵੀ ਨਾ ਕਰਨਾ, ਬਹਿਸ ਕਰਨੇ ਦੇ ਮੂਡ ਵਿੱਚ ਆ। दूसरे दिन अगर कोई बंदा कह दे आपको कि हक की बात करो तो वो बहस हो जाती है। ਅੱਛਾ ਦੂਸਰੇ ਦਿਨ ਮਲਕ ਤਲਤ ਸਾਹਿਬ ਦੀ ਬਰਾੜ ਉੱਤੇ ਤੇ ਕੋਨੀ ਸੀ ਮੀਰ ਲਤੀਫ ਸਾਹਿਬ, ਜੋ ਕੁਝ ਉੱਥੇ ਹੋ ਰਿਹਾ ਸੀ, ਜਿਸ ਤਰੀਕੇ ਦੀ ਜ਼ੁਬਾਨ ਇਸਤੇਮਾਲ ਕੀਤੀ ਜਾ ਰਹੀ ਸੀ ਕਾਬਰੀਨ ਦੇ ਬਾਰੇ ਜਾਂ ਉਹਨਾਂ ਦੀਆਂ ਤਸਵੀਰਾਂ ਲਗਾਈਆਂ ਜਾ ਰਹੀਆਂ ਸਨ, ਔਰ ਇਸ ਕਦਰ ਗਲੀਜ਼ ਜ਼ਬਾਨ ਸੀ ਕਿ ਅਨਬਲੀਵੇਬਲ। ਕੋਈ ਵੀ ਬੰਦਾ ਬੇਸ਼ੱਕ ਗਿਆ ਗੁਜ਼ਰਿਆ ਵੀ ਹੋਵੇ ਨਾ, ਮੈਂ ਨਾ ਉਹ ਵੀ ਉਹ ਜ਼ੁਬਾਨ ਨਹੀਂ ਇਸਤੇਮਾਲ ਕਰਨ ਲੱਗਾ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਔਰ ਸਪੈਸ਼ਲੀ ਮਜ਼ਹਬੀ ਗੁਫ਼ਤਗੂ ਦੇ ਵਿੱਚ ਇੰਗੇਜ ਹੈ। ਅਤੇ ਇਹ ਐਕਸਕਿਊਜ਼ ਹੁੰਦੀਆਂ ਨੇ। ਅਤੇ ਮੈਂ ਮੀਰ ਲਤੀਫ ਸਾਹਿਬ ਨੂੰ ਬਿਲਕੁਲ ਡਿਫੈਂਡ ਨਹੀਂ ਕਰਦਾ। ਅਗਰ ਉਹਨਾਂ ਦੀ ਜਗ੍ਹਾ 'ਤੇ ਮੈਂ ਹੁੰਦਾ ਤਾਂ ਮੈਂ ਥੱਲੇ ਲੈ ਜਾਣਾ ਸੀ। ਤਾਂ ਮੇਰਾ ਖਿਆਲ ਹੈ ਬਾਅਦ ਔਕਾਤ ਐਸਾ ਮੌਕਾ ਆ ਜਾਂਦਾ ਹੈ ਕਿ ਬੰਦੇ ਦੀ ਬਸ਼ਰੀ ਕਮਜ਼ੋਰੀ ਦੀ ਵਜ੍ਹਾ ਤੋਂ ਬੰਦਾ ਵਿੱਚ ਉਹ ਕੀ ਕਹਿੰਦੇ ਨੇ ਐਕਸ਼ਨ ਦਾ ਰਿਐਕਸ਼ਨ ਦੇ ਦਿੰਦਾ। ਮੇਰੇ ਨਾਲ ਇੱਕ ਦਫਾ ਇਸ ਤਰ੍ਹਾਂ ਦਾ ਵਾਕਿਆ ਹੋ ਗਿਆ 4 ਸਾਲ ਪਹਿਲਾਂ ਮਲਕ ਨਈਮ ਨਾਲ, ਅਤੇ ਮੈਂ ਉਹ ਜਵਾਬੀ ਗਾਲ ਦਿੱਤੀ ਅਤੇ ਮੈਂ 6 ਮਹੀਨੇ ਵਾਸਤੇ ਛੱਡ ਦਿੱਤੀ ਸੀ ਵਟਸਐਪ ਹੀ ਕਿ ਇਹ ਤਾਂ ਬੰਦਾ ਆਪਣੇ ਅਖਲਾਕ ਤਬਾਹ ਕਰਨ ਦੀ ਕੀ ਜ਼ਰੂਰਤ ਹੈ ਕਿਸੇ ਦੀ ਵਜ੍ਹਾ ਤੋਂ। ਤਾਂ ਮੀਰ ਲਤੀਫ ਸਾਹਿਬ ਨੂੰ ਵੀ ਅਹਿਸਾਸ ਹੋਇਆ ਹੋਣਾ, ਸ਼ਾਇਦ ਉਹ ਇੱਥੇ ਨਾ ਹੁੰਦੇ ਡਾਇਰੈਕਟ ਤੇ ਬਿਲਕੁਲ ਉਹ ਰੱਦੇ-ਅਮਲ ਨਾ ਦਿੰਦੇ। ਲੇਕਿਨ ਤੁਹਾਡੇ ਕੋਲ ਰਿਕਾਰਡਿੰਗ ਹੈ ਤੇ ਤੁਸੀਂ ਪੇਸ਼ ਕਰੋ। हेलो जी, सुनना जरा गौर नाल के पहले गाल कौन काट रहे, ठीक है? नहीं साहब तक कीदा सी गंदा ਮਲਕ ਸਾਹਿਬ ਦਾ ਟਾਇਰਾਇਡ ਖੁੱਲ ਗਿਆ। ਇਸ ਬੰਦੇ ਨੂੰ ਜਦੋਂ ਅਸੀਂ ਦੇਖਦੇ ਆ ਸਾਡਾ ਮੀਟਰ ਸ਼ਾਰਟ ਹੋ ਜਾਂਦਾ ਹੈ। ਅਸੀਂ ਅਹਿਮਦ ਦਿਦਾਰ ਸਾਹਿਬ ਨੂੰ ਬਹੁਤ ਪਸੰਦ ਕਰਦੇ ਆ, ਸਾਡੇ ਬੱਚੇ ਦੀ ਤਕਰੀਰਾਂ ਸੁਣਦੇ ਨੇ। ਇਹਨਾਂ ਨੇ ਕਹਿ ਦਿੱਤਾ ਜਨਾਬ, ਇਹਨਾਂ ਨੇ ਕਹਿ ਦਿੱਤਾ ਜਨਾਬ ਸਾਡੇ ਬੱਚੇ ਸੁਣਦੇ ਨੇ ਅਹਿਮਦ ਦਿਦਾਰ ਸਾਹਿਬ ਦੀ ਤਕਰੀਰਾਂ। ਮੈਂ ਬੋਲਾਂਗਾ ਰਾਈਟ, ਸਾਡੇ ਬੱਚੇ ਸੁਣਦੇ ਨੇ ਨਹੀਂ ਸੁਣਦੇ। ਤੁਸੀਂ ਜਾਣਬੁੱਝ ਕੇ ਸਿਰਫ ਕਰਦੇ ਹੋ, ਐਸਾ ਤੁਹਾਡਾ ਕੰਮ ਨਹੀਂ ਚੱਲਦਾ। अस्सलाम वालेकुम हुसैनी साहब, की हाल है? ठीक हो? ਤੁਹਾਨੂੰ ਇਹ ਹਵਾਲਾ ਦੇਣਾ ਪਏਗਾ ਜਾਂ ਮਾਫੀ ਮੰਗਣੀ ਪਏਗੀ, ਇਸ ਤੋਂ ਇਲਾਵਾ ਦੂਸਰੀ ਕੋਈ ਹਵਾਲਾ ਨਹੀਂ करना पेगा अहमद नजीर साहब ਨੂੰ ਆਪਣੀ ਮੁਸਲਸਲ ਦੁਰਾਗਤ। ਉਹ ਇਹ ਗੱਲ ਨਾ ਕਰੋ, ਬਹੁਤ ਅੱਗੇ ਦੀ ਗੱਲ ਨਾ ਕਰੋ। ਸਾਹਿਬ ਗੱਲ ਸੁਣੋ, ਜੋ ਤੁਸੀਂ ਕਰਨਾ ਕਰ ਲਓ, ਨਾ ਮੈਂ ਹਵਾਲਾ ਦੇਣਾ ਜੀ, ਨਾ ਮੈਂ ਮਾਫੀ ਮੰਗਣੀ। ਮੀਰ ਸਾਹਿਬ ਤੁਸੀਂ ਕਹੋ ਮੈਂ ਝੂਠਾ ਹਾਂ, ਫਿਰ ਤੁਸੀਂ ਕਹੋ ਮੈਂ ਝੂਠਾ ਹਾਂ। ਮੀਰ ਲਤੀਫ ਲਾ ਲਵੋ ਹੈ ਤਾਂ ਕਿ ਸੁਣਿਆ ਕਿ ਅਲਫਾਜ਼ ਯੂਜ਼ ਹੋ ਰਹੇ ਨੇ। ਆਖਿਆ ਨੇ ਉਹਨਾਂ ਕਿ ਜਿੰਨਾ ਮੁੰਡ ਤੱਕ ਜ਼ੋਰ ਲਗਾ ਲਵੋ ਯਾਰ, ਮੁੰਡ ਤੱਕ ਜ਼ੋਰ ਲਾ ਲਵੋ। ਹਾਂਜੀ, ਇਹ ਮੈਂ ਨਹੀਂ ਕਿਹਾ, ਇਹ ਪਹਿਲੇ ਉਹਨਾਂ ਨੇ ਕਿਹਾ। ਲੇਕਿਨ ਇਹਦਾ ਕੀ ਮਤਲਬ ਇਹ ਗਾਲੀ ਹੋਗੀ ਕਿ ਤੁਸੀਂ ਜਿਤਨਾ ਜਿਤਨਾ ਜ਼ੋਰ ਲਗਾਣਾ ਲਗਾ ਲਓ। ਆਪ ਮੌਜੂਦ ਸਨ ਯਾਰ, ਮੌਲਵੀ ਸਾਹਿਬ ਆਪ ਮੌਜੂਦ ਸਨ, ਤਾਹਰ ਅਮਜਦ ਸਾਹਿਬ ਮੌਜੂਦ ਸਨ, ਮੈਂ ਥੱਲੇ ਬੈਠਾ ਸਾਂ। ਹਾਂ ਜੀ,
ਹਾਂ ਤੇ ਤੇ ਮੌਲਵੀ ਬਲੋ ਦਾ ਸਾਹਿਬ ਬੈਡ ਕਹਿੰਦੇ ਗੱਲ ਆ ਕਿੰਨੇ ਕਿ ਸਟਾਰਟ ਕੀਤੀ ਪਹਿਲੇ ਮੀਰ ਗਾਲ ਉਹਨਾਂ ਨੇ ਲਤੀਫ ਸਾਹਿਬ ਕੱਢੀ ਹੈ। ਨੇ ਉਹਨਾਂ ਨੇ ਪਹਿਲੇ ਕਿਹਾ ਅਸੀਂ ਕਿ ਗਾਲ ਕੱਢ ਉਹ ਦੇਵਾਂ ਯਾਰ ਆਮਿਰ ਇੱਕ ਨਜ਼ੀਰ ਬੰਦੇ ਨੇ ਸਾਹਿਬ ਝੂਠਾ ਸਾਡੀ ਕਹਿ ਰਿਹਾ, ਉਹਨੇ ਆਖਿਆ ਜਿਤਨਾ ਜ਼ੋਰ ਲਗਾਣਾ ਜੇ ਲਾ ਤੋੜੀ ਲਓ। ਲਾ ਕੇ ਰੱਖਦੇ ਹਨ। ਆਮਿਰ ਨਜ਼ੀਰ ਸਾਹਿਬ ਨੇ ਤੋੜੀ ਇਹ ਗੱਲ ਕਰਦੇ ਨਾ ਜਿਤਨਾ ਜ਼ੋਰ ਲਾਣਾ ਹੈ ਲਾ ਲਵੋ, ਤਾਂ ਅਸੀਂ ਵੀ ਇਹੀ ਗੱਲ ਕਹਿੰਦੇ ਹਾਂ ਜੀ ਅਸੀਂ ਜ਼ੋਰ ਲਗਾਵਾਂਗੇ, ਲੇਕਿਨ ਉਹ ਵੀ ਕੋਈ ਇਸ ਤਰ੍ਹਾਂ ਦੀ ਮੁੱਢ ਤੱਕ ਜ਼ੋਰ ਲਾਉਣਾ। ਉਹਨਾਂ ਨੇ ਗੰਦਾ ਲਫ਼ਜ਼ ਯੂਜ਼ ਕਰਕੇ ਗਾਲੀ ਵਿੱਚ ਨਹੀਂ ਹੁੰਦਾ। ਉਹਨਾਂ ਨੇ ਗੰਦਾ ਲਫ਼ਜ਼ ਯੂਜ਼ ਕਰਕੇ ਮੈਨੂੰ ਮੁਖਾਤਬ ਕੀਤਾ ਹੈ। ਉਹ ਮੈਂ ਜੀ ਉਹਨਾਂ ਇਹ ਨਾਲ ਮੌਲਵੀ ਬੜੇ ਸਾਹਿਬ ਦੀ ਪਿਆਰ ਨਵੀਂ ਨਾਲ ਸੁਣ ਗੱਲ ਕਰ ਲਵੋ, ਰਹੇ ਸੀ, ਅੱਛੀ ਤਰ੍ਹਾਂ। ਇਹ ਬੁੰਡ ਜਿਹੜੀ ਹੈ ਨਾ ਇਹ ਗਾਲੀ 'ਚ ਨਹੀਂ ਆਉਂਦੀ। ਯਾਰ ਇਸ ਤਰ੍ਹਾਂ ਦਾ ਲਫ਼ਜ਼ ਯੂਜ਼ ਨਾ ਕਰੋ ਅਲੀ ਅਕ ਭਾਈ। ਯਾਰ ਮੌਲਵੀ ਸਾਹਿਬ ਨੇ ਕਿਹਾ ਵੇ, ਚਲੋ ਛੋੜੋ, ਮੈਂ ਆਸਾਨ ਲਫ਼ਜ਼ਾਂ ਦੇ ਵਿੱਚ ਕਹਿ ਦਿੱਤਾ ਹੈ। ਹਾਂਜੀ ਤੁਸੀਂ कसम है हुसैनी सुनो साहब नादर के कह रहे हैं वाला गोश्त वाला मोची सारे के सारे तेरे कसम है। जिस तरह की तेरी जबान है ना गंदी बेगैरत औरत, तुझे शर्म नहीं है? तुझे यहाँ पर इज्जत दे रहे हैं, तुझे शर्म नहीं है? दिस इज रिस्पेक्ट। तुम लोग जमाने की कुतियों हो, तुम लोग कुतियों से बढ़ गई। हजरत मसीह मौद अलैहिस्सलाम ने सही फरमाया, और इनकी औरतें कुतियों से बढ़ गई। ਇਹ ਦੇਖੋ ਨਾ, ਇਹ ਵੀ ਕਹੋ ਹੁਣ ਗਾਲੀ ਨਹੀਂ ਹੈ। ਇਹ ਕਿਹਦੀ ਹੈ ਭਲਾ ਇਹ ਆਵਾਜ਼? ਇੱਕ ਉਹਦੀ ਆਵਾਜ਼ ਨਾਦਰ ਦੀ ਬਣਾ ਕੇ ਇਹ ਬਰਾਤ ਚੱਲਦੀ ਹੈ, ਔਰ ਉਹਦੇ ਚ ਇਸੇ ਤਰ੍ਹਾਂ ਦੀ ਸਾਰੀ ਜ਼ੁਬਾਨ ਇਸਤੇਮਾਲ ਕੀਤੀ ਹੈ। ਨਾਦਰ ਦੀ ਆਵਾਜ਼ ਹੈ, ਓਰੀਜਨਲ ਹੈ। ਸਾਹਿਬ ਮਿਰਜ਼ਾ ਨਾਜ਼ਰ ਮੁਰੱਬੀ ਸਾਹਿਬ ਹੀ ਨੇ, ਇਹ ਓਰੀਜਨਲ ਨਹੀਂ। ਇਹਨਾਂ ਨੂੰ ਕੈਮਰਾ ਖੋਲ ਕੇ ਦਿਖਾ ਦਿਓ, ਇਹਨਾਂ ਨੂੰ ਯਕੀਨ ਹੋ ਜਾਏ। ਨਹੀਂ, ਉਹ ਜਿਹੜੀ ਇੱਕ ਬਰਾਤ ਸੁਬਹ ਚੱਲਦੀ ਹੈ ਰੋਜ਼। नहीं रहने दो, ना बहाना अब्दुल्ला भाई, रहने दो मलक साहब, ना बहाना मौलवी साहब। ਵੀਡੀਓ ਦਿਓ, ਮੈਂ ਤੁਹਾਨੂੰ ਭੇਜ ਦੇਣਾ ਵਾ। ਨਹੀਂ, ਇਹ ਜਿਹੜੀ ਸੁਬਹ ਬਰਾਤ ਚੱਲਦੀ ਹੈ ਇੱਕ ਨਾਦਰ ਦੀ ਆਵਾਜ਼ ਬਣਾ ਕੇ, ਬਿਲਕੁਲ ਬਣਾ ਕੇ ਉਹ ਨਹੀਂ ਹੈ ਉਹ ਨਹੀਂ ਹੈ ਮੌਲਵੀ ਸਾਹਿਬ, ਉਹ ਨਹੀਂ ਹੈ। ਓਰੀਜਨਲ ਨਾਦਰ ਦੀ ਆਵਾਜ਼ ਹੈ। ਮੌਲਵੀ ਸਾਹਿਬ ਕੀ ਕਰਦੇ ਹੋ? ਮੇਰੇ ਸਾਹਿਬ ਤੁਸੀਂ ਸੁਣਦੇ ਹੋ ਕਿ ਮੈਂ ਵੀਡੀਓ ਭੇਜੀ ਹੈ ਮਲਕ ਸਾਹਿਬ, ਕਹਤਾ ਪੂਰੀ ਚਲਾਓ। ਕਸ਼ਮੀਰੀ ਸਾਹਿਬ ਤੁਸੀਂ ਮੌਜੂਦ ਹੋ? कश्मीरी साहब ही लगा तू खोती दे पुत्र है, तू ही तो कह रहा मैं थल्ले उतर जाएगा। और तू खोती दे पुत्रा, तू भी तो वादा कीता है, तू खोती दे पुत्र है, तू खोती दे पुत्र। तो कुरान में कहीं लिखा है कि गालियां दो दूसरों को जाके? ये कहीं भी ये तालीम नहीं दी। ਇਹ ਸਾਰੇ ਇਹ ਵੀ ਕਹੋ ਹੁਣ ਮੀਰ ਸਲੀਮ ਦੀ ਆਵਾਜ਼ ਨਹੀਂ। नहीं, ये तो मैं नहीं कह रहा। ਇਹਦੇ ਤੇ ਲੱਗਦਾ ਕਿ ਸਿਰਫ ਅਹਿਮਦੀ ਹੀ ਗਾਲਾਂ ਕੱਢਦੇ ਨੇ, ਦੂਸਰੇ ਕੋਈ ਵੀ ਗਾਲਾਂ ਨਹੀਂ। लगाओ, पूरी वीडियो लगाया करो ना, पीछे बैकग्राउंड तक की गुफ्तगू हो रही है यार बहुत गंदी है ना। मैं सैनी साहब ਦਾ ਦੇਖ ਰਿਹਾ। ਮੌਲਵੀ ਸਾਹਿਬ ਇਹ ਗੱਲ ਮੰਨ ਲਓ, ਜਿੰਨੇ ਵੀ ਇਹਨਾਂ ਨੇ ਪੇਸ਼ ਕੀਤੇ ਨੇ ਉਹਦੇ ਸਾਰੇ ਅਹਿਮਦੀ ਗਾਲਾਂ ਕੱਢ ਰਹੇ ਨੇ। ਕਦੇ ਕਿਸੇ ਗੈਰ ਅਹਿਮਦੀ ਨੂੰ ਗਾਲ ਕੱਢਦੇ ਸਿੱਖਿਆ ਤੁਸੀਂ? ਮੈਂ ਗੈਰ ਅਹਿਮਦੀ ਦੀ ਗਾਲਾਂ ਵੀ ਲਗਾ ਨਹੀਂ ਹਸੈਨੀ ਸਾਹਿਬ, ਤੁਸੀਂ ਖੁਦ ਕਹਿੰਦੇ ਹੋ ਕਿ ਮੁਸਲਮਾਨ ਗਾਲੀ ਨਹੀਂ ਕੱਢਦਾ। ਮੁਸਲਮਾਨ ਤੇ ਅੱਛਾ ਬੱਚਾ ਕੌਣ? ਅਹਿਮਦੀ। ਇਹ ਦੇਖੋ, ਇਹ ਜਿਹੜਾ ਹੈ ਨਾ, ਇਹ ਸਾਡੀ ਤਰਫੋਂ ਹੈ। ਮੈਂ ਜਿਹੜੀ ਮੇਰੀ ਤਰਫੋਂ ਹੈ ਮੈਂ ਮੰਨਾਂਗਾ। ਗੱਡੀਆਂ ਤੇ ਤੂੰ ਭੈਣ ਚੋਦ ਦਾ ਪੁੱਤਰਾ ਬੰਦ ਕਿਉਂ ਨਹੀਂ ਕੀਤੀ? ਬਰਾੜ ਹਰਾਮਜ਼ਾਦੇ ਦਲੇ ਬੇਗੈਰਤ। ਇਹ ਵਜ੍ਹਾ ਬਣੀ ਜੇ ਸਾਰੇ ਕੰਮ। ਭੈਣ ਚੋਦ ਕੁੱਤੀ ਦਾ ਬੱਚਾ ਤੂੰ ਹੈ, ਤੂੰ ਤਮਾਸ਼ਾ ਕਰਵਾਇਆ। ਇਹ ਵਜ੍ਹਾ ਬਣੀ ਜੇ ਸਾਰੇ ਕੰਮ ਦੀ ਕਿ ਤੁਹਾਡੀ ਟਿਕਟਾਕ ਫਾਰਗ ਹੋਣ ਲੱਗੀ ਜੇ। ਇਹ ਵਜ੍ਹਾ ਸੀ, ਇਹ ਵਜ੍ਹਾ ਬਣੀ ਹੈ ਸਾਰੀ। ਸੈਣੀ ਸਾਹਿਬ ਹਾਂ, ਕੀ ਵਜ੍ਹਾ ਬਣੀ? ਇਹ ਗੱਲ ਜਿਹੜੀ ਹੈ ਨਾ, ਇਹ ਮੇਨ ਵਜ੍ਹਾ ਬਣੀ ਹੈ। ਕਾਦੀ? ਇਹ ਜਿਹੜਾ ਜੋ ਬੰਦਾ ਆਇਆ ਤਾਂ ਸੀ, ਇਹਦੇ ਨਾਲ ਕੀ ਗੱਲ ਹੈ? ਮੈਨੂੰ ਸਮਝ ਨਹੀਂ ਆਈ ਗੱਲ। ਮਤਲਬ ਤੁਹਾਨੂੰ ਕਿਸੇ ਨੇ ਗਾਲਾਂ ਕੱਢੀਆਂ ਨਾ, ਅੱਛਾ, ਤੇ ਇਹ ਵੀਡੀਓ ਚਲੀ ਗਈ ਬਹੁਤ ਉੱਤੇ ਤੱਕ ਕਿ ਹੁਸੈਨੀ ਸਾਹਿਬ, ਇੰਤਾਈ, ਸ਼ਫੀਕ ਔਰ ਮੁਹੱਬਤ ਵਾਲੇ ਇਨਸਾਨ। ਚਲੋ ਮੈਂ ਅਗਰ ਗਾਲੀ ਬਾਤ ਹਾਂ, ਤੁਸੀਂ ਤੇ ਨਹੀਂ ਹੋ ਨਾ, ਤੁਸੀਂ ਤੇ ਕਦੇ ਕਿਸੇ ਨੂੰ ਗਾਲ ਨਹੀਂ ਕੱਢੀ। ਮੈਂ ਤੇ ਉਹਨਾਂ ਨੂੰ ਤੁਸੀਂ ਕਦੇ ਕਿਸੇ ਦੀ ਫੋਟੋ ਨਹੀਂ ਤੁਸੀਂ ਕਦੇ ਕਿਸੇ ਦੀ ਫੋਟੋ नहीं लगाई। बात यह मतलब कैसे साहब, मौलवी साहब, बात यह है कि जो मुनकरीन है उनका तो काम ही गालियाँ देना है, ठीक है? उन्होंने तो गालियाँ देनी है और हर वक्त देनी है। अब जो मोमिनीन है वो उनको अल्लाह ताला ने हक तो दिया है कि कोई अगर से गाली देता है तो आप उसको जवाबन बदला ले सकते हैं, लेकिन जब आप तबलीग के मैदान में निकले हैं ना और अल्लाह के नाम की खातिर, अल्लाह की मोहब्बत में तबलीग कर रहे हैं, तो फिर आपको ये हक छोड़ना पड़ेगा। आपको गाली के बदले में गाली भी नहीं देनी चाहिए। हुसैनी साहब, ये जो बंदे ने आपको ये मोमिनीन को जमात अहमदिया मुसलमान जो ये एक मिनट यार, हुसैनी साहब को बताने तो दो ना, कल को उनके पास भी मुनकरीन है, इन्होंने तो गालियाँ निकालनी है, ये तो इन्होंने तो ये सारा। लेकिन
ہمیں یہ ہے میں کس کو ہم نے justify ہم کروں؟ نے آپ ہم یہ نے جواباً میں نے کب جواباً گالی نہیں دینی چاہیے دینی. تھی یا کسی کو دینی اللہ کی دینی محبت چاہیے؟ ہے, میں اللہ کب کی کہہ رہا خاطر ہوں؟ ہم نے قربانی دینی ہے, اور اللہ اور رسول کی خاطر قربانی صرف اور صرف جماعت احمدیہ ہی دے رہی ہے. میرے بھائی آپ مجھے آپ کہہ نہیں رہے ہیں دیتے میں نے گالیاں کب جسٹیفائی نہ کیا مولوی ہے صاحب دیتے کسی ہیں. کو بھی؟ میں تو کہہ رہا ہوں کہ نہیں, جواباً بھی نہیں دینی چاہیے. جی آپ مجھے کیوں یہ حسینی بتا صاحب رہے ہیں؟ نہیں, آپ کو نہیں, میں یہ بول رہا جو ہوں. حسینی سارا صاحب رولا ایک پڑا ہے سوال ہے, نا, سنو ملک بات صاحب ایک سنو سوال میری کر. یار, ایک منٹ بات سنو میری. یہ جو سارا رولا بنا ہے نا حسینی صاحب اتنا لمبا چوڑا, جی جی یہ اس دن جو یہ جو روف ریڈیو کے نام سے بندہ مشہور ہے, جی اس نے آ کے آپ کو گالی دی, جی ٹھیک ہو گیا. جی اچھا میرے کو تو یہ کہہ رہے تھے کہ جی یہ ہمارے کابرین کی فوٹو لگاتا ہے, یہ ہمارے جناب فلاں کرتا ہے, اس نے ہمارے کابرین کو گالی دی, یہ گالی بات ہے. میں سنتا رہا ساری باتیں, میں نے کہا جی آپ کی ساری باتیں بالکل ٹھیک ہیں, میں نے فوٹو بھی لگائی, میں نے گالیاں بھی دی, میں اپنی بات سے, میں کسی بات سے مکر نہیں رہا. میں کہا ادھر ویڈیو کا کی کرو گے مطلب حسینی کیسر صاحب آپ نے میرے آگے یار آپ بات پہل نہیں کی کرنے ہوئی ہے دیتے, گالیوں میں, آپ اب اتنا بات نہیں جھوٹ کرنے بولتے دیتے. ہیں. آپ نے او بھائی میں ایک منٹ میں حسینی نے صاحب کبھی سے زندگی میں بات تو گالی کر دی ہے لوں. آپ کو؟ مجھے یہ بتائیں. نہیں, آپ نے آپ آج نے تک گالی مجھے نہیں گالی دی. دی ہوئی ہے, آپ نے میرے کابرین کو میرے منہ پہ گالی دی تھی, کوئی حالانکہ بدتمیزی کی کوئی میں ہوگی, ایسی بات نہیں کرتا. یاد ہے آپ کو؟ آپ نے کبھی گالی نہیں دی, یہ بات سچ ہے. لیکن میں آپ آج نے تک میرے نبی ہم صاحب کا منہ پہ ریکارڈ ہے, ہم میرے پہل نہیں منہ پہ کرتے, ہمارا آ کے ریکارڈ ہے. اکابرین کو میرے گالیاں دی تھیں. یاد ہے اس بات؟ اچھا ایک منٹ حسینی صاحب کو بات دیکھا تو نا, بتانے دو. یہ آپ جھوٹ بولتے ہیں نا پھر کہ میں پہل نہیں حسینی کرتا. صاحب کو ایک آپ حسینی جھوٹ صاحب کو بول ایک رہے ہیں منٹ نا کہ بات آپ پہل بتانے نہیں دو کرتے, نا. آپ نے پہل کی بھی ہے. ویڈیو لاؤ, آپ ہمیشہ پہل دکھاؤ. کرتے ہم نے آئے ہیں. پہل کبھی نہیں کی, اچھا ویڈیو لے کبھی آئے نہیں آپ کی. نے. ان کو پتا ہے میں نے ان کے سامنے بات رکھی ہے, یار ایک منٹ حسینی ڈینائی صاحب کو نہیں کر بات رہے. تو بتانے دے دو بھائی, اجازت دے دو ایک منٹ کی. اچھا حسینی مطلب صاحب, کیسے ڈینائی نہیں کر رہے, ان کو پتا جی ہے اس جی بات کا. اچھا جی میں نے ان کو بتایا, میں نے کہا جی یہ ہیں حسینی صاحب, ساری جی دنیا ان کو جانتی ہے, ہم نے ان سے علم سیکھا, ہمارے استاد ہیں, ہم ان کے پاس اٹھتے بیٹھتے رہے, خفکیاں بھی ہوئیں جی لیکن کچھ غلط فہمیاں بھی ہوئیں, لیکن جی ہم ان کی دل سے عزت کرتے ہیں, ہم نے ان سے چیزیں سیکھی. جی اچھا میں نے کہا انہوں نے, اور یہی بات آپ کے یہ باقی احمدی جماعت والے بھی یہی بات کہتے ہیں. میں نے کہا نہ انہوں نے کبھی کسی کی فوٹو لگائی, نہ انہوں نے آج تک کسی کو گالی دی, نہ ہی وہ آج تک کسی سے اونچی آواز میں بولے. بالکل. وہ ان کو کیوں گالیاں دے رہے ہیں تمہاری جماعت کے بندے؟ اور یہ ہے پروف. اب اس بندے کے پاس کوئی جواب تھا نہیں, کوئی جواب نہیں تھا, کیونکہ چلو میں تو کر رہا ہوں, گستاخی کر رہا ہوں, میں بدتمیزی کر رہا ہوں, میں گالیاں دے رہا ہوں, آپ نے تو نہیں دی. آپ کو بھی گالیاں دینا شروع کر دیتے, عورتوں کو بھی گالیاں دینا شروع کر دیتے. ذرا سی کوئی بات کہیں پھنسی ہے گالیوں پہ گالیاں شروع ہو جاتے ہیں. میں یہ نہیں کہہ رہا کہ ہماری جماعت والے نہیں نکالتے, یہ مسلمان نہیں نکالتے, وہ بھی نکالتے ہیں, لیکن ہمارا تو چلو ایک بات ہے نا کہ آپ آپ کے سیدھا تو ڈائریکٹ. دل پھٹے ہوئے ہیں نا, آپ کو تو, آپ منکرین ہیں, آپ لوگوں نے تو خیر آپ کا اللہ معاف اچھا کرے, ایک سوال ایسی ہے ایسی حسینی گالیاں. صاحب سے, ایک سوال کرنے ایسی دیں. ہم لوگ تو گندی بہتری گندی جہنمی ہے زبان, نا, ایسی ہم حسینی لوگ تو صاحب, بہتری دلیل نہ جہنمی ہے سنو. نا. عبداللہ بھائی ایک انتہا کی کویسچن ہے, گندی وہ برانڈ زبان اور بند کرنے گالیاں. والے ہیں, ٹائم ہو گیا. ایک کویسچن ہے, جلدی جلدی پوچھ لیں ذرا. حسینی صاحب, آپ نے کوئی ایسی امت دیکھی ہے جو اپنے نبی کو مان لے تو پھر بولے ہمیں اپنے نبی سے زیادہ پتہ ہے؟ لوگ ہاں نہیں, میری یا عمر 1400-1500 سال نہیں ہے, میری عمر تھوڑی کم ہے. یعنی کوئی ایسی آپ نے قرآن میں دیکھی ہو یا ویسے آپ نے دیکھی ہو؟ امتوں کی عمریں جو ہوتی ہیں وہ 1000 سال سے زیادہ ہوتی ہیں. ٹھیک ہے. انسانوں کی عمریں جو ہوتی ہیں وہ 70 سے 100 سال کے اندر اندر ختم ہو جاتی ہیں. چلے آپ نہ دیکھی ہے نہ سنی ہے. ہاں نہیں, اچھا نہیں, بالکل. چلے یہ جماعت احمدیہ دیکھ لیں پھر. آپ اپنے آپ کو دیکھ لیں شیشے میں. نہیں صاحب, میں ویسے آپ کو جنہوں ایک نے بات بتاؤں, حضور صلی اللہ علیہ وآلہ وسلم کے داموں سے بڑھ کے ان کو نور کہہ کے ان کو حاضر و ناظر کہا ہے, اور پھر جس شرک سے حضور صلی اللہ علیہ وسلم منع کرنے آئے تھے وہ شرک شروع کر دیا. حسینی صاحب آپ کو میں ایک بات بتاؤں نا, جی جی آپ سے میں نے ایک جو چیز سیکھی ہے نا, اس نے جی میری زندگی بڑی آسان کی ہے, خدا کی ذات جانتی ہے, میں جھوٹ نہیں بول رہا, جی جی کہ تمہارے ساتھ جو بھی معاملہ ہو نا اس کو قرآن و حدیث پہ پلٹ کے دیکھ لو. ایگزیکٹ. اتنا آسان ہو گیا نا میرے لیے ہر کام, خدا وہی جانتا ہے, رہنما ہمارے لیے اتنا آسان ہو گیا نا کہ میں آپ کو بتا نہیں سکتا. اور یہ بات میں نے آپ سے سیکھی ہے. تو باقی بھائی بھی جتنے بھی نیچے بھی بیٹھے ہیں, جو اوپر بھی بیٹھے ہیں, حسینی صاحب کی یہ بات پکڑ لو زور سے, کہ جو بات میں پھنسو. مثال کے طور پہ اگر آپ کو یہ شک پڑتا ہے
किसी बात के ऊपर मैं एक मिसाल दे रहा हूँ कि फ़ैदैन के साथ नमाज पढ़नी चाहिए कि नहीं। आप अल्लाह के पास चले जाओ, कुरान और हदीस में आपको वहाँ से जवाब मिल जाएगा। बिल्कुल। आपको अगर ये शक पड़ता है कि हाँ जी मुर्दे को कफन में दफनाना चाहिए बगैर कफन के दफन, आपको हदीस में ये बात सारी मिल जाएगी। बिल्कुल। और हदीसों में यकीन करें पीर इसकानी साहब का बड़ा ज़बरदस्त इल्म है, बहुत ज़बरदस्त। हदीस के मामले में मैंने उनसे देखा, मैं उनके सामने जाके अगर कोई बात हल्की सी बयान करता हूँ ना, पूरी हदीस पढ़ देते हैं फुल। बिल्कुल। तो मेरा उनके साथ आजकल वो हरम गए हुए हैं उम्रे पे। अच्छा माशाअल्लाह। आजकल है नहीं है इधर। हुसैनी साहब, इन्होंने हाजिर नाजर के अकीदे को पढ़े ही नहीं। अब बहुत से लोग कहते हैं कि वालिदैन उनके फौत भी हो जाए ना, वो कहते हैं कि आज भी हम समझते हैं कि हमारे वालिदैन हमारे साथ हैं, उनकी दुआएं हमारे साथ हैं। तो क्या वो ये कहते हैं कि जैसे अल्लाह लोगों के साथ है ऐसे हमारे वालिदैन भी हमारे साथ हैं, या ऐसे कहते हैं वो लोग? नहीं, ये नहीं कहते हैं। इन्होंने पहले तो जिनका हाजिर नाजर का अकीदा है उसको वो कहते हैं क्या उन्होंने कहा है जैसे अल्लाह हमारे साथ हाजिर नाजर है ऐसे ही रसूलुल्लाह सल्लल्लाहु अलैहि वसल्लम हमारे साथ हाजिर नाजर है। लाएं कोई तहरीर। कैसा साहब, मैं आपको एक चीज़ और बता दूं, आप ना एक दफ़ा ये पी एस कारी साहब से एक चीज़ पूछिएगा, क्योंकि जहाँ पे उनको कुछ अहादीस पेश की जाती है ना, फिर उसको पूरी तरह मानने से फॉर सम रीज़न कोई ना कोई बहाना बनाते हैं। अब एक हदीस है, ये आजमाइएगा, ये है मसनद इमाम अहमद, ठीक है, इसकी हदीस नंबर है 8955, ठीक है। इसमें है कि अब इसमें सबसे पहले ये ऑनलाइन आप देखेंगे ना तो ये ई कुरान लाइब्रेरी में ये आपको हदीस मिलेगी। इसमें भी इन्होंने इसके तर्जमे में तहरीफ की हुई है। वो कैसे, मतलब मैं आपको तर्जमा सुनाता हूँ कि हज़रत अबू हुरैरा रज़ी अल्लाह अन्हु से मरवी है कि नबी करीम सल्लल्लाहु अलैहि वसल्लम ने फरमाया, अनकरीब तुम में हज़रत ईसा अलैहिस्सलाम एक मुनसिफ हुक्मरान के तौर पर नज़ूल फरमाएंगे, ठीक है। अच्छा, यहाँ पे तहरीफ इन्होंने ये की हुई है कि अरबी में अल्फाज हैं, ये अरबी के अल्फाज सुनिएगा। अरबी के अल्फाज हैं ईसब्न मरियमा इमामन महदियन वा हकमन अदलन, यानी क्या बना, हज़रत ईसा इमाम महदी और मुनसिफ हुक्मरान, ठीक है। इन्होंने तर्जुमे में क्या किया, इमाम महदी के अल्फाज ही हज़फ कर दिए। ये आप देखते जाइएगा कैसे कैसे तारीफ करते हैं लोग। अच्छा, और अब जब जरूर, ये बड़ी अच्छी बात है, बड़ा ज़बरदस्त क्वेश्चन है, वैलिड क्वेश्चन। और इसमें जब आप इनके पास जाएंगे ना, इनसे मैंने पूछा था ये सवाल कि ये जो हदीस है ना कि फरमान की तुम्हें हज़रत ईसा इमाम महदी एक हज़रत ईसा अलैहिस्सलाम इमाम महदी और एक मुनसिफ हुक्मरान के तौर पर नज़ूल फरमाएंगे, जो ज़िंदा रहेगा वो इनसे मिलेगा, वो सलीब को तोड़ देंगे, खंजीर को कत्ल कर देंगे, जजिया को मौकूफ़ कर देंगे, उनके ज़माने में जंग मौकूफ़ हो जाएगी। ये हदीस जरा दोबारा, ये इमाम महदी जो उतरेंगे ये हाकम होंगे? नहीं, हदीस मैं यही तो पूछ रहा हूँ भाई, ये तो हदीस बड़ी काम की आपने निकाली है, बहुत काम की। ये हदीस जो है इससे ये लगता है कि जो ईसा अलैहिस्सलाम उतरेंगे वो हुक्मरान होंगे, उनको ज़मीनी हुक्मरानी हासिल होगी ताकि वो जिजिया को माफ़ करें। ये ठीक है बात, यही है हदीस में। हदीस के अल्फाज ये हैं कि हाँ जी, कि हज़रत अबू हुरैरा रज़ी अल्लाह अन्हु से मरवी है कि नबी करीम सल्लल्लाहु अलैहि वसल्लम ने फरमाया, अनकरीब तुम्हें हज़रत ईसा अलैहिस्सलाम इमाम महदी और एक मुनसिफ हुक्मरान के तौर पर नज़ूल फरमाएंगे। ठीक है, इमाम महदी भी होंगे और मुनसिफ हुक्मरान भी होंगे जी, उनको हुक्मरानी हासिल होगी, ठीक होगी। जो जिंदा रहेगा वो इनसे मिलेगा, वो जिजिया भी खत्म करेंगे। आगे पढ़ते जाएं, आगे जरा सुनने दें यार, ये मेहरबानी करें, ये तो बड़ा कमाल की हदीस है जी, बहुत अच्छा। जजिया को मौकूफ़ कर देंगे, उनके ज़माने में जंग मौकूफ़ हो जाएगी। ये जो हकमन अदलन है ना, इसको इन्होंने जो भी आपने उनको छोड़ दें, आप अपना तर्जमा करें, जो आप तर्जमा करते हैं वो ठीक है, इधर लिखा हुआ जो आप तर्जमा करना चाहें वही कर लें, वो ठीक है, उसको भूल जाएं जो उन्होंने। मैंने सिर्फ ये कहा है कि इन्होंने इमाम महदी के अल्फाज इधर से हटा लिए। और भाई जो डालने वो डाल दें ना, खत्म हो गई बात। जो आप करना चाहते हैं वो ठीक है, करें आप वो। ये बात नहीं हो रही, इधर बात जो हो रही है यार, उसने हदीस लिखने वाले ने, तर्जमा करने वाले ने गलत तर्जमा किया, आप ठीक कर रहे हैं।
بات ختم ہو گئی. انہوں نے امام مہدی کے الفاظ حذف کر اور دیے. میں مان رہا ہوں نا اس حدیث لکھنے والے نے غلط ترجمہ کیا اور آپ صحیح ترجمہ کر رہے ہیں. یہ تو میں کہہ رہا ہوں. اچھا اب میں نے جو ہے اب آگے جو بات کرنی تھی کہ جب میں نے یہ ان کے سامنے رکھی, یہ واقعی حدیث ٹھیک ہے, یہ ہاں جی 8955 یہ مسند امام احمد کی ہے. اس قسم کے جو عیسیٰ حکمران جو ہیں انہوں نے آنا ہے ابھی. انہوں نے حضرت عیسیٰ علیہ السلام کی حدیث میرا مطلب سپیکر صاحب اور گل کر رہے ہیں سینی صاحب. وہ شروع ہو گیا. سینی صاحب ایک منٹ رک تو جائیں. جی ٹھیک ہے جی. اچھا مجھے نہیں سمجھنا اس کو. ٹھیک ہے, میں جب ان کے سامنے پیش کی گئی نا صاحب یہ ثابت کر رہے ہیں کہ اگر انہوں نے کوئی چیز حذف کی ہے تو آپ بھی کر رہے ہیں. پیر قاضی صاحب کے سامنے جب یہ حدیث پیش کی گئی نا, میں کہہ رہا ہوں آپ یہی ثابت کر رہے ہیں نا کہ اگر سن تو لو نا, انہوں نے کوئی چیز حذف کی ہے تو آپ بھی کر رہے ہیں. عبداللہ ون صفر نے جو علم والے سن لو ذرا بات. اچھا تو وہ وہاں پہ جب ان کے سامنے پیش کی گئی پیر قاضی صاحب کے سامنے, تو پہلے تو پیر قاضی صاحب نے کہا کہ یہ جو حدیث ہے نا یہ موقوف حدیث ہے. ہم نے ان کو پکڑ لیا کہ موقوف کا مطلب ہوتا ہے کہ کسی صحابی کا یہ ہے نے کہا ہے, حضور یہ نہیں لکھا ہوا کہ حضور صلی اللہ علیہ وسلم کا فرمان ہے. ہم نے عربی میں دکھایا کہ عربی میں لکھا ہوا ہے کہ نبی کریم کہ حضرت ابو ہریرہ رضی اللہ عنہ سے مروی ہے کہ نبی کریم صلی اللہ علیہ وسلم نے فرمایا. ہم نے الفاظ دکھائے ان کو, عربی میں بھی دکھائے. تو پہلے تو موقوف پہ رکے رہے, پھر ان سے کوئی بات نہ بنی اور پھر وہ اس حدیث کو سمجھائے بغیر اور مانے بغیر ادھر سے چلے گئے. حالانکہ یہ صحیح حدیث بھی ہے اور نہ یہ موقوف ہے, یہ حضور صلی اللہ علیہ وسلم کا فرمان ہے. ٹھیک ہے, آپ نے صحیح ترجمہ کیا. سمجھ آ گئی ہے کہ یہ حدیث جو ہے اب یہ جو ہے نا یہ آپ کبھی پیر قاضی صاحب کے سامنے پیش کیجیے گا. میں عرض کر رہا ہوں کہ یہ آپ سے جو میں نے سنی ہے اس سے یہ پتہ چلتا ہے کہ یہ حدیث نہ موضوع ہے, نہ ضعیف ہے, نہ موقوف ہے, بلکہ صحیح حدیث ہے. اور اس میں ترجمہ کرنے والے نے غلطی کی ہے اور آپ نے صحیح ترجمہ کیا ہے. تو جو آپ ترجمہ کر رہے ہیں وہ بھی صحیح ہے اور حدیث بھی صحیح ہے, جو آپ پیش کر رہے ہیں وہ بھی ٹھیک ہے. اس حدیث سے یہ پتہ چلتا ہے کہ کوئی عیسیٰ علیہ السلام آئیں گے جو امام مہدی بھی ہوں گے اور عیسیٰ بھی ہوں گے اور حکمران بھی ہوں گے اور جزیہ موقوف کریں گے. یہ حکمران جو ہے نا یہ ایک علیحدہ بات چیت ہے. حکم و عدل سے ہم حکم و عدل سے ہے, حکمران کا نہیں ہے ترجمہ, وہ بھی کسی کے پاس سے ڈالا ہے. دین کے معاملے میں حکم و عدل ہوں گے. اچھا دین کے معاملے میں لکھا ہے عادل حکمران کا جو کانسیپٹ ہے نا, نہیں جزیہ معاف کرنا جو ہے وہ دین کا کام ہے یا جزیہ معاف کرنا جو ہے وہ حکمران کا کام ہے؟ وہ اسلامی حکمران جو پڑھا ہے وہ واقعی ہے یا نہیں ہے؟ وہ اسلامی طور پہ بھائی یہ جو آپ نے پڑھا کسی جگہ تو کھڑے ہو جاؤ. جو بات آپ نے کہی کہ انہوں نے ایک غلطی آپ نے نکالی ہے کہ انہوں نے ترجمہ کرنے والے نے امام مہدی نہیں لکھا, اس کو کچھ اور لکھا ہے. تو میں نے مان لیا آپ نے ٹھیک کہا ہے وہ, لیکن آگے آپ نے ان کو حکمران کے طور پر بھی پڑھا ہے, تو یہ ٹھیک ہے بات. میرے حساب سے حکم و عدل ہوں گے, یہ بنتا ہے اس کا. اچھا مطلب یہاں بھی ترجمے میں گڑبڑ ہے, وہ حکم و عدل ہوں گے, حکمران نہیں ہوں گے. زیر بحث نہیں ہے نا وہ, اس کو علیحدہ ڈسکشن اور ڈسکشن میں لے جانا ہے. ٹھیک ہے, کیونکہ جو جزیہ اٹھایا گیا نا وہ اس طرح ہے کہ جب وہ امام مہدی آئیں گے تو وہ اس مذہبی جنگوں سے روکیں گے, اور ایسا بالکل ہوا ہندوستان میں. جب پہلے اس حدیث کو تو پورا کر لیں کہ اس میں حکمران کے لفظ ہیں یا نہیں ہے, کس لفظ کا ترجمہ حکمران ہے. وہ آپ اس طرح کیجیے گا نا, آپ پیر قاضی صاحب سے اس حدیث کو سمجھ لیجیے گا. جو میں سمجھ لیجیے گا. ہاں وہ اس وقت میں آپ کو یہ سمجھانے نہیں آیا, میں تو صرف یہ بتا رہا ہوں کہ واضح الفاظ ہیں, اور جو واضح الفاظ ہیں ان کو وہی حذف سکتے ہیں کہ نہیں سمجھ سکتے, یہی میرا مقصد تھا. ہاں جی چلے. اب دوسری بات یہ ہے کہ یہ جو حدیث ہے نا یہ میں نے شاہ جی کے سامنے بھی پیش کی. ٹھیک ہے, اور شاہ جی کہتے ہیں ہاں ٹھیک ہے امام مہدی ہیں, وہ لکھا ہوا ہے اس میں امام مہدی. پھر میں نے کہا پھر امام مہدی ادھر ہو گئے تو آپ پھر یہ کیوں کہتے ہیں کہ امام مہدی علیحدہ ہوں گے؟ کہتے ہیں کہ وہ کہتے ہیں وہ امام مہدی علیحدہ ہوں گے, یہ بھی جو نبی ہوتا ہے یا یہ جو بھی اللہ کا بھیجا ہوا ہوگا وہ بھی امام مہدی تو ہوں گے, وہ امام تو ہوں گے, لیکن ایک اور امام مہدی وہ علیحدہ ہوں گے. میں نے کہا ایک وقت میں دو امام مہدی, یعنی کہ پوری امت کا امام ہونا وہ دو ہوں, یہ کہاں پہ ہوتا ہے؟ آپ کے جو کتاب حقیقت الصالحین ہے نا, جماعت کی حدیثوں کی کتاب, اس میں ایک حدیث درج ہے جس میں لکھا ہے کہ وہ امت کیسے ہلاک ہو سکتی ہے جس کے اول میں ہوں, درمیان میں مہدی ہے اور آخر میں عیسیٰ ہے.
हाँ जी, ये था कि मैंने इसका मुझे मार गए नंबर, थां इस हदीस का नंबर दे सकते हैं मुझे आप? मर गए थां थे नहीं अगर इसमें ट्रूथ मरने वाली सीकर बात भाई नहीं होती, अभी मलक कैसर साहब नहीं नहीं हमेशा नहीं नहीं तहकीक नहीं करते हैं। मैं ऐसे- मैं ऐसे- मैं ऐसे आपकी जीत हार में नहीं तहकीक से पड़े रहते बड़ा हर वक्त। नहीं मैं आपकी तहकीक से बहुत मुतासिर हुआ हूँ और मैं आपकी कहने पर इस हदीस को मैं मान सिर्फ लेता हूँ। आपको कह रहा हूँ कि पीर इसकाली साहब ना, जो आप कह रहे थे ना बात, वो यार, जो हमेशा आप समझा रहे हैं वो मान लिया, आप सही फरमा रहे हैं, आप आपको तर्जुमा तो भी ठीक आप कर आपको रहे तो बिल्कुल मैं सही बताया कह नहीं रहे ना, हैं। बात उन्होंने तो मेरी पीर उनसे हो रही इसकानी थी, साहब ने मलक गलती मलक की है। कैसर साहब से। मान लो भी सारे एक- बाकी मौली साहब तुसी भी मान लो आ अच्छा, जाओ एक नेड़े नेड़े एक हो बात जाओ मलक कैसर अब्दुल्ला साहब और है, मान गए तू भी हदीस को पीर इसकाली साहब ने बिल्कुल। दो हुलियों ठीक वाली हो। हदीस हम पेश करते हैं ना, कि एक हुलिया में एक में जगह कहा गया है गंदमी रंग, और एक जगह कहते हैं सुर्खी माइल, जो वफात शुदा अंबिया के साथ देखा तो सुर्खी माइल रंग में, उसमें पता है पीर इसकाली साहब क्या कहते हैं? वो सुर्खी माइल उनके बालों का रंग सुर्खी माइल है, चेहरे का नहीं है। और नहीं, मैं नहीं। चेहरे का नहीं, सर, आप ये आपको बकायदा मैं उन्होंने कहा था, 5,000 ये बकायदा मैं 5,000 आपको यूरो बताता का हूँ ना, चैलेंज ये देता हूँ, पीर आप इसकाली गंदमी साहब- रंग पीर इसकाली साहब अरबी मैं मतन हैरान में होता दिखा हूँ, दें। मैं खुद अरबी भी उनसे इम्प्रेस अरबी हूँ, मतन लेकिन में बात जगह वो गंदमी ऐसे के लफ्ज ऐसी ही नहीं डंडियां है, मारते हैं, कोई रंग ऐसी डंडियां- बयान ही नहीं कि किया हदीस गया। में और कुछ यार जिक्र नहीं है। पहले जो हदीस उन्होंने बयान की है वो तो मान लो क्योंकि- सारे क्योंकि तुसी हदीस दूई के हदीस अरबी पर अल्फाज एक हैं एक करके मानो कि सुर्खी माइल कोई टुरे घुंघराले मैच नहीं, बाल, वो पता लग उन्होंने गया कहा हमें, कि मेरा हूं फंस सुर्खी गई माइल जान चेहरे चकंदे का रंग, अंदर सुर्खी दूसरे माइल पासे। घुंघराले बाल, बालों का रंग है। हमने कहा कि उन्होंने डाई कराए थे बाल, सुर्खी कैसे हो गए? किसी इंसान के सुर्ख रंग होते बाल होते हैं? नहीं नहीं पहले वाली जो हदीस है तो ना उनका- वो ये तो हमने मान आप ली है। आजमाइएगा। कश्मीरी साहब आप भी मानते हैं उस हदीस को? आप ये चीज ना पीर इसकाली साहब के सामने आजमाइएगा जरा, देखिएगा आजमा फिर लेता कैसे हूं। वो अपने अकीदे को बचाते हैं। सामने मलक हदीस साहब, पड़ी होगी, एक मिनट है, मैं हदीस मलक को साहब- छोड़ के अपनी बात, अपने अकीदे को बचाएंगे वो। मैं सीकर साहब ने एक बात की थी बीच में हाज़िर और नाज़िर की, मैं ये पूछना चाह रहा हूँ मलक साहब कि जो अल्लाह कुरान में कह रहा है कि एक मैं देख रहा हूँ, एक मेरा रसूल देख रहा है और कुछ मोमिनीन देख रहे हैं, तो इसमें कोई पहलू निकलता है हाज़िर और नाज़िर का? नहीं। बड़ा अच्छा सवाल है ये भी, बहुत जबरदस्त। यानी कुरान तो क़यामत तक है ना, तो अल्लाह तो कह रहा है एक मैं देख रहा हूँ, एक मेरा रसूल देख रहा है और कुछ मोमिनीन देख रहे हैं। अभी आपको मैं चेक करके बताता हूँ, पहले मैं अब्दुल्ला से ये हदीस मनवा लूँ। अब्दुल्ला मान गया हदीस को? और माइक पट्टो जी अब्दुल्ला। मान गए। अली आक भाई आप भी मानते हैं हदीस को जो ना स्पीकर माने, साहब ने सही बयान हदीस को की? ना माने, यही हल है आपके पास। वो अली आक यार भाई सही तुलसीधर हदीस भाई पेश हर टाइम टीस ना किया करें। कभी अगर आप बात कर रहे होते हैं हर टाइम जो लगा के बात करनी होती है ना, ये ना किया करें। चीज मैं करता हूँ, आप लोग तो करते नहीं टीज। ओ भाई यार अली करते आक हैं, आपने हम भी हदीस को करते हैं, मान हम लिया। आप लोग तो हम बड़े भी गुनाहगार हैं, लेकिन यार हर टाइम तो बंदा अच्छा नहीं ना लगता यार भाई। ओ भाई नजूल ईसा की हदीस पेश की है ट्रूथ सीकर साहब ने, आपने मान लिया? उन्होंने पीर इसकानी साहब के पास, वो कह रहे हैं कि मैं पीर इसकानी साहब के पास ये लेके गया था, जबकि पीर इसकानी साहब ने बीच में लफ्ज खा लिए हैं, वो जो भी किया है। और भाई वो नजूल ईसा की हदीस को पेश कर रहा है कि हजरत ईसा इब्ने मरियम नाजिल होंगे। आपने इस हदीस को मान लिया? मैंने पढ़ी नहीं है वो। ओ यार बहुत ही सादे हो तुसी यार अली भाई। तुसी एक और करो कि ट्रूथ सीकर साहब सारा दिन हो गया नजूल ईसा दी हदीसा पढ़ रहे ने ते शामी कहंदे ने हजरत ईसा फौत हो गए। इसलिए क्योंकि हुजूर हुसैनी साहब ने बीच में एक बात की है, हुसैनी साहब के ये हदीस जो है, ये जो अभी आपने जो बोला है जो हज़रत ईसा अलैहिस्सलाम वफातशुदा अंबिया के साथ थे, उनका हुलिया फर्क था, और जो आने वाले ईसा थे उनका रंग गंदमी रंग बताया गया। तो ये जब हजूर सल्लल्लाहु अलैहि वसल्लम की बात हम माने कि आपकी बात माने? किधर बताया गया गंदमी? मैं कह रहा हूँ 5,000 यूरो इनाम दूंगा। गंदमी रंग अरबी मतन में निकाल के दे दो, किसी रंग का भी जिक्र हो उस हदीस में। लो खोलो हदीस, खोलो अरबी मतन में कोई रंग बयान होगा तो मुझे बताना। हुसैनी साहब अभी आपने एक हदीस का बताया है, ये इनकी जमात में लिखी हुई है या वैसे है? ये जो 8-8 घंटे बैठ के आप लोग वो हदीस पेश करते हो, उसमें गंदमी रंग है कि अरबी मतन? अच्छा माजरत। हुसैनी साहब बताइएगा जरा। जो हदीस ये अभी सुना रहे थे वो कह रहे थे कि ये मसनद अहमद बन नहीं, आपने जो अभी बताई है कि दरमियान में वो हदीस जो है वो जमात ने एक किताब बनाई हुई है। अच्छा। उसका नाम है हदीकत सालिहीन।
हुसैनी साहब आप बताते हैं वो हदीस नंबर क्या है, ये जो आप हदीस बता रहे हैं? नहीं, मुझे नहीं याद कि क्या नंबर है। सैनी साहब कुछ दिन पहले सवाल हुआ था मिर्जा मसरूर साहब से इसी पर कि जो मिर्जा साहब ने लिखा हुआ है कहरी और जलाली ईसा अलैहिस्सलाम आएंगे, कि ये हदीस जो है ना, ये कहाँ है? उम्मे साहिबा के आगे भी पेश हुई। उम्मे साहिबा का जवाब सबसे मज़ेदार था। उम्मे साहिबा कहती हैं ये जो अल्फाज आए हैं ना, ये इमामन महदियन, क्योंकि सफाती तौर पे आए हैं तो हम इमाम महदी नहीं करेंगे। वो फिर उसकी उन्होंने मिसाल दी, उन्होंने कहा कि देखो जैसे एक रुमाल है, अब रुमाल अगर टेबल के ऊपर, मैं कहूँगा टेबल के ऊपर है, लेकिन असल में वो टेबल के ऊपर नहीं है, वो असल में पीछे एक अलमारी पड़ी हुई है उसके ऊपर है, और अलमारी टेबल से ऊपर है, तो रुमाल तो हुआ फिर अलमारी के ऊपर, असल में वो टेबल के ऊपर नहीं है। तो इसी वजह से यहाँ पे भी ये बात अप्लाई होती है, ऐसे हम इमाम महदी नहीं करेंगे, हम खाली आदिल हुक्मरान लिखेंगे। मेरा ऐसे ऐसे गोल चक्कर सब चक्कर में घूम रहा था, ऐसा गोल ने सही बात कही है। ग्रामर के असूल कहाँ से निकाल लिए इन्होंने? इसमें ग्रामर की बात नहीं है, इसमें बात ये है कि इस हदीस में असल जिस बंदे के आने का जिक्र है वो है इब्न मरियम का, और बाकी उसकी सिफात हैं कि वो इन सिफात के साथ ज़रूर करेगा। इसलिए वो ठीक कह रही हैं कि ये इमाम महदी की हदीस नहीं है, वो हदीस नज़ूल मसीह की है। और नहीं है सैनी साहब, वो सिफ्त है, मैं भी कह रहा हूँ इमाम महदी सिफ्त है, आदिल हुक्मरान सिफ्त है, लेकिन सिफ्त का तर्जुमा सिफ्त उर्दू में तो करेंगे ना, इमाम महदी को उर्दू में सिफाती तौर पे इमाम महदी कहेंगे ना, वो इमाम महदी के लफ्ज़ को ही हज़फ कर देंगे। ये कौन से ग्रामर के असूल है? असल में इमाम महदी के असल में ये सारी गुमेरी हैं। असल में जो इमाम महदी का मसला ये है कि मिर्ज़ा साहब ने इमाम महदी के मतलब जितनी हदीसें हैं, दो बातें उन्होंने लिखी हैं। उन्होंने कहा एक तो मुस्लिम शरीफ और बुखारी शरीफ में इमाम महदी के ज़हूर की कोई हदीस मौजूद नहीं। दूसरी बात उन्होंने कहा कि जितनी हदीसें इमाम महदी के मतलब मौजूद हैं वो सारी मजरूह हैं, मखदूश हैं, नाकाबिल एतबार है। तो ये मसाइल भी हैं। गलत बात समझे हैं। उन्होंने ये कहा है कि जो अलहदा शख्सियत के बारे में इमाम महदी की कि वो कोई अलहदा कोई शख्स होंगे, वो वाली अहादीस को उन्होंने नहीं माना। उसके आगे उन्होंने एक हदीस पेश की, उसमें उन्होंने कहा कि ये हदीस सही है लल महदी इला ईसा, के महदी ईसा के अलावा और कोई नहीं। तो अगर महदी के बारे में तमाम हदीसों को नहीं मानते तो फिर उन्होंने ये हदीस क्यों पेश की आगे, और ये क्यों कहा उसी मजमून में उसी जगह पे उन्होंने ये क्यों कहा कि ये वाली हदीस सही लगती है? इससे साफ जाहिर है कि वो कह रहे हैं कि वो हदीस जो इमाम महदी को एक अलहदा शख्सियत के तौर पे पेश करते हैं, वो हदीस काबिल एतबार नहीं है। उन्होंने कैटेगरिकली तमाम हदीसों को जो इमाम ये किधर का है सैनी साहब, ये झूठ बोल रहे हमने हैं। ये पढ़ा था। देखें सैनी साहब, बात ये है आपको सेटिस्फाई करना मेरी मर्जी नहीं है। मैंने जो पढ़ा है मैंने आपके सामने नेक नीक से बता दिया, आपने जो आप समझे आपने बता दिया। आप किधर पढ़ा है? लाओ कौन सा इक्तबास पढ़े, कौन सी किताब का लाओ। सब खामोश हो जाओ एक मिनट। ये मैंने आपके उस वक्त आपके सामने पेज पढ़ा भी था। हमने आपको बताया हम जिस तरह मानते हैं समझते हैं वो आपके सामने रखा। आप तो मानने वाले नहीं है इमाम हज़रत मसीह मौद अलैहिस्सलाम को, तो आप अपने लिहाज से जो भी समझ रहे हैं ठीक है, आपको हक है, लेकिन आप जबरदस्ती हमसे बात नहीं कर सकते। जब आपको बता दिया कि हम इसको ऐसे ले रहे हैं तो आप की बात कर रहा हूँ कि उन्होंने क्या लिखा है वो मैं पढ़ देता हूँ। वो पेज मैं कोई तशरीह नहीं कर रहा है। हर दफा यही आप करते हैं, पेज पढ़ना, हर दफा पेज पढ़ के हम आपको जवाब देते हैं, फिर आप कहीं और ले जाते हैं बात को। हैं कि मेरा ये दावा नहीं है कि मैं वो महदी हूँ जो मिस्दाक मिन वुल्द फातिमा व मिन इतरती वगैरह है, बल्कि मेरा दावा तो मसीह मौद होने का है। और मसीह मौद के लिए किसी मुहद्दिस का कौल नहीं कि वो बनी फातिमा वगैरह में से होगा। हाँ, साथ उसके जैसा कि तमाम मुहद्दिसीन कहते हैं, मैं भी कहता हूँ कि महदी मौद के बारे में जिस कदर हदीसें हैं तमाम मजरूह और मखदूश हैं, और एक भी उनमें से सही नहीं। और जिस कदर आगे चलते जाएं, रुकना नहीं है आपने, जब मैं कहूँगा तब रुकिएगा। जो जुमला पढ़ो नहीं, ये पेज में आगे ही लिखा हुआ है, ये कहा है। जी ये पढ़ते जाए, आगे पढ़े। ऐसे आगे भी मैं पढ़ दूंगा, ये कहने की जरूरत नहीं थी कि आगे पढ़ दें,
लास्ट टाइम आपने नहीं था पढ़ा? وہ میں تو کئی دفعہ یار سارا پڑھ چکا ہوں کئی پڑھو تسی ਇੱਥੇ سوال بھی میرا ایک آنا اپنی بات زبردستی میں تو کبھی بھی کسی تحریر کے پڑھنے سے نہیں رکتا. 5 صفحے پہلے پڑھا لیں 5 صفحے بعد پڑھا لیں ساری کتاب پڑھا لیں مجھے تو کوئی اعتراض نہیں کوئی فرق نہیں پڑتا. پتہ نہیں کیوں آپ نے اس کو میرے لیے اس اعتراض کو چنا. میں نے تو کبھی بھی یہ آپ ان کی مطلب کی نہیں نہ پڑھتے حسین صاحب مسئلہ یہ ہے. میرے بھائی جو کوئی لکھا وہی پڑھنا ہے نا. آپ آدھی بات پڑھتے ہیں اور آدھی بات آپ انفورس کرتے ہیں. پہلے بھی آپ کو آپ بتاؤ میں نے کوئی بات اپنی طرف سے کہی ہے بھائی؟ آپ مجھے بتائیں کہ یہ جو میرا کوئی لفظ ہے میں نے اپنے طرف سے کچھ کہا ہے؟ یہ جتنا میں نے پڑھا آپ نے ایک لفظ بھی نہیں کہا لیکن اگر تحریر میں تضاد آیا نا. حسین صاحب ایک منٹ یہ مجھے بتائیں یہ کتاب کا یہ مجھے بتائیں کون سی روحانی خزائن؟ یہ روحانی خزائن جلد نمبر 21 صفحہ نمبر 356. ٹھیک ہے جی میں پڑھتا ہوں ایک منٹ ٹھہر جائیں. جی آپ پڑھ دیں. دنیا دی بات کو جنوں اپنے نبی نال بہتا پتا ہے. اب تو اس کی بات دیکھیں نا یہ اب کہتے ہیں کہ ٹیز نہیں کرنا. میں ان کو ٹیز کروں گا تو رونا شروع کر دیتے ہیں پھر گالیوں پہ آ جاتے ہیں. بھائی جب تم برداشت نہیں کر سکتے تو پھر کیوں بھائی میں گالی نہیں دیتا. ماشاء اللہ بالکل جی مکمل کرن دے یار ہے چیز. پیج نمبر 56 356 357 دونوں پہ ہے یہ بات. پھر اس تو بعد ایک اور بھی تحریر پڑھنی جو دا پیج بھی مینوں دسنا جی اگر تسی برا نہ محسوس کرو تو. میں کیڑی گل تو بھائی جان برا محسوس کراں گا جیڑی کہو گے میں وہی تحریر پڑھ دیاں گا جتوں کہو گے. میں تانوں نا یعنی کہ تنگ نہیں کرنا چاہتا میں اس ساتھ یہ تحریر پڑھنی تنگ کر دے تنگ ہون دا کی تعلق جیڑی تحریر کہو گے وہی پڑھ دیاں گے. میں تو کدے بھی نہیں کیا وے تحریر میں نہیں پڑھتا. کیوں نہیں پڑھتا؟ جیڑی تحریر لکھی وہ پڑھنی کیوں نہیں؟ نہیں تضاد تو پھر آنا ہی آنا نا. ہوں یہ مرزا صاحب دی کتاباں نے تے اگر تحریر سے تضاد آ جائے تو پھر وہ ایمان رکھنا ضروری. فالتو اس وقت کمنٹ نہ کریں. ابھی ایک بات ہو رہی ہے فضول کے کمنٹ نہ کریں. پھر میں I'm sorry پلیز آپ کریں. آپ لوگوں کا یہ حال ہے کہ آپ احادیث میں تعریف کرتے پھرتے ہیں قرآن مجید میں تعریف کرتے پھرتے ہیں. ایک عقیدہ آپ قرآن سے ثابت نہیں کر سکتے اور ہمیں آ کے باتیں سناتے ہیں. مرزا صاحب کا یہ عقیدہ قرآن سے یعنی کہ وہ ختم کروا دو تو پھر یعنی کہ ان کا قرآن کے مخالف ہو عقیدہ تو پھر ادھر بیٹھے ہی آپ منکر انسان ہو. آپ کو اگر میں قرآن سے ہی اس کو مخالف قرار کروا دوں مرزا صاحب کی تحریر کے مطابق سیکر صاحب پھر کیا جو ڈن گئیں گے میں اب اس نے اب چپ نہیں کرنا. اچھا تحریر پڑھیں پلیز تحریر. ہاں جی یہ ہے جی جلد 21 کی آپ کہہ رہے ہیں 356. میرے سامنے تو کتاب کھلی ہوئی ہے اگر اعتبار کریں تو میں پڑھ دیتا ہوں وہاں سے. نہیں آپ مجھے پڑھنے دیں. آپ پڑھنے دیں حسینی صاحب. ٹھیک ہے. آپ نے آپ سے 3-4 دفعہ حسینی صاحب یہی پیج پڑھ کے اس کا جواب دیا گیا. آپ بار بار آ کے ٹاپک کو چینج کر دیتے ہیں اور پھر اپنی بات انفورس کرنا شروع کر دیتے ہیں. حالانکہ میں نے کون سی اپنی بات کی ہے وہ تو بتائیں. آپ نے بات جو یہ کی ہے جو آپ پوری بات نہیں پڑھتے اور آدھی بات پکڑ کے اپنی بات بھائی میری وہ بات تو کہیں نا جو میں نے خلاف واقعہ کہی ہے وہ کیا بات ہے؟ آپ نے جو بات کی ہے کہ یہ کون سی وہ بات ہے بتائیں جو میری بات تو ہے ہی نہیں. میں تو مرزا صاحب کے لفظ پڑھ رہا ہوں. ہاں تو میرا یہ دعویٰ نہیں ہے. سنیں دوبارہ سنیں یہ مرزا صاحب کے لفظ میرا لفظ کوئی بھی نہیں. حسینی صاحب یہ بہت آپ میرا یہ دعویٰ نہیں ہے کہ میں وہ مہدی ہوں مصداق ملت فاطمہ و منترتی وغیرہ ہے بلکہ میرا دعویٰ تو مسیح موعود ہونے کا ہے. وہ مسیح موعود کے لیے کسی محدث کا قول نہیں ہے کہ وہ بنی فاطمہ وغیرہ میں سے ہوگا. ہاں ساتھ اس کے جیسا کہ تمام محدثین کہتے ہیں میں بھی کہتا ہوں کہ مہدی موعود کے بارے میں جس قدر حدیثیں ہیں وہ تمام مجروح اور مخدوش ہیں اور ایک بھی ان میں سے صحیح نہیں ہے. اور جس قدر افتراء ان حدیثوں میں ہوا ہے کسی اور حدیث میں ایسا افتراء نہیں ہوا. خلفائے عباسی وغیرہ کے عہد میں خلیفوں کو اس بات کا بہت شوق تھا کہ اپنے تئیں مہدی موعود قرار دیں. بس اس وجہ سے بعض حدیثوں میں مہدی کو بنی عباس میں سے قرار دیا اور بعد میں بنی فاطمہ میں سے. اور بعض حدیثوں میں یہ بھی ہے کہ رجل من امتی
کہ وہ ایک آدمی میری امت میں سے ہوگا، مگر دراصل یہ تمام حدیثیں کسی اعتبار کے لائق نہیں. یہ صرف میرا ہی قول نہیں بلکہ بڑے بڑے علماء اہل سنت بھی یہی کہتے چلے آئے ہیں، اور ان حدیثوں کے مقابل پر یہ حدیث بہت صحیح ہے جو ابن ماجہ نے لکھی ہے، اور وہ یہ ہے کہ لا مادی الا عیسیٰ، یعنی کوئی مہدی نہیں، صرف عیسیٰ ہی مہدی ہے جو آنے والا ہے. پھر وہ کہتے ہیں یہ تمام اقوال اس بنا پر ہیں کہ مہدی موعود بنی فاطمہ سے یا بنی عباس سے آئے گا اور ابدال اور کتب اس کی بیعت کریں گے، مگر میں ابھی لکھ چکا ہوں کہ اکابر محدثین کا یہی مطلب ہے کہ مہدی کی حدیثیں سب مجروح اور مخدوش بلکہ اکثر موضوع ہیں اور ایک ذرہ ان کا اعتبار نہیں. بعض ائمہ نے ان حدیثوں کے ابطال کے لیے خاص کتابیں لکھی ہیں اور بڑے زور سے ان کو رد کیا ہے، اور جب کہ یہ حال ہے کہ خود مہدی کا آنا ہی مارد شک و شبہ میں ہے تو پھر ابدال کا بیعت کرنا کب ایک یقینی امر ہو سکتا ہے؟ جب اصل ہی صحیح نہیں تو فروق کب صحیح ٹھہر سکتے ہیں؟ ماسوا اس کے ابدال کے سر پر سینگ تو نہیں ہوتے. جو لوگ اپنے اندر پاک تبدیلی پیدا کر دیتے ہیں وہی خدا تعالیٰ کے نزدیک ابدال کہلاتے ہیں. اگر آپ ہی پاک تبدیلی پیدا کر لیں اور لوگوں کی لعنت ملامت، یہ اب مضمون دوسرا ہو گیا. وہ ہاں جی تو اس میں اب یہ جو آپ نے یہ جو حدیث پیش کیا ہے کہ ماسوا اس کے یہ حدیث صحیح ہے، میں نے کچھ بھی پیش نہیں کیا. جو آپ نے پڑھا ہے حسینی صاحب بات آپ کی جو پڑھا ہے اس سے آپ اتفاق کرتے ہیں؟ بالکل 100% اتفاق کرتا ہوں. آدھی بات پیش کر کے آدھی بات پیش کرتے ہیں. جو کچھ لکھا ہے اس سے آپ اتفاق کرتے ہیں؟ حسینی صاحب آپ ایک منٹ میری بات سنیں. بات ختم ہوگی. میرا تو اتنا ہی ہے، میرا تو کوئی موقف میں جو آپ نے پڑھا ہے کہ جو میں نے کچھ بھی اپنے پاس سے نہیں پڑھا. لا مہدی الا عیسیٰ، اس حدیث میں کیا مہدی کا ذکر ہے؟ جو کچھ بھی لکھا ہوا تھا حسینی صاحب بات کا جواب دیں. کیا جو کچھ لکھا ہوا تھا میں نے سارا پڑھ دیا. جواب سے نہ بھاگیں حسینی صاحب. میں بتا رہا ہوں کہ جو کوئی لکھا ہوا تھا میں نے پڑھ دیا. لا مہدی الا عیسیٰ میں کیا مہدی کا ذکر ہے؟ بھائی میرا تو اس میں کوئی موقف ہے ہی نہیں. میں نے تو لا مہدی الا عیسیٰ میں کیا مہدی کا ذکر ہے؟ سمپل سوال آپ سے پوچھا ہے. وہ سمپل ہی میں بھی کہہ رہا ہوں کہ جو کچھ لکھا ہے تاریخ. اب دیکھا نا، اب جواب نہیں نہ دینا آپ نے، اب جواب نہیں نہ دینا آپ نے. یہ جو کچھ لکھا تھا وہ جو سارا آپ کرتے ہیں نا، جو آدھی بات کرتے ہیں یہاں پہ. اب سن لیں، اب بات سن لیں. جب انہوں نے یہ ذکر کیا کہ یہ مہدی، انہوں نے ذکر کر رہے تھے ان حدیث کا جس میں حضرت فاطمہ کی نسل سے اور سارا وہ حدیثیں ہیں جس میں امام مہدی کو ایک علیحدہ وجود کے طور پہ پیش کیا گیا. اس کی انہوں نے کہا ہے کہ وہ حدیثیں جو ہیں وہ قابل اعتبار نہیں، اور اس کی برعکس انہوں نے کہا کہ یہ حدیث زیادہ صحیح ہے کہ مہدی کے علاوہ عیسیٰ کوئی نہیں، یا عیسیٰ مہدی ایک ہی ہیں، یا عیسیٰ کے علاوہ کوئی مہدی نہیں. یہ جو جب انہوں نے حدیث پیش کی اس میں مہدی کا ذکر ہے. اگر وہ کہہ رہے ہیں کہ تمام مہدی کی حدیثیں قابل اعتبار نہیں تو پھر یہ اس کو صحیح کیوں کہہ رہے ہیں؟ سمپل سی بات ہے. انہوں وہ بات یہ پیش کر رہے ہیں کہ وہ احادیث جن میں حضرت مہدی کو علیحدہ وجود کے طور پہ پیش کیا گیا ہے وہ احادیث قابل اعتبار نہیں رہی بزرگان کے قریب. یہی بات ہے. فرماتے ہیں کہ یہ تمام اقوال اس بنا پر تھے کہ مہدی موعود بنی فاطمہ یا بنی عباس سے آئے گا. آپ دیکھیں، آپ نے کتب اس کی بیعت کریں گے. میں بھی لکھ چکا ہوں کہ اکابر محدثین کا یہی مطلب ہے. میں نے اپنی بات کر دی. بار بار جب ہم کسی چیز کو ڈسکس کر رہے ہوتے ہیں، آپ یہ جو چیز ہے نا کہ زبردستی انفورس کرتے ہیں اور اپنا مطلب چڑھاتے ہیں، یہ چیز یہ حق آپ کو حاصل نہیں ہے. جب آپ کو ایک دفعہ جواب دے دیا کہ دیکھیں ہم اس کو ایسے سمجھتے ہیں اور اس وجہ سے سمجھتے ہیں، آپ کو پڑھ کے سناتے ہیں ہم، تو پھر آپ اس چیز کے پیچھے کیوں پڑے جاتے ہیں؟ آپ کو مطمئن تو نہیں نا ہم کر سکتے. لیکن جب آپ کو جواب دے دیا کہ اکابر محدثین کا یہی مطلب ہے کہ مہدی کی حدیثیں اب پکڑ ایک لائن کو پکڑ کے بیٹھ گئے ہیں ہم سب مجروح اور میرے سوال کا آپ نے جواب نہیں دینا، ایک لائن کو پکڑ کے بیٹھ کے آپ نے زبردستی انفورس کرنا ہے. یہ بالکل آپ وہ حرکتیں کر رہے ہیں، یہ جو ملک کیسر صاحب جیسے لوگ یا علی حق جیسے لوگ جو حرکتیں کرتے ہیں، بالکل وہی طریقہ آپ اختیار کر رہے ہیں. اور ایک ذرا ان کا اعتبار نہیں. بعض ائمہ نے ان حدیثوں کے ابطال کے لیے خاص کتابیں لکھی ہیں اور بڑے زور سے ان کو رد کیا ہے، جبکہ یہ حال ہے کہ خود مہدی کا آنا ہی مارد شک و شبہ میں ہے، اور پھر ابدال کر بیعت کرنا کب ایک یقینی امر ہو سکتا ہے؟ جب اصل ہی صحیح نہیں تو فرق کب صحیح ٹھہر سکتے ہیں؟ یہ انہوں نے فرمایا ہے. جی پکڑ لیں بس ایک دو لائنیں، پوری بات نہ کیجیے گا. اور یہ حسینی صاحب یہ پیج کون سا ہے؟ میں تو دو دفعہ یہ ہے کہ 356 اور 357 ہے. روحانی خزائن جلد نمبر 21 کا ہے نا آپ نے؟ جی بالکل. اس میں 356 پہ تو ہے. اس اعتراض کو میں نہیں سمجھا. پھر دوسرا یہ تمام کال بنا پر ہے کہ مہدی، اچھا ہاں
یہ میں دوبارہ پڑھ دیتا ہوں، ٹھیک ہے، پوری بات پڑھیں. ادھر سب سے پہلے یہ لکھا ہوا ہے قول اہل ظاہر کو چشمے باطن. کال نہیں یہ لکھا ہوا، قولا یہ کال نہیں ہے، کاف واو لام ہے. نہ یہ نہیں لکھا ہوا کال. آپ کدھر سے پڑھ رہے ہیں؟ ادھر سے جدھر سے آپ پڑھ رہے ہیں. اچھا بہرحال میں یہاں پہ لکھا ہوا ہے کہ اہل ظاہر تو چشمے باطن نہیں اس رکھتے. کو آپ پڑھیں گے اقول. اقول کا مطلب ہوتا ہے میں یہ کہتا ہوں. وہ سے پچھلا ہے الف کاف واو لے، میں اسے اگلا پڑھ رہا ہوں جب اس کی میں دعا میں کہہ رہا ہوں کہ جس کو آپ کال کہہ رہے ہیں وہ کال نہیں ہے بلکہ اقول ہے. وہ تو ٹروتھ سیکر صاحب اس کو کولا پڑھ رہے ہیں، برف والا کولا ہے یہ نہیں، اس سے اگلا لکھا ہوا ہے یار. میں عرض کر رہا ہوں کہ 356 کا جو صفحہ ہے وہ شروع ہی اقول سے ہوتا ہے، اس میں پہلا لفظ جو ہے وہ اقول ہے. پتہ نہیں آپ حسینی صاحب کن چیزوں میں پھنس جاتے ہیں، میں آپ کو دکھاتا ہوں. پتہ نہیں کیا ہے وہ ہو گیا ہونا ہے نا، مطلب یعنی کہ 356 اس میں پہلا لفظ جو ہے وہ اقول ہے. آپ کہیں سے کال پڑھ رہے ہیں، وہ کال نہیں ہے بلکہ اقول ہے. وہ ہاں جی یہی ہے. یہ دیکھیں اقول لکھا ہوا ہے، یہ بھی اقول لکھا ہوا ہے نیچے. اوپر جائیں تو وہاں بھی اقول نظر آئے گا، الف نظر آئے گا شروع میں آپ کو. ایسا مطلب کہ میں جو کہہ رہا ہوں، ہاں جی ہاں جی اقول جو کہہ رہا ہوں میں کہتا ہوں جی. پڑھنا اقول نہیں آتا تو حسینی صاحب نال جپے ہیں. یہ کال و ہو کا مطلب لو سپیکر صاحب مائک کھولو. جی جی میں یہاں سے پڑھا تھا، یہ یہاں سے پڑھا تھا میں. نہیں یہاں سے صفحہ نہیں شروع ہوتا، صفحہ اور اوپر سے لیکن شروع میں تو ہوتا ہے. یہاں سے پڑھا تھا نا حسینی آپ صاحب. کی اپنی مرضی ہے، جہاں سے مرضی پڑھنا شروع کر دیں، لیکن آپ نے پوچھا تھا جس جگہ سے شروع ہوتا ہے جہاں سے یہ میں لیکن یہاں سے پڑھنا شروع کیا تھا نا، میں آپ کو یہ بتا رہا ہوں. حسینی صاحب ناراض نہ ہو، اس نے اپنی مرضی کا پڑھنا ہے نا، اس نے اپنی مرضی کا پڑھنا ہے. اب یہ نیکسٹ یہاں سے میں پڑھنا شروع کرتا ہوں، ٹھیک ہے. اقول یہ تمام قول اس بنا پر کہ میں یہ نہیں ہے، یہ 356 نہیں ہے یہ تمام کال والا، یہ غلط ہے یہ بات. یہ تمام اقوال لکھا ہوا ہے. ٹروتھ سیکر پہلے اردو سیکھ لو میرے پیارے بھائی. ہے یار الف کاف واو لام. اور تو یہ تمام اقوال لکھا ہوا ہے نا آگے تو. ہاں تو صفحے کے شروع میں یہ جائے نا، تمام اقوال اس بنا پر ہیں، یہاں سے پڑھ رہا ہوں نا. نہیں اقوال نہیں لکھا ہوا بھائی، اقوال نہیں ہے. ایک منٹ ٹھہرے، میں یہ تمام یہ آگے کیا لکھا ہوا ہے حسین صاحب؟ یہ تمام اقوال، ہاں جی وہ نہیں اقوال لکھا ہوا بھائی، کوئی اقوال نہیں لکھا ہوا. یار حسینی صاحب پتہ نہیں کیا ہو گیا ویسے. اس تھلے حسینی صاحب تھلے جو لکھے ہیں پڑھن دو. ایک منٹ اچھا چلے پڑھنے لگا ہوں. یہ اچھا پیج کھول کے سامنے لاؤ. پیج کا شروع پڑھے نا، پیج جہاں سے شروع ہوتا ہے وہاں یہ نہیں لکھا ہوا. سن لیں سر حسینی صاحب، سن لیں. 356 کا شروع سے پڑھیں. جی جی یہ تمام اقوال اس بنا پر ہیں. یہ نہیں ہے، یہ 356 کا نہیں ہے صاحب. اس نو پیج پچھلے پڑھنا پینا کیونکہ وہ لکھا کہ میں جو پہلے لکھ چکا ہوں. یہ نہیں ہے بات. یہ جو 356 پیج ہے وہ اس لفظ سے شروع ہوتا ہے، وہاں ہیڈنگ دی ہے اقول، اور اس کے بعد یہ لفظ ہیں. میرا یہ دعویٰ نہیں ہے کہ میں وہ مہدی ہوں، کوئی ایسی عبارت نہیں ہے جو پیچھے سے پڑھنی ہو، یہاں سے شروع ہوتی ہے. یہ 356 یہ چونکہ وہ انٹرنیٹ سے پڑھ رہے ہیں، پتہ نہیں آگے پیچھے کر رہے ہیں. میرے پاس اصل کتاب موجود ہے تو میں کتاب کے اوپر سے پڑھ رہا ہوں. تو 356 کتاب سامنے کر سکتے ہو؟ جی سامنے کر سکتے ہو؟ نہیں میں نہیں کر سکتا. اچھا چلیے اب سن لیں. صاحب کو بات کرنی. ہاں جی وہ یہ ہے کہ یہ تمام اقوال اس یہ جو آپ پڑھ رہے ہیں وہ بات ہے ہی نہیں جو میں پڑھ رہا ہوں، اس لیے جو میں پڑھ رہا ہوں مجھے پڑھنے دینا. جو بھی آپ نے پڑھنا ہے آپ پڑھتے نہیں، آپ کی مرضی ہے. میں وہ بات کہہ رہا ہوں جو شروع میں لکھی ہوئی ہے. اگر وہ آپ نہیں پڑھیں گے تو پھر میرا اور آپ کا شروع میں کون سا کارسپونڈنس نہیں ہے. 356 ہے شروع میں. اچھا 356 کا صفحہ جہاں سے شروع ہوتا ہے وہاں کیا لفظ ہے بات. ہاں میں بتاتا ہوں اس سے. یہ جو 356 ہے نا اقول، ٹھیک ہے، آپ شروع میں کہہ رہے ہیں. اس سے پہلے ایک آیا ہے قولہ،
ٹھیک ہے، کوئی یعنی چیز اس سے پہلے نہیں آئی 356 کا صفحہ شروع یقول سے ہوتا ہے، اس سے ریلیٹڈ ہے نا، اس میں کوئی لفظ اور نہیں ہے. اچھا سن تو لیں، وہ 3 لائنیں ہیں، وہ میں پڑھ لوں، اس کے بعد اسی پہ آ جاؤں گا. وہ یہ ہے مہدی موعود کی صفت میں جو بعض احادیث میں من ولدو یہ آپ 355 پڑھ رہے ہیں، 356 نہیں پڑھ رہے. ہاں وہی پڑھ رہا ہوں، اس سے پچھلی 3 لائنیں پڑھ رہا ہوں نا 356 سے. من ولدو فاطمہ واقعہ ہے، اور بعض میں ابھی عربی میں لکھا ہوا ہے، اس کی زیر زبر نہیں ڈلی ہوئی، تو میں بعض میں من یہ ولد فاطمہ، یہ جو آپ پڑھ رہے ہیں یہاں سے، اس میں یہ لفظ ہے من ولد فاطمہ واقعہ ہے، بھی واقعہ ہے، اور یہ بھی واقعہ ہے کہ اور آگے پھر نہیں آپ چھوڑ گئے درمیان میں، واقعہ ہے کے بعد ہے بعد میں من اطرتی، اور بعد میں من اہل بیتی، اور بعد میں من اہل بیتی بھی واقعہ ہے، بھی واقع ہے. اور یہ بھی واقع ہے کہ یہ اب مجھے یہ زیر زبر نہیں لگی ہوئی تو اس کو میں پڑھ نہیں سکتا. یواتیو اسمہ اسمی و اسم ابی ہے اسم ابی، اس میں ابھی. ہاں جی، بس ان میں سے ہر ایک کی کیا تجیح ہے بیان فرما دیں. ٹھیک ہے، اس کے جواب میں لکھتے ہیں اقول میرا یہ دعویٰ نہیں ہے کہ میں مہدی ہوں جو مصداق میں وہ مہدی ہوں، میرا یہ دعویٰ نہیں کہ میں وہ مہدی ہوں جو مصداق من ولد فاطمہ و من اطرتی وغیرہ ہے، من اطرتی وغیرہ ہے. ہاں، بلکہ میرا دعویٰ تو مسیح موعود ہونے کا ہے، اور مسیح موعود کے لیے کسی محدث کا قول نہیں کہ وہ بنی فاطمہ وغیرہ میں سے ہوگا. ہاں، ساتھ اس کے جیسا کہ تمام محدثین کہتے ہیں، میں بھی کہتا ہوں کہ مہدی موعود کے بارے میں جس قدر حدیثیں ہیں تمام مجروح اور مخدوش ہیں، اور ایک بھی ان میں سے صحیح نہیں. ہاں جی، اور جس قدر افطراء ان حدیثوں میں ہوا ہے کسی اور حدیث میں ایسا افطراء نہیں ہوا. خلفاء عباسی وغیرہ کے عہد میں خلیفوں کو اس بات کا بہت شوق تھا کہ اپنے تئیں مہدی موعود قرار دیں، بس اس وجہ سے بعض حدیثوں میں مہدی کو بنی عباس میں سے قرار دیا، اور بعض میں بنی فاطمہ میں سے، اور بعض میں بنی فاطمہ میں سے. اور بعض حدیثوں میں یہ بھی ہے کہ رجلو من امتی. اب یہ پھر زیر زبر نہیں ہے، یہ کریکٹ کر دیں اگر آپ نے کرنا ہے. رجل من امتی، ٹھیک ہے، رجل من امتی، کہ وہ ایک آدمی میری امت میں سے ہوگا. مگر دراصل یہ تمام حدیثیں کسی اعتبار کے لائق نہیں. یہ صرف میرا ہی قول نہیں بلکہ بڑے بڑے علماء اہل سنت یہی کہتے چلے آئے ہیں، اور ان حدیثوں کے مقابل پر یہ حدیث بہت صحیح ہے جو ابن ماجہ نے لکھی ہے، اور وہ یہ ہے کہ لا مہدی الا عیسیٰ، یعنی اور کوئی مہدی نہیں، صرف عیسیٰ ہی مہدی ہے جو آنے والا ہے. اب یہ جو حدیث آپ کے سامنے لا مہدی الا عیسیٰ، کیا اس میں مہدی کا ذکر نہیں ہو رہا؟ اگر وہ کہہ رہے ہیں کہ تمام حدیثیں مہدی کے بارے میں مجروح ہیں، قابل اعتبار نہیں ہے، تو پھر یہ حدیث بھی کو کیسے صحیح کہہ دیا؟ صاف ظاہر ہے کہ وہ یہ ذکر کر رہے ہیں کہ جن حدیث میں امام مہدی کو ایک علیحدہ شخصیت کے طور پہ، ایک علیحدہ وجود کے طور پہ پیش کیا گیا ہے، وہ حدیثیں قابل اعتبار نہیں ہے. اور جن حدیثوں میں پیش نہیں کیا گیا وہ حدیثیں ٹھیک ہیں، اور وہ حدیثیں انہوں نے لکھ دی ہیں ساری. میں نے تو آپ کے سامنے، انہوں نے تو جس کو لا مہدی الا عیسیٰ کی حدیث کو انہوں نے صحیح کہا کہ تمام حدیثیں اور ایک حدیث میں کوئی فرق ہوتا ہے یا نہیں؟ مجھے یہ بتائیں کہ لا مہدی الا عیسیٰ میں مہدی کا لفظ آیا ہے کہ نہیں؟ میں یہی عرض کر رہا ہوں کہ تمام حدیثیں ہوں اور ایک حدیث ہو تو کیا کہیں گے کہ تمام حدیثیں غلط ہیں اور ایک حدیث ٹھیک ہے. آپ خود ہی بتائیں نا کہ لا مہدی الا عیسیٰ میں کیا مہدی آیا کہ نہیں؟ میں یہی عرض کر رہا ہوں کہ تمام حدیثیں غلط ہیں، یہ ٹھیک ہے بات یا نہیں؟ میرا خیال ہے آپ ایک لوپ میں چل پڑے ہیں، آپ نے بات کا جواب نہیں دینا. بات سمپل سی یہ ہے کہ اس میں انہوں نے یہی بات بیان کر رہے ہیں کہ جو جن احادیث میں حضرت مہدی علیہ السلام کو علیحدہ وجود کے طور پہ ذکر کیا وہ حدیث قابل اعتبار نہیں. اس میں تو انہوں نے کہی یہ سب آپ کی تفسیر ہے، تو پھر انہوں نے لا مہدی الا عیسیٰ کی حدیث کو صحیح ساری آپ کی تفسیر ہے. یہی لا میں نے مہدی پڑھا الا تھا. عیسیٰ حدیث ادھر پیش کرنے کا اس کا ترجمہ یہ ہے نہیں مہدی عیسیٰ کے علاوہ. صاف ظاہر کر دیا کہ جس لحاظ سے وہ ان کو کہہ رہے ہیں کہ دوسری حدیث قابل اعتبار نہیں، وہ ہیں جن میں مہدی کو علیحدہ وجود کے طور پہ پیش کیا ہے، نہ کہ وہ حدیثیں جن میں مہدی اور عیسیٰ ایک ہی ہیں.
सिंपल सी बात है। जैसा कि तमाम मुहद्दिसीन के आपको देखिए हुसैनी साहब, बात सिंपल सुने। मैंने जवाब दे दिया, आपने अपनी बात कर दी, मैं आपको मुतमिन नहीं कर सकता, ठीक है। मैंने जो देखा है, जो मेरे सामने है, जो मैंने बिल्कुल आपके सामने मैंने कब कहा है आपको कि मुझे मुतमिन करें आप? फिर एक जब सब्जेक्ट डिस्कस हो रहा होता है उसमें आपने ये दरखास्त की नहीं, जो भी आप फरमाना चाहते हैं फरमाते जाएं, मैंने तो कोई एक जब सब्जेक्ट डिस्कस हो रहा होता है, बात चल रही होती है, उसमें बीच में आके आपने अपनी बात को बीच में एक ऐड कर देना, जो आप जबरदस्ती इन्फोर्स करते हैं हम पे, ये तरीका ठीक नहीं है। दिस इज नॉट राइट। मेरे कौन से लफ्ज हैं वो तो बोलें जरा, मेरे लफ्ज बोल दें कि मैंने वो इम्पोज किए। मैंने तो अपना कोई लफ्ज बोला ही नहीं, मैंने तो सिर्फ तहरीर पढ़ी है बात। मैं तो बिला तबसरा सिर्फ वही तहरीर पढ़ रहा हूँ जो बात लिखी, दैट्स इट। पंगा की पे है वही गार वाला। मैं सिर्फ इतना अर्ज किया है कि मैं बताता हूँ वो इन्होंने ना, मैंने इनके सामने हदीस पेश की, ये मलिक कैसर साहब के सामने, ठीक है। ये हदीस वो पेश ये की कि जिसमें हज़रत ईसा अलैहिस्सलाम को, और ये सही हदीस है मसनद इमाम अहमद की, जिसमें हज़रत ईसा अलैहिस्सलाम को इमाम मेहदी कहा गया है, ठीक है। इन लोगों ने क्या किया कि इनके अक्सर साइट्स पे इन्होंने अरबी की तर्जमे में तहरीफ की है। अरबी में इमाम मेहदी लिखा हुआ है, तर्जमे उन्होंने इमाम मेहदी के लफ्ज़ को ही हज़फ कर दिया है, ठीक है। और अरबी में इमामन मेहदीन व हकमन अदलन, और तर्जमे में लिख दिया है कि हज़रत ईसा अलैहिस्सलाम आएंगे जो आदिल हुक्मरान होंगे। इमाम मेहदी का तर्जमा ही नहीं किया। अब ये बात मैं इनसे कर रहा था तो मुझे फिर हुसैनी साहब ने कहा कि आप लोग, आपके तो जो आप जिनको मानते हैं हज़रत मसीह मौद अलैहिस्सलाम, उन्होंने तो कहा है कि तमाम हदीसें ही जो हैं वो काबिल एतबार नहीं है, तो आप ये हदीस क्यों पेश कर रहे हैं? तो यहाँ से बात चली थी। मैंने कहा कि देखें हम इसका नहीं मानते, मैंने वो पेज पढ़ा हुआ है, आपसे पहले भी डिस्कस हुआ है, उसका वो उधर जो जिक्र हुआ है वो ये है कि वो अहादीस जो जिसमें हज़रत इमाम मेहदी को अलहदा वजूद के तौर पे पेश किया गया है, उनको उन्होंने काबिल एतबार नहीं कहा। लेकिन ये नहीं कि जिनमें हज़रत के हर किस्म की हदीस में हज़रत इमाम मेहदी और ईसा अलैहिस्सलाम को एक वजूद करार दिया गया, सारी गलत हैं, ये बात नहीं है। तो लेकिन ये बात पहले भी हमारी डिस्कस हो चुकी है, लेकिन ये अपनी बात पे परसिस्ट कर रहे हैं, और इस वजह से फिर दोबारा हम पूरा टॉपिक चेंज करके पहले इनसे बात करनी पड़ी मुझे हुसैनी साहब से। ठीक है, समझ आया। हाँ जी, आप क्या कहते हैं भाई साहब? मैं ये कह रहा हूँ बासिक साहब, इन्होंने नज़ूल ईसा की हदीस पेश की है जो कह रहे हैं बिल्कुल सही हदीस है, तो मान ले, फिर उसको मान ले, आपकी मर्जी। अगर आप समझते हैं ठीक हो, दिल मानते तो मान ले। ये नहीं ना मानते, ये हदीस पेश करके कहते हैं हदीस बिल्कुल ठीक है, तर्जुमा भी बिल्कुल ठीक है जो मैंने किया है, लेकिन मैं हदीस नहीं मानूंगा। नहीं, वो हदीस बात ये है कि जो क्लियरली हज़रत मसीह मौद ने फरमाया कि जैसे वो हदीस कि जो हज़रत फातिमा की नस्ल में होगा, जो मेहदी होगा, या कोई कहते हैं कि एबोसाइड होगा, हज़रत अब्बास की नस्ल में से होगा, ये जो तमाम अहादीस हैं ये सही हदीसें नहीं है, ऐसी कोई प्रेडिक्शन नहीं है। और ये एबोसाइड जो थे खुलफा, उनको बड़ा शौक था इस तरह की हदीसें बनाने का, ये खड़ी गई हैं उनके ज़माने में हदीस। लेकिन इस तरह की और हदीस के जैसे ईसा के अलावा मेहदी कोई नहीं है, यानी कि दोनों एक ही वजूद है, वो ट्रू है, क्योंकि मसीह मौद ने तो वो बातें कंफर्म की है ना खुदा ताला से पाके खबर। तो इसलिए वो तो उनका तो दावा यही है कि दो वजूद नहीं है, इमाम मेहदी और ईसा वो एक ही है। तो उन्होंने कहा वो जो हदीस है वो ठीक है। बाकी ये कहना फातिमा की नस्ल में से होंगे, इधर से होंगे, वो होंगे, जो लोग कहते हैं हज़रत अली के बेटे होंगे, तो ये घड़ी गई है हदीस। ये बात उन्होंने मजमून बयान किया जो कि हुसैनी साहब ने पढ़ा। तो हुसैनी साहब, मैंने कोई बात गलत नहीं कही है, ये आपने पढ़ा जी, सही आप फरमा रहे हैं। मैं तो सिर्फ इतना अर्ज कर रहा था कि उन्होंने
یہ صفحہ نمبر 356 اور 357 زمیمہ برائن احمدی ایسا پنجم میں فرمایا ہے کہ میرا یہ دعویٰ نہیں ہے کہ میں وہ مہدی ہوں جو مصداق میں ولد فاطمہ میں منترتی وغیرہ ہے، بلکہ میرا تو دعویٰ مسیح موعود ہونے کا ہے۔ ہاں ٹھیک ہے، اور مسیح موعود کے لیے کسی محدث کا قول نہیں کہ وہ بنی فاطمہ میں سے ہوگا۔ ہاں ہاں ساتھ اس کے یہ ہن ایک نویں گل کہہ رہے ہیں، ہاں ساتھ اس کے جیسا کہ تمام محدثین کہتے ہیں، میں بھی کہتا ہوں کہ مہدی موعود کے بارے میں جس قدر حدیثیں ہیں تمام مجروح اور مخدوش ہیں اور ایک بھی ان میں سے صحیح نہیں، اور جس قدر افتراء ان حدیثوں میں ہوا ہے کسی اور حدیث میں ایسا افتراء نہیں ہوا۔ خلفائے عباسی وغیرہ کے عہد میں خلیفوں کو اس بات کا بہت شوق تھا کہ اپنے تئیں مہدی موعود قرار دیں، بس اس وجہ سے بعض حدیثوں میں مہدی کو بنی عباس میں سے قرار دیا اور بعض میں بنی فاطمہ میں سے، اور بعض حدیثوں میں یہ بھی لکھا ہے، یہ بھی ہے کہ رجل من امتی، کہ وہ ایک آدمی میری امت میں سے ہوگا، مگر دراصل یہ تمام حدیثیں کسی اعتبار کے لائق نہیں۔ یہ صرف میرا ہی قول نہیں بلکہ بڑے بڑے علماء اہل سنت یہی کہتے چلے آئے ہیں، اور ان حدیثوں کے مقابل پر یہ حدیث بہت صحیح ہے جو ابن ماجہ نے لکھی ہے، اور وہ یہ ہے کہ لا مہدی الا عیسیٰ۔ یہ ہے، وہ صرف ایک ہی حدیث امام مہدی کے متعلق مانتے ہیں جو لا مہدی الا عیسیٰ، باقی ساری حدیثوں کو وہ مجروح، مخدوش اور ساقط الاعتبار کہتے ہیں۔ یہ ان میں شکوک و شبہات بڑے ہیں نا، لیکن نا کہ جیسے شیعہ حضرات ہے وہ کہتے ہیں کہ جو 12 امام ہیں، امام مہدی جو ہے وہ جو بھی ہے، مطلب انہوں نے یہ کوئی اعتراض میں نہیں کر رہا، میں یہ کہہ رہا ہوں آپ نے سن لیا نا جو وہ کہہ رہے ہیں، میں اس پہ اعتراض نہیں کر رہا، میں یہ کہہ رہا ہوں کہ یہ انہوں نے فرمایا ہے۔ بالکل صحیح ہے، آپ نے صحیح پڑھا ہے اور ہم بھی یہ مانتے ہیں۔ بس اتنی اس کی بات۔ وجہ یہ ہے کہ امام مہدی کی حدیثوں کے مطلب بہت زیادہ کنفیوژن تو شیعہ اور سنیوں کے درمیان بھی ہے۔ جیسے شیعہ حضرات کہتے ہیں کہ امام مہدی جو ہے غاروں میں چھپے ہوئے ہیں، جب انہوں نے فارغ کر دی نا ساری حدیثیں، انہوں نے کہا کہ کوئی بھی قابل اعتبار نہیں، تمام حدیثیں۔ اسی وجہ سے ہے نا، میں جو عرض کر رہا ہوں یہ ہے کہ کنفیوژن ہے۔ تو جب وہ فارغ کر دیں تو اب حدیثیں ڈھونڈ ڈھونڈ کے کہیں سے لانا کہ یہ حدیث ٹھیک ہے وہ ٹھیک ہے، انہوں نے ایک حدیث کو صحیح قرار دیا ہے۔ علیحدہ وجود کے بارے میں حسینی صاحب، علیحدہ وجود کے بارے اس میں کوئی علیحدہ وجود کا ذکر ہے؟ لا مہدی الا عیسیٰ کا ذکر کس لیے کیا انہوں نے؟ میں عرض کر رہا ہوں کہ انہوں نے کہا کہ تمام حدیثیں مجروح ہیں، مخدوش ہیں اور اعتبار کے لائق حسینی صاحب آپ اپنی نہیں۔ بات ایک کر چکے سٹیٹمنٹ ہیں، ہوگی پوری۔ میں نے اپنی بات کر چکی ہے، کتنی دفعہ آپ نے ریپیٹ کرنی ہے یہ بات؟ وہ سننے بعد کوئی بات نہیں، سینی صاحب کی بات ٹھیک ہے، کوئی بات۔ وہ بھی کہہ رہے ہیں کہ میں نے صرف پڑھی ہے، میں اختلاف نہیں کر رہا، تو پڑھنا ٹھیک ہے، کوئی بات نہیں۔ اختلاف تو اس بات پہ ہے کہ واقعی سنی اور شیعوں کے درمیان بھی آپس میں اختلافات ہے، انہیں حدیث پہ سزا صرف، اسی لیے آپ نے مینشن کیا کہ میرے سے پہلے بھی عبدال اور دوسرے جو وہ بھی رد کر چکے ہیں اور میں بھی رد کرتا ہوں، ہاں یہی لکھا ہوں۔ صحیح ہے، صحیح اب اس میں میرا کیا قصور ہے؟ میرا کیا موقف ہے؟ میں کچھ کہہ رہا ہوں بات؟ ہو گیا، ٹھیک ہو گیا حسین صاحب، ٹھیک ہو گیا، ٹھیک ہے سر، حسین صاحب ٹھیک ہو گیا، کوئی مسئلہ نہیں۔ صحیح ہے، صحیح ہے، کوئی بات نہیں، ٹو سیکر صاحب ٹھیک ہے۔ بڑی مہربانی ہے، آپ نے مجھے معاف کر دی ہے۔ نہیں معاف کی میں اس قابل کہا، لیکن بہرحال بات ہو گئی ہے، اب اس کو چھوڑیں، اس بات کو۔ ہاں نہیں، میں نے بڑی کھینچی یہ بات، بہت اپنی باتیں درمیان میں ڈالی ہیں، لیکن صاحب بچایا جان دو، آخر معاف کر دیں، معاف کر دیں۔ چلے ٹھیک۔ جذباتی بچہ بڑا جذباتی بچہ ہے، ہار مننے والے پاس نہیں آتا، جو مرضی کر لو۔ نہیں، بات ہار ماننے کی نہیں ہے ملک قیصر صاحب، اگر دیکھیں کوئی بات علمی لحاظ سے ایسی پیش کی جائے تو میں اپنی بات کو اپڈیٹ کر لوں گا، لیکن مجھے جو سمجھ آ رہی ہے میں وہ اپنے نیک نیتی سے وہ پریزنٹ کر رہا ہوں، ٹھیک ہے؟ میں نے اپنی بات کر دی، جو دوسرے سائڈ سے کسی اور نے جو اپنی بات کرنی ہے اپنی بات کر دیں۔ اب ہم ایک دوسرے کو منا تو نہیں نہ سکتے۔ ویسے ایک بات تو بتاؤ، پاکستان یہ منانے کی بات تو تب آتی ہے جب کوئی اختلافی بات ہو، جب ایک ہی بات کہہ رہے ہو کہ گردوارے سے آ رہے ہیں، دوسرا کہتا ہے میں بھی یہی کہہ رہا ہوں کہ گردوارے سے آ رہے ہیں، اس میں منانے کا کیا مطلب؟ اب یہ بتاؤ کہ پاکستان میں کون سا علاقہ ہے آپ کا، اور کاسٹ کیا ہے آپ لوگوں کی؟ کدھر گجر ہی نہ نکل آئے؟ نہیں، بدیشہ نکل گے۔ کون پاکستان میں جٹ، اور پاکستان میں کون سا علاقہ ہے؟ پاکستان میں رحیم یا خان۔ وہ تو ڈاپ فلی ہوئے تھے، تو ہرن ہی بڑے ہوندے نے۔ احمد پور شرکیہ تے رحیم یا خان دے بہار۔
तो आपका तलब ये अब्बासी खानदान से है, वो सब हुकूमत उन्हीं की रही है ना अब्बासाइड्स की वहाँ। हाँ जी, अब्बासियों की हुकूमत रही है ना बाहर। हाँ हाँ बिल्कुल इंडिया खान वो सारा एरिया अब्बासाइड्स है ना सारे। नवाब यूसुफ सलाउद्दीन, नवाब सादिक, नवाब सादिक, बिल्कुल सादिक। पाकिस्तान की बड़ी मदद की है उन्होंने। बिल्कुल। बल्कि जो अभी भी हमारी आर्मी में आर्टिलरी की रेजिमेंट्स हैं, जैसे 14 अब्बासिया हम अभी भी उसे कहते हैं, जो 14 फील्ड रेजिमेंट है, वो सादिक साहब ने दी थी, तो उसका नाम अभी भी 14 अब्बासिया हम उसे कहते हैं, क्योंकि वो रेजिमेंट पाकिस्तान को उन्होंने दी थी। जी हुसैन साहब कभी गए हो रहीम यार खान? नहीं, बड़े मिठे आम होंगे ने। बस उत्थों सिर्फ ਜਿਹੜਾ ਗੱਡੀ ਤੇ ਗੁਜ਼ਰੇ ਆ ਉਹਦੇ ਚ ਯਾਰ ਖਾਂ ਆ ਜਾਂਦਾ। चौंसा ते अनवल आहा सुभान अल्लाह। लशारी ने ना उत्थे लशारी एक बड़ी वड्डी फैमिली है। अच्छा, वो मैनू आम दे के जांदे हुंदे सन। मैं माशाअल्लाह। भावल तुरिया ना, मैं पोस्टिंग दी। अच्छा 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 अच्छा, ठीक ठीक ठीक। भावलपुर में वहाँ मिठे शायद, और हिरन का हमने रात को शिकार खेलने जाना वहाँ पे मंडी यजमान। फौज दे कारतूस ते फौज दी अपना पेट्रोल दे फौज दी जीप। आहा क्या बात। रात को उनकी आंखें चमकनी जी, तो ठंड होती थी ठीक ठाक। बड़ी खूबसूरत इलाका, बड़ा जबरदस्त। सुभान अल्लाह। उधर दिन के टाइम लोग चरख पकड़ते हैं। चरख पता ना आपको क्या होता है? मुर्गा नहीं, चरख जो होते हैं ये शाहीन जो दुबई वाले वो उनको पकड़ते हैं, फिर उस जमाने में 2-3 लाख का बेचते हैं। माशाअल्लाह। सुभान अल्लाह। बड़ा प्यारा इलाका है वो, नो डाउट। शाम वक्त की बड़ी प्यारी होती है डेजर्ट में, टीलों के ऊपर मैंने टेंट लगाना और उधर सोना, और हसीन रात को ठंडी हवा चलती। लेकिन उधर सांप बड़े होते हैं, सांप कोबरा। नहीं, पहले तो कोई इतने हुए हैं, क्या पता पहले कोई हुआ। हाँ, एक आध मुझे ना पता चला। माइक बंद कर लो भाई अजीत साहब। सांप बड़े होते हैं उधर उस इलाके में। कोबरा नहीं देखा, छोटे सांप देखते हैं डेजर्ट छोटे। उधर कॉटन का एरिया ना, कॉटन बड़ी। और जब मैं भागता था तो वो पेंट के ऊपर एक वो छोटे छोटे वो कांटे से लग जाते थे, उन्होंने कहते ना मोहब्बत। और मौना साहब की हो गया डकार लैंड दे तुसी माइक दे अंदर जी। वो पता नहीं बंदा डकार लैंदा पिया माइक दे अंदर। अच्छा। कश्मीरी साहब आ गए। यार मेरा सवाल बीच में ही रह गया था, सीकर साहब और मलक साहब आप दोनों ने नहीं हल किया। हुक्म करो, दोनों ही थे। यार वो बात हो रही थी, सीकर साहब कह रहे थे कि ये हाजिर और नाजर जो रसूलुल्लाह हैं या नहीं, तो मैंने कहा कि कुरान की आयत तो ऐसी मिलती है कि अल्लाह कहता है कि एक मैं देख रहा हूँ, एक मेरा रसूल देख रहा है और कुछ मोमिनीन देख रहे हैं। तो ये नहीं समझ आ रही, क्या इससे कोई पहलू निकलता है इस चीज का कि वो अगर देख ये आयत केड़ी जगह है? कोई है? सानी साहब है वे, लेकिन मैंने आयत नहीं याद है, कुरान में है। ठीक है। देखा मुराद रसूल की आंखें अल्लाह की आंखें होती हैं। कहने का मतलब था ये कि फिर अगर देख रहे हैं रसूलुल्लाह, वो अल्लाह कह रहा है मैं देख रहा हूँ, रसूल भी देख रहा है और मोमिनीन भी देख रहे हैं, तो फिर ज़हनी क़यामत तक ही देख रहे हैं ना। ये समझ नहीं आया। वो फौत हो गए फिर भी देख रहे हैं वो, तो फिर अल्लाह तो कुरान में ये आयत है ना, सब कोई हदीस तो नहीं है ना। मैं वही अर्ज कर रहा हूँ, पहले तो वो आयत तलाश करेंगे तो फिर, लेकिन अगर आयत निकल भी आए तो इसका यही मतलब होगा ना कि फौत होके कब्र में से देख रहे हैं वो बाहर की तरफ के बाहर क्या हो रहा है।
सैनी साहब के कब्र देखिए मतलब अब बात तो फिर वो ही है कि जो आदमी फौत हो जाए कब्र में चला जाए तो वो जहाँ होगा वहां से ही देखेगा ना। अगर वो घर में हो तो घर से देखेगा, अगर वो ऊंट पर हो तो ऊंट से देखेगा। ये नहीं हाजिर व नाजर का मतलब तो कुछ मोमिनीन का भी जिक्र है साथ, ये समझ नहीं आ वो रहा। पहले मोमिनीन तो पहले तो रसूल का जिक्र होएगा ना, उथों टुरना। हाँ जी, हाँ जी। अल्लाह दे हाँ जी। मुतलक ते मसला कोई नहीं है, अल्लाह ताला ते फौत नहीं होया ना फौत होने का कोई खदशा है। ते इस करके अल्लाह ताला दे देखण दा जिसले असीं कहने आ ਉਹਦੇ ਤੇ ਸਵਾਲ ਨਹੀਂ ਨਾ ਉੱਠਦਾ ਕਿ ਅੱਲਾਹ ਤਾਲਾ ਤੇ ਕਿਧਰੇ ਉਹਨੂੰ ਕੋਈ ਮੁਸ਼ਕਿਲ ਨਹੀਂ ਪੇਸ਼ ਆਉਂਦੀ, ਉਹ ਹਰ ਜਗ੍ਹਾ ਮੌਜੂਦ ਹੈ, ਇਸ ਕਰਕੇ ਉਹ ਹਰ ਜਗ੍ਹਾ ਦੇਖ ਹੀ ਸਕਦਾ ਔਰ ਦੇਖ ਹੀ ਰਿਹਾ। ਉਦੋਂ ਵੀ ਦੇਖ ਰਿਹਾ, ਅੱਜ ਵੀ ਦੇਖ ਰਿਹਾ, ਆਇੰਦਾ ਵੀ ਦੇਖਦਾ ਰਹੇਗਾ। ਉਹਦੇ ਤੇ ਕਿਸੇ ਕਿਸਮ ਦੇ ਜ਼ਵਾਲ ਦਾ ਕੋਈ ਸ਼ਾਇਬਾ ਹੈ ਹੀ ਨਹੀਂ। ਇਸ ਕਰਕੇ ਉਹ ਗੱਲ ਤੇ ਛੱਡ। ਹੁਣ ਅੱਗੇ ਆ ਗਈ ਰਸੂਲ ਦੇ ਮੁਤਲਕ ਇਹ ਹੈ ਕਿ ਰਸੂਲ ਖਾਣਾ ਵੀ ਖਾਂਦਾ ਹੈ, ਸੌਂਦਾ ਵੀ ਹੈ, ਫੌਤ ਵੀ ਹੋ ਜਾਂਦਾ ਹੈ, ਕਬਰ ਵੀ ਬਣਾਈ ਜਾਂਦੀ ਹੈ, ਦਫਨ ਵੀ ਕੀਤਾ ਜਾਂਦਾ, ਜਨਾਜ਼ਾ ਵੀ ਪੜ੍ਹਿਆ ਜਾਂਦਾ। ਤੇ ਜਿਸ ਜਿਹੜਾ ਰਸੂਲ ਫੌਤ ਹੋ ਜਾਏ, ਜਨਾਜ਼ਾ ਪੜ੍ਹ ਕੇ ਦਫਨ ਹੋ ਜਾਏ, ਉਹ ਦੇਖ ਰਿਹਾ ਹੁਣ ਵੀ ਜਾਂ ਨਹੀਂ ਦੇਖ ਰਿਹਾ, ਇਹ ਗੱਲ ਹੈ। सनी साहब हो सकता है ज़ाहिरी मौत होवे, बाकी वो तो अल्लाह ही जानता है। लेकिन मैं ਇਹਨੂੰ ਹੀ ਮਸਾਇਲ ਹੱਲ ਕਰਨੇ ਨੇ ਕਿ ਇਹ ਹੁਣ ਅਹਿਮਦੀ ਵਾਲੀ ਕਹਾਣੀ ਆ ਜਾਂਦੀ ਹੈ ਰੂਹਾਨੀ ਤੇ ਜਿਸਮਾਨੀ ਵਾਲੀ, ਕਿ ਉਹ ਕੋਈ ਲਫ਼ਜ਼ ਰੂਹਾਨੀ ਲਗਾ ਕੇ ਤੇ ਫਿਰ ਉਹਨੂੰ ਸੈੱਟ ਕਰ ਦਿੰਦੇ ਨੇ। ਲੇਕਿਨ ਬੁਨਿਆਦੀ ਤੌਰ ਤੇ ਇਹ ਗੱਲ ਹੈ ਕਿ ਰਸੂਲ ਜਿਹੜਾ ਹੈ ਉਹ ਮਾਂ ਬਾਪ ਦਾ ਬੇਟਾ ਹੁੰਦਾ ਹੈ, ਕਿਸੇ ਦਾ ਭੈਣ ਭਰਾ ਹੁੰਦਾ ਹੈ, ਉਹਦੇ ਸਾਰੇ ਰਿਸ਼ਤੇ ਇਨਸਾਨੀ ਹੁੰਦੇ ਨੇ। ਉਹਦੇ ਤੇ ਗਮ ਦੇ ਹਾਲਾਤ ਵੀ ਆਉਂਦੇ ਨੇ, ਜ਼ਖਮ ਵੀ ਲੱਗਦੇ ਨੇ, ਖੂਨ ਵੀ ਨਿਕਲਦਾ ਹੈ ਤੇ ਫੌਤ ਵੀ ਹੋ ਜਾਂਦਾ। ਤੇ ਜਿਹੜਾ ਫੌਤ ਹੋ ਗਿਆ ਫਿਰ ਵੀ ਉਹ ਦੇਖ ਰਿਹਾ ਤੇ ਫਿਰ ਉਹਨੂੰ ਤੇ ਖੁਦਾ ਹੀ ਮੰਨਣਾ ਪਏਗਾ। ਫਿਰ ਰਸੂਲ ਦੀ ਬਜਾਏ ਖੁਦਾ ਹੀ ਮੰਨਦੇ ਰਹੋ ਚੁੱਪ ਕਰਕੇ, ਉਹਨੂੰ ਵੀ ਸ਼ਾਮਿਲ ਕਰ फिर सैनी साहब फिर उस वक्त के लिए कहा गया होगा जो वक्त जिस वक्त ये देखना। ਹੁਣ ਤੁਸੀਂ ਕੋਸ਼ਿਸ਼ ਕੀਤੀ ਹੈ ਤਾਂ ਹੁਣ ਗੱਲ ਕੱਢੀ ਹੈ ਕਿ ਇਹ ਮੁਮਕਿਨ ਹੋਏਗਾ ਕਿ ਉਹ ਜਦੋਂ ਜ਼ਿੰਦਾ ਮੌਜੂਦ ਹੈ ਉਹਦੇ ਫਿਰ ਤੁਸੀਂ ਕਦੇ ਕਰਦੇ ਹੋ। ਇਹ ਕਿਸੇ ਬੀਬੀ ਨੂੰ ਸਾਰੇ ਹੀ ਪਤਾ, ਜਾਣ ਕੇ ਸਾਨੂੰ ਟੈਸਟ ਕਰਦਾ ਜੀ। यार घंटे बाद बोलते हैं आप बाचर साहब, टाइम ही नहीं देंगे ਅਸੀਂ घंटे बाद एक गल ठीक है। नहीं ਉਹ ਹਾਜ਼ਰ और नाजर तो इस तो मैं कहना कि ਇਹ ਚੀਜ਼ ਫਿਰ ਮੈਂ ਇਸ ਤਰ੍ਹਾਂ ਲੱਗਦਾ ਹੈ ਐਸਾ ਕਿ ਜੈਸੇ ਅਗਰ ਹਾਜ਼ਰ ਨਾਜ਼ਰ ਤੋਂ ਦੋ ਗੱਲਾਂ ਮੁਰਾਦ ਹੋ ਸਕਦੀਆਂ ਨੇ। ਇੱਕ ਤੇ ਹੈ ਕੋਈ ਕਬਰ ਵਿੱਚ ਵੀ ਨੇ ਤੇ ਕਬਰ ਦੇ ਬਾਹਰ ਵੀ ਨੇ, ਤੇ ਚਲਦੇ ਫਿਰਦੇ ਆਉਂਦੇ ਜਾਂਦੇ ਦੇਖਦੇ ਸਾਰਾ ਕੁਝ ਕਰ ਰਹੇ ਨੇ, ਤਾਂ ਦੇਖ ਸਕਦੇ ਨੇ। ਉਹਨਾਂ ਨੂੰ ਉਹ ਸਾਰੀਆਂ ਤਾਕਤਾਂ ਹਾਸਲ ਨੇ ਜਿਹੜੀਆਂ ਅੱਲਾਹ ਤਾਲਾ ਨੂੰ ਤਾਕਤਾਂ ਹਾਸਲ ਨੇ। ਅੱਲਾਹ ਤਾਲਾ ਬਈਕ ਵਕਤ ਇਸ ਵਕਤ ਹੀ ਜ਼ਮੀਨ ਦੇ ਸਾਰੀ ਸਤ੍ਹਾ ਦੇ ਉੱਤੇ ਜਿੱਥੇ ਜਿੱਥੇ ਆਬਾਦੀਆਂ ਨੇ, ਜਿੱਥੇ ਰਾਤ ਹੋ ਗਈ ਹੈ, ਜਿੱਥੇ ਦਿਨ ਹੈ, ਦੁਪਹਿਰ, ਸਭ ਕੁਝ ਦੇਖ ਰਿਹਾ। ਉਹਨੂੰ ਕਿਸੇ ਜਗ੍ਹਾ ਨਾ ਕੋਈ ਫਾਸਲਾ ਆੜੇ ਆਉਂਦਾ, ਨਾ ਕੋਈ ਟਾਈਮ ਆੜੇ ਆਉਂਦਾ। ਉਹ ਅੱਜ ਤੋਂ 5000 ਸਾਲ ਪਹਿਲੇ ਵਾਲੀ ਗੱਲ ਨੂੰ ਵੀ ਅੱਜ ਵੀ ਦੇਖ ਰਿਹਾ ਉੱਥੇ ਹੀ। ਉਹ ਨਜ਼ਾਰਾ ਵੀ ਉਹਦੇ ਸਾਹਮਣੇ ਹੀ ਹੈ, ਜਿਹਦੇ ਮੁਤਲਕ ਅਸੀਂ ਸਾਡੇ ਕੋਲ ਕੋਈ ਕਿਤਾਬਾਂ, ਤਾਰੀਖ, ਕੋਈ ਰੈਫਰੈਂਸ ਹੀ ਨਹੀਂ ਹੁੰਦਾ ਕਿ ਜ਼ਮਾਨਾ ਕਬਲ ਅਜ਼ ਤਾਰੀਖ ਹੈ। ਅੱਲਾਹ ਤਾਲਾ ਉਹਨੂੰ ਵੀ ਦੇਖ ਰਿਹਾ। ਤੇ ਜਿਹੜੀਆਂ ਸਾਡੀਆਂ ਆਇੰਦਾ ਨਸਲਾਂ ਆਉਣੀਆਂ ਨੇ 50 ਸਾਲ ਬਾਅਦ, 500 ਸਾਲ ਬਾਅਦ, ਅੱਲਾਹ ਤਾਲਾ ਉਹਨੂੰ ਵੀ ਦੇਖ ਰਿਹਾ। ਉੱਥੇ ਤਾਂ ਮਸਲਾ ਨਹੀਂ ਹੈ, ਉੱਥੇ ਕੋਈ ਮੁਸ਼ਕਿਲ ਨਹੀਂ ਪੇਸ਼ ਆਉਂਦੀ। ਲੇਕਿਨ ਰਸੂਲ ਦਾ ਮਸਲਾ ਇਹ ਹੈ ਕਿ ਰਸੂਲ ਇੱਕ ਖਾਸ ਵਕਤ ਤੇ ਪੈਦਾ ਹੋਇਆ ਤੇ ਖਾਸ ਵਕਤ ਤੇ ਫੌਤ ਹੋ ਗਿਆ। ਕਿਆ ਫੌਤ ਹੋਣ ਤੋਂ ਪਹਿਲੇ ਦੇਖ ਰਿਹਾ ਆ ਔਰ ਕਿਆ ਫੌਤ ਹੋਣ ਦੇ ਬਾਅਦ ਦੇਖ ਰਿਹਾ, ਇਹ ਮਸਾਇਲ ਨੇ, ਇਹਨੂੰ ਹੱਲ ਕਰਨਾ। और मैं एक दफा कह बैठा कि हमारे जो रसूलुल्लाह सल्लल्लाहु अलैहि वसल्लम थे जी, वो मैनू बंदे ने मेरी मां बहन एक ये नहीं है खबरदार तू थे क्या तेरी मां दी तेरी भैन दी मां क्यों अच्छा भाई है थे नहीं मैं क्या अच्छा भाई। ਰਸੂਲਾਂ ਆਪਣੇ ਮਨਸਬ ਦੇ ਲਿਹਾਜ਼ ਨਾਲ ਤੇ ਹੈ ਨੇ, ਲੇਕਿਨ ਰਸੂਲਾਂ ਆਪਣੇ ਜਿਸਮ ਦੇ ਇਤਬਾਰ ਨਾਲ ਮੌਜੂਦ ਨੇ। उनकी तालीम है। इस करके रसूलुल्लाह जब हयात थे, रसूलुल्लाह अपनी ज़ाहिरी हयात में थे और मौजूद थे मदीने में, तो उसके लिए थे का ही लफ्ज़ लगाएंगे, क्योंकि अब वहाँ मदीने में जाए तो रसूलुल्लाह वहाँ चलते फिरते नज़र नहीं आते, उसमें थे लगाना पड़ेगा। ਤੁਸੀਂ ਗਏ ਹੋ ਮਦੀਨੇ ਕਿ ਨਹੀਂ? जी बिल्कुल गया जी, 2 बारी गया। अच्छा, अल्लाह ताला ने बड़ा फजल फरमाया, 2 दफ़ा ज़ियारत कराई है।
عراق نہیں گئے؟ جی عراق نہیں، عراق نہیں ہلے جا سکیا، عراق کوئی جان دا ارادہ ہے، ایران ایران عراق دو زیارتاں کرنے واسطے جانا انشاءاللہ۔ صحیح اج جاگدے پہ کی گل ہے، تھانوں نہیں آندی پئی؟ چلو ٹھیک ہے۔